सारे सज्जणा मित्रां नूं दिलों नमस्कार। मैं जिस तरह सुनिया एक साडे समाज का वो वर्ग वो अंग जिहड़ा जिवें एक तंदुरुस्त आदमी है जिहड़ा वो जो बीमार हो जाए तो उनकी जिंदगी जिहड़ी है समाज नालों तकरीबन कट्टी जाती है। वो समझते भी मैं समाज नालों कट्टिया गया। तो किन्ने यूनिट जिन्होंने डॉक्टर हरिंदर सिंह जी जान पछाण करवा के गए उस किताब के उत्ते वाकई बहुत समझने वाली गल है कि जे समाज दे विच कोई बीमार है, बीमार आदमी मां दे पेट विचों भी बीमारी शुरू हो सकती है, मां नूं भी पिछों उहदे मां प्यो वालों बीमारी आ सकती है ते अगे बच्चे नूं भी जा सकती है। इहदा हल किहने करना है ते जे कोई बच्चा इस तरह का आ गया तो उहदियां समस्यावां दा हल किहने करना है, एक बहुत बड़ा सवाल साडे सामने खड़ा हो गया। तो इहदे लई जिस फील्ड विच मैं आया मैनूं भेज दिता गया। मैं तो कहूँगा कि साडा निज़ाम है जिहड़ा निज़ाम नूं चलाउण वाले ने जिहड़े ये उन्हां दा फर्ज बनता है कि अजिहे बच्चे पैदा क्यों होंदे ने, अजिहे बच्चों दी मुश्किलां किवें हल कीतियां जा सकदियां। पर एक वखरा विषय है, मैं बहुता समा नहीं लाउंदा। मैं सिर्फ तुहानूं दस्सांगा कि मैं जिस प्रोसैस विचों लंघिया ਉਹਦੇ ਚੋਂ ਮੈਂ ਕੀ ਸਿੱਖਿਆ ਤੇ ਜੇ ਤੁਹਾਡੇ ਨਾਲ ਸਾਂਝਾ ਕਰ ਲਾਂ ਤਾਂ ਸ਼ਾਇਦ ਤੁਸੀਂ ਸਿੱਖ ਲਓਗੇ। ਪਹਿਲਾਂ ਤਾਂ ਜਿੰਨੇ ਸੱਜਣ ਮਿੱਤਰ ਬੈਠੇ ਨੇ ਮੈਂ ਦੱਸਣਾ ਚਾਹੁੰਦਾ ਕਿ ਉਹ ਭਾਵੇਂ ਵਿਦਿਆਰਥੀ ਨੇ ਰਹੇ ਨੇ, ਮੇਰੇ ਵੀ ਵਿਦਿਆਰਥੀ ਰਹੇ ਨੇ। ਰਾਜਪਾਲ ਜੀ ਜਾਣ ਪਛਾਣ ਕਰਵਾ ਰਹੇ ਨੇ, ਮੰਚ ਨੂੰ ਚਲਾ ਰਹੇ ਨੇ। ਕੁਮਾਰ ਜੀ ਬੈਠੇ ਨੇ, ਜਗਦੇਵ ਜੀ, इन्हों के कॉलेज मैं जाते रहे। बहुत अच्छे शहर बहुत नाम ने जोड़े मैं गिना सकता, पर मैनू यह लग्या भी मेरे नालों अगे ने साहित्य लेखनी विच, साहित्य पढ़न विच ते साहित्य सिरजना का जोड़ा प्रोसैस होंदा है इन्हों का तजर्बा मेरे नालों ज़्यादा है। मैं अपना ये दसना चाहता सी कि 10वीं पास करने तो बाद जे सरकारी नौकरी लैनी पवे तो उदों कानून बनया हुआ सी कि जिन्हें पंजाबी नहीं पढ़ी, ऑप्शनल विषय पंजाबी का नहीं रखा, वो नौकरी नहीं मिल सकती। तो मैं 10वीं दे विच ਜਾਂ ਉਸ ਤੋਂ ਬਾਅਦ ਪੰਜਾਬੀ ਨਹੀਂ ਪੜ੍ਹੀ ਸੀ, ਮੈਂ ਅੰਗਰੇਜ਼ੀ ਪੜ੍ਹੀ। ਫਿਰ ਨੌਕਰੀ ਕਿੱਥੋਂ ਮਿਲਣੀ ਸੀ? ਉਦੋਂ ਇਹ ਹੁੰਦਾ ਸੀ ਵੀ ਤੁਸੀਂ ਪ੍ਰਾਈਵੇਟ ਇਮਤਿਹਾਨ ਦਿਓ ਤੇ ਪੰਜਾਬੀ ਦਾ ਵਿਸ਼ਾ ਜਿਹੜਾ ਪਾਸ ਕਰੋ ਤਾਂ ਨੌਕਰੀ ਮਿਲੂ। एक विद्वानी शब्द विद्वान है, विद्वान तुसी ज्ञानी, बुद्धिमानी, विद्वानी, ये 2-3 इस तरह के इम्तिहान सी, परीक्षावां सन, वो पास करके ते तुसी अगे जा सकते सी। मैं विद्वानी का दाखला भरता और उहदे चों मैं पास होया। मैं शेख ही नहीं मारता, मेरे ख्याल यूनिवर्सिटी चो मेरी पोजीशन सी। पंजाबी पढ़ गया, नौकरी मिल गई, पर वो विद्वानी पढ़दे पढ़दे मैं गुरदयाल सिंह नूं पढ़िया, मड़ी दा दीवा पढ़िया।
ਉਹਦਾ ਅਨੁਭਵ ਪੜ੍ਹਿਆ। ਪੰਜਾਬੀ ਦਾ ਇੱਕ ਬਹੁਤ ਹੀ ਅਗਾਂਹ-ਵਧੂ ਆਲੋਚਕ ਟੀ.ਆਰ. ਵਿਨੋਦ ਸੀ। ਮੈਂ ਉਹਨੂੰ ਪੜ੍ਹਿਆ। ਗੁਰਦਿਆਲ ਸਿੰਘ ਤੇ ਮੈਂ ਤਾਂ ਅਸੀਂ ਇਕੱਠੇ ਹੀ ਆਏ ਸੀ, 2-4 ਦਿਨ ਅੱਗੇ ਪਿੱਛੇ ਬਰਜਿੰਦਰਾ ਕਾਲਜ ਜੁਆਇਨ ਕੀਤਾ। ਵਿਨੋਦ ਵੀ ਇੱਥੇ ਸੀ। ਉਹਦੇ ਨਾਲ ਪ੍ਰੋਫੈਸਰ ਕਰਮਜੀਤ ਸਿੰਘ ਇੱਕ ਬਹੁਤ ਵੱਡੀ ਸ਼ਖਸੀਅਤ ਸਨ ਪੰਜਾਬੀ ਦੇ ਵਿੱਚ। ਉਹਨਾਂ ਦਾ ਸਾਥ ਮਿਲਿਆ, ਮੌਕਾ ਮਿਲਿਆ। ਤੇ ਇੱਥੇ ਯੂਥ ਫੈਸਟੀਵਲ ਐਸੇ ਹੁੰਦੇ ਸੀ ਕਿ ਜਿੱਥੇ ਅਜਿਹੇ ਕੰਪੀਟੀਸ਼ਨ ਹੁੰਦੇ ਸੀ ਕਿ ਜਿਹੜੇ ਕੰਪੀਟੀਸ਼ਨਾਂ 'ਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤਾਂ ਮੇਰਾ ਵਿਦਿਆਰਥੀਆਂ ਨੂੰ ਵੀ ਦੱਸਣ ਤੋਂ ਭਾਵ ਇਹ ਹੈ ਕਿ ਤੁਹਾਨੂੰ ਜਿੱਥੇ ਕਿਤੇ ਚੁਣੌਤੀ ਮਿਲਦੀ ਕੋਈ, ਕਿ ਇਫ ਯੂ ਫਾਈਂਡ a challenge in your life, you should accept it smilingly। ਕਿ ਜਿੱਥੇ ਤੁਹਾਨੂੰ ਕੋਈ ਚੁਣੌਤੀ ਮਿਲ ਗਈ ਉਹਨੂੰ ਤੁਸੀਂ ਐਕਸੈਪਟ ਕਰੋ ਵੀ ਹਾਂ ਮੈਂ ਇਹ ਚੁਣੌਤੀ ਜਿਹੜੀ ਹੈ ਇਹ ਚੈਲੰਜ ਕਰਦਾ, ਇਹਨੂੰ ਐਕਸੈਪਟ ਕਰਦਾ। ਇਹਦੇ ਚੋਂ ਜਿੰਨਾ ਕੁਝ ਸਿੱਖਣ ਨੂੰ ਮਿਲੇਗਾ ਮੇਰਾ ਖਿਆਲ ਉਹ ਤੁਹਾਨੂੰ ਸਹਿਜ ਸੁਭਾਅ ਆਰਾਮ ਦੇ ਨਾਲ ਜੋ ਕੁਝ ਮਿਲ ਸਕਦਾ ਹੈ ਉਹਦੇ 'ਚ ਮਿਲਣ ਨਾਲੋਂ ਉਹ ਜ਼ਿਆਦਾ ਸਾਰਥਕ ਹੋਏਗਾ। ਸੋ ਇਸ ਵਾਸਤੇ ਇੱਕ ਤਾਂ ਮੇਰਾ ਤੁਹਾਨੂੰ ਸੁਝਾਅ ਹੈ ਆਪਣੇ ਨਿੱਜੀ ਤਜਰਬੇ 'ਚ। ਦੂਜਾ ਇਹ ਹੈ ਕਿ ਸਾਹਿਤ ਕਿੱਥੋਂ ਉਪਜਦਾ ਹੈ, ਕਲਾ ਕਿੱਥੋਂ ਉਪਜਦੀ ਹੈ, ਕਲਾਕ੍ਰਿਤੀ ਕਿਵੇਂ ਪੈਦਾ ਹੁੰਦੀ ਹੈ। ਜਿਹੜਾ ਬੰਦਾ ਜ਼ਿਆਦਾ ਦੁੱਖਾਂ ਦਰਦਾਂ ਵਿੱਚ ਦੀ ਲੰਘਦਾ ਹੈ ਉਹ ਵਧੀਆ ਸ਼ਾਇਰ ਬਣੂਗਾ। ਜਿਹੜੇ ਬੰਦੇ ਨੇ ਦੁਨੀਆ ਜ਼ਿਆਦਾ ਦੇਖੀ ਹੈ ਕਿ ਦੁਨੀਆ ਬਹੁਤ ਦੁਚਿੱਤੀ 'ਚ ਫਸੀ ਹੋਈ ਹੈ, ਦੁਬਦਾ 'ਚ ਫਸੀ ਹੋਈ ਹੈ, ਮੁਸ਼ਕਲਾਂ 'ਚ ਫਸੀ ਹੋਈ ਹੈ, ਤੇ ਉਹਨੂੰ ਸਟੱਡੀ ਕਰਨਾ ਹੈ, ਮੇਰਾ ਖਿਆਲ ਉਹ ਵਧੀਆ ਲੇਖਕ ਬਣੂਗਾ। ਤਾਂ ਆਪਾਂ ਨੂੰ ਜ਼ਿੰਦਗੀ ਦੀ ਹਰ ਚੁਣੌਤੀ ਹੈ ਜਿਹੜੀ ਉਹਨੂੰ ਐਕਸੈਪਟ ਕਰਨਾ ਚਾਹੀਦਾ ਹੈ। ਆਪਾਂ ਵਧੀਆ ਇਨਸਾਨ ਬਣ ਸਕਦੇ ਹਾਂ। ਜੇ ਵਧੀਆ ਇਨਸਾਨ ਬਣ ਗਏ ਤਾਂ ਤੁਸੀਂ ਭਾਵੇਂ ਰਾਜਸੀ ਖੇਤਰ 'ਚ ਚਲੇ ਜਾਓ, ਭਾਵੇਂ ਧਾਰਮਿਕ ਖੇਤਰ 'ਚ ਚਲੇ ਜਾਓ, ਭਾਵੇਂ ਕਿਸੇ ਹੋਰ ਸਮਾਜਿਕ ਖੇਤਰ ਵਿੱਚ ਜਾਓ, ਉੱਥੇ ਤੁਸੀਂ ਵਧੀਆ ਹੀ ਰਹੋਗੇ, ਤੁਸੀਂ ਘਟੀਆ ਨਹੀਂ ਬਣੋਗੇ। ਤਾਂ ਇੱਕ ਤੁਹਾਨੂੰ ਗੱਲ ਇਹ ਦੱਸਾਂ, ਮੈਨੂੰ ਰਾਜਸੀ ਖੇਤਰ ਵਿੱਚ ਚੁਣਿਆ ਗਿਆ। ਵੈਸੇ ਰਾਜਪਾਲ ਹੋਰੀ ਜ਼ਿਕਰ ਵੀ ਕਰਕੇ ਗਏ ਆ, ਮੇਰਾ ਰਾਜਸੀ ਖੇਤਰ ਦਾ ਕੋਈ ਤਜਰਬਾ ਨਹੀਂ ਸੀ। ਮੈਨੂੰ ਕੋਈ ਪਤਾ ਨਹੀਂ ਸੀ ਕਿ ਸਰਕਾਰ ਕਿਵੇਂ ਚੱਲਦੀ ਹੈ। ਮੈਨੂੰ ਕੋਈ ਪਤਾ ਨਹੀਂ ਸੀ ਵੀ ਜੇ ਮੈਨੂੰ ਇੱਕ ਮੰਤਰੀ ਬਣਾ ਦੇਣ ਮੈਂ ਕੀ ਕਰੂੰਗਾ। ਮੈਨੂੰ ਇੰਨਾ ਪਤਾ ਸੀ ਕਿ ਜਿੱਥੇ ਕੰਮ ਗਲਤ ਹੋਇਆ ਹੋਇਆ ਮੈਂ ਉੱਥੇ ਜਾ ਕੇ ਲੜਾਈ ਕਰਨੀ ਸ਼ੁਰੂ ਕਰ ਦਿਆਂ ਤੇ ਮੇਰਾ ਖਿਆਲ ਹੈ ਵੀ ਲੋਕ ਛੇਤੀ ਸਮਝ ਜਾਣਗੇ ਵੀ ਇਹ ਬੰਦਾ ਠੀਕ ਹੈ, ਬਾਕੀ ਗਲਤ ਨੇ। ਤਾਂ ਆਹ ਕੰਮ ਜਿਹੜਾ ਹੈ ਕਿ ਮੈਨੂੰ ਇੱਕ ਅਜਿਹੀ ਪਾਰਟੀ ਨੇ ਸਰਵੇ ਕਰਾ ਲਿਆ। ਵੈਸੇ ਰਾਜਪਾਲ ਹੋਣੀ ਦੱਸ ਹੀ ਗਏ, ਮੈਂ 2 ਮਿੰਟ 'ਚ ਤੁਹਾਨੂੰ ਗੱਲ ਇਹ ਪੂਰੀ ਕਰ ਦਿੰਦਾ। ਉਹਨਾਂ ਨੇ ਸਰਵੇ ਕਰਾਇਆ ਕਿ ਇਹ ਇੱਕ ਅਧਿਆਪਕ ਹੈ। ਅਧਿਆਪਕ ਹੋਣਾ ਮੈਂ ਕਹਾਂਗਾ ਕਿ ਪਲੱਸ ਪੁਆਇੰਟ ਹੈ ਕਿ ਅਧਿਆਪਕ ਨੇ ਵਿਦਿਆਰਥੀ ਵੀ ਪੈਦਾ ਕਰਨੇ ਹੁੰਦੇ ਨੇ। ਅਧਿਆਪਕ ਦਾ ਆਪ ਦਾ ਦਾਇਰਾ ਬਹੁਤ ਤਕੜਾ ਹੁੰਦਾ ਹੈ। ਉਹ ਜਿਹੜੀਆਂ ਸੰਸਥਾਵਾਂ 'ਚ ਕੰਮ ਕਰਦਾ ਹੈ ਉਹਨਾਂ ਸੰਸਥਾਵਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਮਾੜਾ ਅਧਿਆਪਕ ਸਾਰੀ ਸੰਸਥਾ ਨੂੰ ਲੈ ਕੇ ਡੁੱਬ ਜਾਂਦਾ ਹੈ, ਚੰਗਾ ਅਧਿਆਪਕ ਸੰਸਥਾ ਨੂੰ ਜਿਹੜਾ ਹੈ ਉਭਾਰ ਕੇ ਉੱਪਰ ਲੈ ਜਾਂਦਾ। ਤਾਂ ਮੇਰਾ ਜਿਹੜਾ ਸਰਵੇ ਕਰਾਇਆ, ਜਿਵੇਂ ਰਾਜਪਾਲ ਜੀ ਦੱਸ ਕੇ ਗਏ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਸੀ, ਉਹਨੇ ਦੇਖਿਆ ਵੀ ਇਹ ਅਧਿਆਪਕ ਹੈ, ਇਹਦਾ ਦਾਇਰਾ ਤਕੜਾ ਹੋਊਗਾ, ਵਿਦਿਆਰਥੀ ਵੀ ਹੋਣਗੇ। ਉਹਨੇ ਹੋਰ ਕਈ ਗੱਲਾਂ ਜਿਹੜੀਆਂ ਲੱਭ ਲਈਆਂ, ਇਹ ਵੀ ਲੱਭ ਲਿਆ ਵੀ ਇਹ ਪਹਿਲਾਂ ਕੀ ਕਰਦਾ ਰਿਹਾ, ਕਿਤੇ ਇਹ ਬੇਈਮਾਨ ਤਾਂ ਨਹੀਂ, ਕਿਸੇ ਤੋਂ ਪੈਸੇ ਤਾਂ ਨਹੀਂ ਲੁੱਟ ਕੇ ਖਾਦੇ, ਤੇ
ਉਹ ਪੈਸੇ ਲੁੱਟਣ ਵਾਲੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਨੂੰ ਤੁਸੀਂ ਵੋਟਾਂ ਪਵਾਤੀਆਂ ਸਾਰਿਆਂ ਨੇ, ਮੈਂ ਚੁਣਿਆ ਗਿਆ, ਮੈਨੂੰ ਪਤਾ ਨਹੀਂ ਸੀ ਮੈਂ ਕਿਵੇਂ ਚੁਣਿਆ ਗਿਆ। ਪੈਸਾ ਮੇਰੇ ਕੋਲੇ ਨਹੀਂ ਸੀ, ਲਾ ਨਹੀਂ ਸੀ ਸਕਦਾ, ਅਧਿਆਪਕ ਦੀ ਤਨਖਾਹ ਕਿੰਨੀ ਕੁ ਹੋ ਸਕਦੀ ਹੈ, ਪਰ ਮੈਨੂੰ MP ਬਣਾਤਾ ਤੁਸੀਂ। ਤੇ ਮੈਨੂੰ ਕਹਿੰਦਾ ਅਰਵਿੰਦ ਕੇਜਰੀਵਾਲ, ਸਾਧੂ ਸਿੰਘ ਯੂ ਆਰ ਐਨ MP ਨਾਓ, ਵਟ ਵਿਲ ਯੂ ਡੂ। ਬੜਾ ਵੱਡਾ ਸਵਾਲ ਸੀ, ਮੇਰਾ ਸਾਰਾ ਹੀ ਰੋਡ ਮੈਪ ਮੰਗ ਲਿਆ ਉਹਨੇ ਵੀ ਕੀ ਕਰੂੰਗਾ। ਮੇਰਾ ਜਵਾਬ ਇਹ ਸੀ ਵੀ ਜਿਸ ਪਾਰਟੀ ਨੇ ਮੈਨੂੰ MP ਚੁਣਿਆ ਉਹ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਹੈ ਕਿ ਸਾਡੇ ਸਮਾਜ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ, ਕਿੱਥੋਂ ਹੁੰਦਾ ਹੈ, ਕੌਣ ਕਰਦਾ ਹੈ, ਇਹਦੇ ਵਿਕਟਮ ਕੌਣ ਬਣਦੇ ਨੇ ਤੇ ਬਚਾ ਕਿਵੇਂ ਸਕਦੇ ਆ। ਤਾਂ ਮੈਂ ਕਿਹਾ ਪਹਿਲਾਂ ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਲੜੂੰਗਾ ਮੈਂ। ਉਹ ਕਿਵੇਂ ਲੜੇਗਾ? ਮੈਂ ਕਿਹਾ ਵੀ ਮੈਨੂੰ MP ਬਣਾ ਕੇ ਤੁਸੀਂ ਲੋਕਾਂ ਦੇ ਪੈਸੇ ਚੋਂ 5 ਕਰੋੜ ਰੁਪਈਆ ਸਾਲ ਦਾ ਮੇਰੇ ਖਾਤੇ 'ਚ ਜਮ੍ਹਾਂ ਕਰਾਤਾ। 5 ਸਾਲ MP ਰਹਿਣਾ, ਮੈਂ 25 ਕਰੋੜ ਰੁਪਈਆ ਮੇਰੇ ਖਾਤੇ 'ਚ ਜਮ੍ਹਾਂ ਹੋ ਗਿਆ। ਵੀ ਉਹ 25 ਕਰੋੜ ਦਾ ਹਿਸਾਬ ਹੈ ਜਿਹੜਾ ਪੈਸੇ ਦਾ ਮੇਥੋਂ ਲੈ ਲਿਓ। ਜੇ ਤੁਹਾਨੂੰ ਇਹ ਲੱਗਿਆ ਵੀ ਇਹਦੇ 'ਚੋਂ ਇਹਨੇ 4 ਪੈਸੇ ਪਾਸੇ ਵੀ ਵਰਤੇ ਹੈ ਕਿਤੇ, ਤੇ ਸਜ਼ਾ ਤੁਸੀਂ ਦੇਣੀ ਹੈ, ਤੇ ਬਾਕੀ ਲੋਕ ਬੈਠੇ। ਜਦੋਂ ਮੈਂ ਲੋਕਾਂ ਕੋਲ ਜਾਊਂਗਾ ਮੈਨੂੰ ਸਵਾਲ ਕਰਨਗੇ, ਪੁੱਛਣਗੇ, ਔਰ ਮੈਂ ਤੁਹਾਨੂੰ ਦੱਸਦਾ ਵੀ ਤੁਹਾਡਾ ਦਿੱਤਾ ਹੋਇਆ 25 ਕਰੋੜ ਜਿਵੇਂ ਰਾਜਪਾਲ ਜੀ ਕਹਿ ਕੇ ਗਏ ਨੇ, ਪਿੰਡ ਦੇ ਵਿੱਚ ਮੈਂ ਵਿਦਿਆਰਥੀਆਂ ਲਈ ਲਾਇਬ੍ਰੇਰੀਆਂ ਬਣਾਉਣੀਆਂ, ਪੜ੍ਹਨਗੇ ਤਾਂ ਇਹ ਚੇਤਨ ਹੋਣਗੇ। ਸਕੂਲਾਂ ਦੇ ਕਮਰੇ ਇਕੱਠੇ ਹੋਏ ਜਿਹੜੇ ਸਰਕਾਰਾਂ ਨੇ ਬਣਾਉਣੇ ਹੋਏ ਸੀਗੇ, ਉਹ ਉਸ ਚੋਂ MP ਲੈਟ ਦੇ ਪੈਸੇ ਚੋਂ ਬਣਾਏ। ਜਿੱਥੇ ਕਿਤੇ ਕੋਈ ਹੋਰ ਚੰਗਾ ਕੰਮ ਕਰ ਸਕਦੇ ਸੀ ਵੀ ਸਪੋਰਟਸ ਵਾਲੇ ਪਾਸੇ ਲਾ ਦਿਓ ਬੱਚਿਆਂ ਨੂੰ, ਆਪਦੀ ਸਿਹਤ ਹੀ ਚੰਗੀ ਰੱਖਣਗੇ, ਉਹਨਾਂ ਲਈ ਮੈਂ ਜਿਮ ਖੋਲ੍ਹਤੇ। ਜਿੱਥੇ ਕਿਤੇ ਪਾਣੀ ਦਾ ਪ੍ਰਬੰਧ ਨਹੀਂ ਸੀ, ਪਾਣੀ ਦੀਆਂ ਟੈਂਕੀਆਂ ਦੇ ਦਿੱਤੀਆਂ। ਕਿਸਾਨਾਂ ਦਾ ਉੱਥੇ ਅੰਦੋਲਨ ਚੱਲਦਾ, ਮੈਂ ਗਿਆ, ਜਾ ਕੇ ਦੇਖਿਆ, ਜਿਹੜੇ ਕੈਂਪ ਵਿੱਚ ਜਾਵਾਂ ਉੱਥੇ ਪ੍ਰੋਫੈਸਰ ਸਾਧੂ ਸਿੰਘ ਟੈਂਕੀ ਦੇ ਉੱਤੇ ਨਾਂ ਲਿਖਿਆ। ਮੈਂ ਕਮਾਲ ਹੈ, ਇਹ ਸਾਡੇ ਲੋਕਾਂ ਦਾ ਪੈਸਾ ਜਿਹੜਾ ਉਹਨਾਂ ਨੇ ਮੇਰੇ ਖਾਤੇ ਜਮ੍ਹਾਂ ਕਰਾਇਆ। ਕਿਸਾਨ ਵੀ ਚੱਕੀ ਫਿਰਦੇ ਨੇ, ਅੰਦੋਲਨ ਲੜੀ ਜਾਂਦੇ ਨੇ, ਤੇ ਉਹ ਕਿਹਦੇ ਖਿਲਾਫ ਲੜਦੇ ਨੇ? ਉਹ ਐਸਾ ਵਾਤਾਵਰਨ, ਐਸਾ ਨਿਜ਼ਾਮ, ਜਿਸ ਨਿਜ਼ਾਮ ਨੇ ਸਾਰੇ ਦੇਸ਼ ਨੂੰ ਸੂਲੀ ਤੇ ਟੰਗ ਛੱਡਿਆ, ਉਸ ਨਿਜ਼ਾਮ ਦੇ ਖਿਲਾਫ ਲੜ ਰਹੇ ਨੇ। ਮੈਨੂੰ ਸੱਚੀ ਗੱਲ ਹੈ, ਅੰਦਰੋਂ ਸਕੂਨ ਵੀ ਮਿਲਿਆ ਤੇ ਨਾਲ ਮੈਨੂੰ ਇਹ ਵੀ ਹੋਇਆ ਵੀ ਚੱਲ, ਮੈਂ ਵੀ ਇੱਕ ਕਿਸਾਨ ਦਾ ਪੁੱਤਰ ਸੀ, ਮੈਂ ਵੀ ਕਣਕਾਂ ਗੁੱਡਦਾ ਰਿਹਾ ਸੀ, ਕਣਕਾਂ ਵੜਦਾ ਰਿਹਾ ਸੀ, ਝੋਨੇ ਲਾਉਂਦਾ ਰਿਹਾ ਸੀ, ਤੇ ਆਪਦੇ ਪਿਓ ਦੇ ਨਾਲ ਸਾਰਾ ਕੁਝ ਬਾਹਰ ਕਰਾਉਂਦਾ ਰਿਹਾ ਸੀ ਖੇਤਾਂ 'ਚ, ਤੇ ਇਹ ਕਿਸਾਨਾਂ ਦੇ ਵਿੱਚ ਮੇਰਾ ਵੀ ਯੋਗਦਾਨ ਹੋ ਗਿਆ। ਚਲੋ ਇਹਨਾਂ ਗੱਲਾਂ 'ਚੋਂ ਤੁਹਾਨੂੰ ਥੋੜਾ ਬਹੁਤਾ ਸਕੂਨ ਮਿਲਦਾ ਹੈ। ਤਾਂ ਆਹ ਗੱਲ ਜਿਹੜੀ ਮੈਂ ਤੁਹਾਨੂੰ ਦੱਸਦਾ ਸੀ ਕਿ ਉਹ ਹੈ ਸਾਹਿਤ ਇੱਕ ਐਸੀ ਵਿਧਾ ਹੈ, ਐਸੀ ਕਲਾਕ੍ਰਿਤੀ ਹੈ ਜਿਸ ਰਾਹੀਂ ਮਨੁੱਖ ਆਪਦੇ ਦੁੱਖ ਦਰਦ, ਆਪਦੀਆਂ ਇਛਾਵਾਂ, ਆਪਦੀਆਂ ਕਾਂਖਸ਼ਾਵਾਂ ਬਾਹਰ ਲਿਆਉਂਦਾ ਹੈ, ਉਹਨਾਂ ਨੂੰ ਦੂਜਿਆਂ ਤੱਕ ਪਹੁੰਚਾਉਂਦਾ ਹੈ। ਤੇ ਸਾਹਿਤਕ ਫੰਕਸ਼ਨ ਇਸ ਤਰ੍ਹਾਂ ਦੇ ਆਰਗੇਨਾਈਜ਼ ਕਰਨੇ ਤੇ ਉਹਨਾਂ ਰਾਹੀਂ ਇਹ ਮੈਸੇਜ ਦੇਣਾ ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਸੁਨੇਹਾ ਹੈ। ਜਿੱਥੇ ਸ਼ਬਦ ਤੁਸੀਂ ਸੁਣਿਆ ਹੋਣਾ ਕਾਰਪੋਰੇਟ ਵਰਲਡ, ਕਾਰਪੋਰੇਟ ਦਾ ਮਤਲਬ ਹੈ ਸਰਮਾਏਦਾਰੀ। ਜੇ ਮੈਂ ਇੱਥੇ ਜ਼ਿਕਰ ਕਰਦਾ ਵੀ ਮੈਂ ਕਿਹੜਾ ਸਾਹਿਤ ਪੜ੍ਹਿਆ, ਮੈਂ ਰੂਸ ਦੇ ਇਨਕਲਾਬ ਦਾ ਸਾਰਾ ਸਾਹਿਤ ਪੜ੍ਹਿਆ ਕਿ ਰੂਸ ਦੇ ਮਜ਼ਦੂਰ, ਰੂਸ ਦੇ ਕਿਸਾਨ ਕਿਵੇਂ। ਮੈਂ ਚੀਨ ਦੇ ਕਿਸਾਨਾਂ ਦਾ ਸਾਰਾ ਸਾਹਿਤ ਪੜ੍ਹਿਆ ਜਿਸ ਨੂੰ ਮੌਜ਼ੇ ਤੋਂ ਕਿਹਾ ਜਾਂਦਾ ਹੈ, ਤੇ ਸਾਡੇ ਦੇਸ਼ ਵਿੱਚ ਉਹਦੀ ਭੰਡੀ ਪਾਈ ਜਾਂਦੀ ਹੈ। ਉਹਨੇ ਕਿਸਾਨ ਇਕੱਠੇ ਕੀਤੇ,
ਲਾਇਬ੍ਰੇਰੀਅਨ ਸੀ ਉਹ। ਲਾਇਬ੍ਰੇਰੀ 'ਚ ਬੈਠ ਕੇ ਪੜ੍ਹਦਾ ਰਹਿੰਦਾ ਸੀ। ਮਾਓ ਜ਼ੇ ਤੁੰਗ ਦੀ ਲਿਖੀ ਹੋਈ ਕਿਤਾਬ ਔਨ ਕੰਟਰਡਿਕਸ਼ਨ, ਵਿਰੋਧਤਾਵਾਂ ਉੱਤੇ, ਮੈਂ ਉਹ ਸਾਰੀ ਪੜ੍ਹੀ। ਮੈਂ ਕਿਹਾ ਵੀ ਜੇ ਹਰੇਕ ਦੇਸ਼ ਵਿੱਚ ਜਿਹੜਾ ਮਿਹਨਤਕਸ਼ ਆਦਮੀ ਹੈ, ਭਾਵੇਂ ਕਿਸਾਨ ਹੈ, ਭਾਵੇਂ ਉਹ ਮਜ਼ਦੂਰ ਹੈ, ਭਾਵੇਂ ਉਹ ਸਕੂਲ ਦਾ ਟੀਚਰ ਹੈ, ਭਾਵੇਂ ਵਿਦਿਆਰਥੀ ਹੈ, ਆਫਟਰ ਆਲ ਆਪਾਂ ਆਉਂਦੇ ਤਾਂ ਸਾਰੇ ਉਹਨਾਂ ਪਰਿਵਾਰਾਂ ਚੋਂ ਹੀ ਹੈ ਜਿਹੜੇ ਪਰਿਵਾਰ ਮਿਹਨਤੀ ਪਰਿਵਾਰ ਨੇ। ਤੇ ਫਿਰ ਸਾਨੂੰ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਨਾਲ ਸੰਬੰਧਿਤ ਜਿਹੜੇ ਸਬਜੈਕਟ ਨੇ ਉਹ ਪੜ੍ਹਨੇ ਵੀ ਚਾਹੀਦੇ। ਮੈਂ ਪੜ੍ਹੇ ਵੀ ਨੇ। ਮੈਂ ਹੋਸਟਲ ਦੇ ਵਿੱਚ ਪ੍ਰੋਫੈਸਰ ਪਰਮਿੰਦਰ ਸਿੰਘ ਜੀ ਬੈਠੇ ਨੇ, ਮੈਂ ਹੋਸਟਲ ਦਾ ਇੰਚਾਰਜ ਰਿਹਾ ਬਰਜਿੰਦਰਾ ਕਾਲਜ। ਸਾਡੇ ਹੋਸਟਲ ਵਿੱਚ ਗੁਰਦੁਆਰਾ ਸਾਹਿਬ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਸਵੇਰੇ ਉੱਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਤੇ ਸ਼ਾਮ ਨੂੰ ਸੁਖ ਆਸਣ ਕਰਨਾ, ਤੇ ਬੱਚਿਆਂ ਨੂੰ ਜਿਹੜੇ ਨਿਕਲ ਸਕਦੇ ਸੀ ਵਿੱਚੋਂ ਇਸ ਦੀ ਸਟੱਡੀ ਕਰਨ ਵਾਲੇ, ਉਹਨਾਂ ਨੂੰ ਲਿਆਉਣਾ ਅੱਗੇ। ਤਾਂ ਇਹ ਕੰਮ ਵੀ ਕੀਤਾ ਤੇ ਫਿਰ ਸਟੱਡੀ ਵੀ ਕੀਤੀ। ਸਿੱਖ ਇਤਿਹਾਸ ਦਾ ਜ਼ਿਕਰ ਹੋਇਆ ਸੀ ਇੱਥੇ। ਸਭ ਤੋਂ ਵੱਧ ਇਨਕਲਾਬੀ ਜੇ ਹੋਇਆ ਤਾਂ ਸਿੱਖ ਇਤਿਹਾਸ ਹੋਇਆ। ਪੰਜਾਬ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੈ। ਜੇ ਕਿਸੇ ਨੇ ਮੁਗਲਾਂ ਨੇ ਆਉਣਾ, ਕਿਸੇ ਸਿਕੰਦਰ ਨੇ ਆਉਣਾ, ਕਿਸੇ ਬਾਹਰਲਿਆਂ ਨੇ ਆਉਣਾ, ਚੀਨੀਆਂ ਨੇ ਆਉਣਾ, ਕਿਸੇ ਕਾਬਲ ਕੰਧਾਰ ਵਿੱਚੋਂ ਅਫਗਾਨਾਂ ਨੇ ਆਉਣਾ, ਤਾਂ ਉਹ ਪੰਜਾਬ ਦੇ ਰਾਹੀਂ ਆਉਂਦੇ ਸੀ। ਤੇ ਪੰਜਾਬ ਦਾ ਇਤਿਹਾਸ ਹੈ ਜਿਹੜਾ, ਇਸ ਇਤਿਹਾਸ ਦਾ ਜਨਮਦਾਤਾ ਹੈ ਜਿਹੜਾ, ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤਿੰਨ ਸ਼ਬਦ ਜੇ ਜੁੜ ਜਾਣ। ਇਹਦੇ 'ਚ ਇੱਕ ਜੋੜਿਆ ਨਹੀਂ ਸੀ, ਮੈਂ ਜੋੜ ਦਿੰਦਾ ਜੀ ਕਮਲਜੀਤ ਜੀ, ਇਹਦੇ 'ਚ ਪੰਜਾਬੀਅਤ ਸ਼ਬਦ ਨਹੀਂ ਸੀਗਾ। ਮੈਂ ਕਹਿੰਦਾ ਪੰਜਾਬ ਤਾਂ ਹੈਗਾ, ਪੰਜਾਬੀ ਹੈਗੀ ਆ, ਭਾਸ਼ਾ ਪੰਜਾਬੀ ਪੜਾਂਗੇ। ਪੰਜਾਬੀਅਤ ਹੈ ਜਿਹੜੀ ਕਿ ਪੰਜਾਬੀ ਸੱਭਿਆਚਾਰ, ਪੰਜਾਬੀ ਰੀਤਾਂ ਰਸਮਾਂ ਰਿਵਾਜ, ਪੰਜਾਬ ਦੇ ਲੋਕਾਂ ਦੀ ਸੰਸਕ੍ਰਿਤੀ। ਜੇ ਅੰਗਰੇਜ਼ ਆਉਣਗੇ ਤਾਂ ਪਹਿਲਾਂ ਸਾਡੇ ਸੱਭਿਆਚਾਰ ਤੇ ਹਮਲਾ ਕਰਨਗੇ, ਸਾਡੀ ਭਾਸ਼ਾ ਤੇ ਹਮਲਾ ਕਰਨਗੇ। ਜੇ ਮੁਗਲ ਆਉਣਗੇ, ਸਾਡੇ ਮਕਾਲੇ ਦਾ ਨਾਮ ਸੁਣਿਆ ਹੋਣਾ, ਮਕਾਲੇ ਨੂੰ ਪੜ੍ਹ ਕੇ ਦੇਖੋ, ਮੈਂ ਪੜ੍ਹਿਆ। ਉਹ ਕਹਿੰਦਾ ਸਾਨੂੰ ਭੇਜਿਆ ਹੀ ਇਸ ਲਈ ਗਿਆ ਸੀ, ਪਹਿਲਾਂ ਉਹਨਾਂ ਦੀ ਭਾਸ਼ਾ ਖੋਲੋ ਜਾ ਕੇ, ਫਿਰ ਉਹਨਾਂ ਦਾ ਸੱਭਿਆਚਾਰ ਖੋਲੋ ਤੇ ਤੁਸੀਂ ਆਰਾਮ ਨਾਲ ਹਿੰਦੁਸਤਾਨ ਤੇ ਰਾਜ ਕਰ ਲਓਗੇ। ਤੇ ਕੀਤਾ। ਤੇ ਉਹਨਾਂ ਨੂੰ ਲਾਉਣ ਵਾਸਤੇ ਸਾਨੂੰ ਕੀ ਕੁਛ ਕਰਨਾ ਪਿਆ। ਫਾਂਸੀਆਂ ਤੇ ਝੂਟੇ ਭਗਤ ਸਿੰਘ ਪੈਦਾ ਕਰਨੇ ਪਏ, ਸਾਨੂੰ ਗੁਰੂ ਨਾਨਕ ਵਰਗੇ ਮਹਾਉਪਦੇਸ਼ਕ ਪੈਦਾ ਕਰਨੇ ਪਏ ਕਿ ਜਿਨ੍ਹਾਂ ਨੇ ਚੱਕੀਆਂ ਝੋਲੀਆਂ, ਬਾਬਰ ਦੀ ਚੱਕੀ ਚੋਈ ਤੇ ਨਾਲ ਉਪਦੇਸ਼ ਵੀ ਦਿੱਤੇ ਕਿ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾ ਲੋ। ਵੀ ਮੇਰੀ ਸੁਣ ਲਓ, ਆਹ ਗੱਲ ਹੈ। ਪਾਪ ਕੀ ਜੰਗ ਲੈ ਕਾਮ ਨੂੰ ਧਾਇਆ, ਜੋਰੀ ਮੰਗਿਆ ਦਾਨ ਵੇ ਲਾ ਲੋ। ਕਿ ਜੋਰਾਂ ਨਾਲ, ਧੱਕੇ ਨਾਲ ਆ ਕੇ ਸਾਡੇ ਤੇ ਰਾਜ ਹੋ ਰਿਹਾ। ਹੁਣ ਆਪਾਂ ਸੋਚਣਾ ਇਹ ਹੈ ਕਿਤੇ ਅਸੀਂ ਹਲੇ ਤਾਂ ਨਹੀਂ ਮਾਰ ਖਾ ਰਹੇ, ਹਲੇ ਤਾਂ ਨਹੀਂ ਉਹ ਗੱਲ ਚੱਲ ਰਹੀ। ਸਾਡੀ ਪੰਜਾਬੀਅਤ, ਸਾਡਾ ਸੱਭਿਆਚਾਰ, ਸਾਡੀ ਸੰਸਕ੍ਰਿਤੀ ਕਿਤੇ ਖੋਈ ਤਾਂ ਨਹੀਂ ਜਾ ਰਹੀ। ਜੇ ਖੋਈ ਜਾ ਰਹੀ ਹੈ ਤੇ ਵੀ ਸੁਚੇਤ ਹੋਣਾ ਹੈ, ਤੇ ਨਹੀਂ ਤਾਂ ਫਿਰ ਸੁੱਤੇ ਰਹਿ ਜਾਣਗੇ। ਤੇ ਸੁੱਤਿਆਂ ਨੂੰ ਤਾਂ ਸਾਰੇ ਹੀ ਦੱਬ ਲੈਂਦੇ ਨੇ। ਜੇ ਜਾਗਣਾ ਫਿਰ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਬਣਨਾ ਪਊ। ਨਹੀਂ ਤੁਹਾਨੂੰ ਜਾਤਾਂ 'ਚ ਵੰਡ ਕੇ, ਧਰਮਾਂ 'ਚ ਵੰਡ ਕੇ, ਤੁਹਾਨੂੰ ਵੱਖਰੇ ਵੱਖਰੇ ਸੱਭਿਆਚਾਰਾਂ 'ਚ ਵੰਡ ਕੇ ਰਾਜ ਕਰਨ ਵਾਲੇ ਰਾਜ ਕਰੀ ਜਾਣਗੇ। ਫਿਰ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਬਣ ਕੇ ਕਿ ਤੂੰ ਮਜ਼੍ਹਬੀ ਸਿੱਖ ਹੈ, ਆ ਜਾ, ਮੇਰਾ ਜਰਨੈਲ ਹੈ, ਤੂੰ ਦਰਜੀ ਹੈ, ਤੂੰ ਆ ਜਾ, ਤੂੰ ਆ। ਕੋਈ ਬਿਨਾਂ ਕਿਸੇ ਵਿਤਕਰੇ ਤੋਂ ਆਪਦੀ ਫੌਜ ਵਿੱਚ ਸ਼ਾਮਲ ਕੀਤੇ ਤੇ ਲੜਾਈ
ਕਿਵੇਂ ਸਾਰਥਕ ਬਣਾਈ? ਆਪਦੇ ਬੱਚਿਆਂ ਨੂੰ ਪਹਿਲਾਂ ਤੁਸੀਂ ਜੜੋ ਜੰਗ ਦੇ ਵਿੱਚ ਸ਼ਹੀਦ ਹੋਣਾ, ਨਹੀਂ ਤੁਹਾਡੇ ਨਾਲ ਭਰਤੀ ਨਹੀਂ ਹੋਣਾ ਕਿਸੇ ਨੇ। ਆਪਦੇ ਪਿਓ ਨੂੰ ਪਹਿਲਾਂ ਭੇਜਿਆ, ਜਾ ਕੇ ਸੀਸ ਦੇ ਉੱਥੇ ਕਿ ਲੋੜ ਹੈ। ਆਪ ਤੋਂ ਵੱਡਿਆਂ ਨੂੰ, ਆਪਦੇ ਪਹਿਲੇ ਜਿਹੜੇ ਸੀ ਪਿੱਤਰ ਉਹਨਾਂ ਨੂੰ ਕਿਹਾ ਤੁਸੀਂ ਤੱਤੀ ਤਵੀ ਤੇ ਬੈਠਣਾ। ਜੇ ਤੁਸੀਂ ਤੱਤੀ ਤਵੀ ਤੇ ਨਾ ਬੈਠੇ ਤਾਂ ਲੋਕਾਂ ਨੇ ਤੁਹਾਡਾ ਸਾਥ ਨਹੀਂ ਦੇਣਾ, ਤੇ ਜੇ ਲੋਕ ਸਾਥ ਦੇਣਗੇ ਤਾਂ ਦੇਣਗੇ ਕਿ ਪਹਿਲਾਂ ਮਰਨ ਕਬੂਲ, जीवन की छड़ आस होए सपना की जिनका, तो आओ हमारे पास। तो फिर मेरे पास आयो। मैं तो इन्ना क मैसेज देना सी, थानू दे दिता। समा मैं बहुत लै गया, पर वधाई थानू आ चलता रखो। मैनू याद आ गया, उन्होंने कहा कोई शेर सुना दो। हाँ, एक गल किताबां छपण की गल आई सी। मैं सच दसदा, 25 करोड़ रुपया मैं वंडता। मेरी किताब लेखां दी भी, विवेक बाणी ना थले मैं लेख लिखदा रहा, गुरुआं नाल जोड़ के, ते शायरी दी भी हले पई है, पैसे वल्लियों रुकी पई है, मैं वो छुपा नहीं सकिया। जिहड़ा मैनूं पैसा आया सी, लोकां दा पैसा मैनूं वंडता। पर कुछ शेर है, मैं सुना दिंदा कि मेरे ख्याल कि तुसीं सुने भी होणगे। उहदे विच तीन चार शेर सुना देना मैं, तीन चार सारी याद नहीं आउणी। कि नखलस्तान च उतरन दे लई लंबा सफर मुकाई दा। नखलस्तान मारूथलां दे विच पानी वाला छप्पड़ जां झील हुंदी है, जिथे उठां वाले आपदे जानवरां नूं पानी पिआउंदे ने ते नाल आप पींदे ने, ते आपां उत्थे पहुंचना है। नखलस्तान च उतरन दे लई लम्मा सफर मुकाई दा, बलदा रेगिस्तान ही अपने कदमां हेठ विछाई दा। पानी दी थां पुन्नू पुन्नू, आशिक ने जिहड़े, प्रेमी ने जिहड़े, बहुत वड्डे इनकलाबी हुंदे ने, रुकदे नहीं, इश्क नहीं रुकदा। वारिशां न मुड़ांगी रांझणे तो, भावें बाप दा बाप आवे तो रोको। किवें रोक लूं? मैं तो रांझणे प्रणई हुई हाँ, तेरा दादा आ जाए, तेरा परदादा आ जाए, मैं नहीं मुड़ना। ये साहित्य दा योगदान है क्रांति दे विच। मेरा शेर सीगा कि पुट पहाड़ वगाउने चश्मे फरियादां दी फितरत है। पुट पहाड़ वगाउने चश्मे फरियादां दी फितरत है। पत्थरां विचों शेरी दा बस अक्स ही दिसना चाहिदा। पत्थरां विचों शेरी दा बस अक्स ही दिसना चाहिदा। तुहानूं नजर आ जाए कि ऐस पत्थर दे विच शेरी दी फोटो है। हुण जे पानी दे चश्मे वगाउने पे, पत्थर पट दूंगा मैं। ये फरहाद दी गाथा है। अगे एक शेर है कि हीरा है तो हीर वांगरा, हीरा है तो हीर वांगरा, हीरा है तो हीर वांगरा, माझी दे गल हार बनी। बेले छोड़ बाजार सराफा, तांबे लड़ लग जाईदा। जे तू हीर दा प्रेमी है तो हीर जिवें माझी दे गल लगी रही है, उवें रही। जे छड्ड के सुनियारियां दे बाजार च जा वड़िया, जे व्यापारी बन गया, वेले छोड़ बाजार सराफा, तांबे लड़ लग जाईदा। तांबा रल जूगा तेरे नाल, धनौटीपन आ जूगा, तू असली हो जा। एक अद्धा शेर होर पढ़ देना मैं कि अखां दे अथरू भी इत्थे बोली ते चढ़ जांदे ने। कुमार जी
ਸ਼ਾਇਰੀ ਥੋੜੀ ਪੜ੍ਹਦਾ ਮੈਂ, ਹੁਣ ਵੀ ਪੜ੍ਹਦਾ ਪਹਿਲਾਂ। ਅੱਖਾਂ ਦੇ ਅਥਰੂ ਵੀ ਇੱਥੇ ਬੋਲੀ ਤੇ ਚੜ ਜਾਂਦੇ ਨੇ, ਮੰਡੀ ਵਿੱਚ ਨਹੀਂ ਜਣੇ ਖਣੇ ਨੂੰ ਦਿਲ ਦਾ ਹਾਲ ਸੁਣਾਈਦਾ। ਮੰਡੀ ਵਿੱਚ ਨਹੀਂ ਜਣੇ ਖਣੇ ਨੂੰ ਦਿਲ ਦਾ ਹਾਲ ਸੁਣਾਈਦਾ। ਤਾਂ ਇੱਕ ਸ਼ੇਰ ਦੇ ਨਾਲ ਖਤਮ ਕਰਦਾ ਕਿ ਆਖਰੀ ਸ਼ੇਰ ਹੈ ਕਿ ਕੰਢੇ ਉੱਤੇ ਖੁਰਦਾ ਵੀ ਰੁੱਖ ਬੰਨੀ ਰੱਖਦਾ ਵਹਿਣਾ ਨੂੰ। ਇਹ ਦਲ ਬਦਲੂਆਂ ਬਾਰੇ ਹੈ, ਭਾਵੇਂ ਧਰਮ ਦਾ ਦਲ ਬਦਲਣ, ਭਾਵੇਂ ਸਿਆਸਤ ਦਾ ਦਲ ਬਦਲਣ, ਭਾਵੇਂ ਕੋਈ ਹੋਰ ਦਲ ਬਦਲਣ, ਕਿ ਕੰਢੇ ਉੱਤੇ ਖੁਰਦਾ ਵੀ ਰੁੱਖ ਬੰਨੀ ਰੱਖਦਾ ਵਹਿਣਾ ਨੂੰ। ਐਵੇਂ ਨਹੀਂ ਹਰ ਵਹਿਣ 'ਚ ਬਹਿ ਕੇ ਆਪਣਾ ਮੂਲ ਗਵਾਈਦਾ। ਐਵੇਂ ਨਹੀਂ ਹਰ ਵਹਿਣ 'ਚ ਬਹਿ ਕੇ ਆਪਣਾ ਮੂਲ ਗਵਾਈਦਾ। ਇਹਨਾਂ ਸ਼ਬਦਾਂ ਨਾਲ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਨਮਸਕਾਰ, ਬਹੁਤ ਬਹੁਤ ਧੰਨਵਾਦ। ਧੰਨਵਾਦ ਪ੍ਰੋਫੈਸਰ ਸਾਹਿਬ, ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਇਸ ਸਮਾਗਮ ਸੰਬੰਧੀ ਤੇ ਸਾਹਿਤ ਤੇ ਉਹਦੀ ਮਹੱਤਤਾ ਸੰਬੰਧੀ ਸਾਡੇ ਸਨਮੁਖ ਰੱਖੇ। ਹੁਣ ਮੈਂ ਜਿਹੜੀ ਅੱਜ ਉਸ ਤੋਂ ਪਹਿਲਾਂ ਕਿ ਅਗਲੀ ਰਸਮ ਸ਼ੁਰੂ ਕਰੀਏ, ਮੈਂ ਇਸ ਦੌਰਾਨ ਜੋ ਸਾਡੀਆਂ ਮੁਅੱਜ਼ਜ਼ ਸ਼ਖਸੀਅਤਾਂ ਇਸ ਸਮਾਗਮ ਦੇ ਵਿੱਚ ਹਾਜ਼ਰ ਹੋਈਆਂ ਨੇ, ਕੁਝ ਦਾ ਜ਼ਿਕਰ ਤਾਂ ਪਹਿਲਾਂ ਕੰਵਰਜੀਤ ਸਿੰਘ ਸਿੱਧੂ ਹੋਰਾਂ ਨੇ ਕਰਤਾ, ਜਿਹੜੇ ਰਹਿ ਗਏ ਸੀ ਉਹਨਾਂ ਦਾ ਮੈਂ ਜ਼ਿਕਰ ਕਰ ਰਿਹਾ। ਸੰਦੀਪ ਅਰੋੜਾ ਜੀ, ਇਹ ਸਾਡੇ ਸ਼ਹਿਰ ਦੀ ਬਹੁਤ ਹੀ ਮਤਲਬ ਕਿ ਨਿਰਲੇਪ ਤੇ ਇਮਾਨਦਾਰ ਸਮਾਜ ਸੇਵੀ ਸ਼ਖਸੀਅਤ ਨੇ, ਉਹ ਸਾਡੇ 'ਚ ਹਾਜ਼ਰ ਨੇ, ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਬਰਜਿੰਦਰ ਸਿੰਘ ਜੀ ਪੋਪਲ, ਬਾਬਾ ਫਰੀਦ ਕੁਸ਼ਤੀ ਅਖਾੜਾ ਤੋਂ, ਜਿਹੜੇ ਕਿ ਆਪਣੇ ਸਮੇਂ ਦੇ ਬਹੁਤ ਵਧੀਆ ਕੁਸ਼ਤੀ ਦੇ ਪਹਿਲਵਾਨ ਰਹੇ ਨੇ, ਉਹ ਸਾਡੇ 'ਚ ਹਾਜ਼ਰ ਨੇ। ਕਰਨਲ ਬਲਵੀਰ ਸਿੰਘ ਜੀ ਸਰਾਂ, ਜਿਹੜੇ ਕਿ ਲੰਮਾ ਸਮਾਂ ਫੌਜ ਦੇ ਵਿੱਚ ਨੌਕਰੀ ਕਰਨ ਉਪਰੰਤ ਰਿਟਾਇਰ ਹੋਏ ਨੇ, ਤੇ ਉਹਨਾਂ ਨੇ ਜਿੱਥੇ ਫੌਜ ਦੀ ਜੰਗਾਂ ਦੇ ਸੰਬੰਧ ਵਿੱਚ ਆਪਣੀਆਂ ਲਿਖਤਾਂ ਉਹ ਸਾਹਿਤ ਦੇ ਪਾਠਕਾਂ ਨੂੰ ਦਿੱਤੀਆਂ ਨੇ, ਉੱਥੇ ਉਹਨਾਂ ਦੀ ਸਭ ਤੋਂ ਵੱਡੀ ਦੇਣ ਹੈ ਕਿ ਰਿਆਸਤ ਫਰੀਦਕੋਟ ਦੇ ਸੰਬੰਧ ਵਿੱਚ ਬਹੁਤ ਹੀ ਖੂਬਸੂਰਤ ਕਿਤਾਬ ਉਹਨਾਂ ਨੇ ਪਿੱਛੇ ਇਹ ਪੀਪਲਸ ਫੋਰਮ ਨੇ ਛਾਪੀ ਹੈ, ਉਹ ਦਿੱਤੀ ਹੈ, ਉਹ ਵੀ ਇੱਥੇ ਹਾਜ਼ਰ ਨੇ। ਕਾਮਰੇਡ ਪ੍ਰੇਮ ਕੁਮਾਰ ਜੀ, ਇਹ ਉਹ ਸ਼ਖਸੀਅਤ ਹੈ ਮੇਰੇ ਖਿਆਲ ਕਿ ਜਿਵੇਂ ਮੈਂ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਸੀ ਕਿ ਕਈ ਪੀੜ੍ਹੀਆਂ ਉਹਨਾਂ ਕੋਲੋਂ ਪੜ੍ਹ ਕੇ ਗਈਆਂ ਤੇ ਸਾਹਿਤ ਦੇ ਨਾਲ ਉਹ ਜੁੜੇ ਹੋਏ ਵਿਦਿਆਰਥੀ ਨੇ। ਇਸੇ ਤਰ੍ਹਾਂ ਕਾਮਰੇਡ ਪ੍ਰੇਮ ਕੁਮਾਰ ਸਾਡੇ ਸ਼ਹਿਰ ਦੀ ਉਹ ਸ਼ਖਸੀਅਤ ਹੈ ਕਿ ਜਿਹੜੇ ਪ੍ਰੋਗਰੈਸਿਵ ਬੁੱਕ ਸੈਂਟਰ ਕਿਤਾਬਾਂ ਦੀ ਦੁਕਾਨ ਚਲਾਉਂਦੇ ਨੇ, ਤੇ ਉਹਨਾਂ ਨੇ ਬੜਾ ਲੰਮਾ ਸਮੇਂ ਤੋਂ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਤੇ ਸਾਥੋਂ ਬਾਅਦ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਸਾਹਿਤ ਦੇ ਲੜ ਲਾਇਆ, ਕਿਉਂਕਿ ਇਕੱਲੀ ਦੁਕਾਨ ਹੈ ਇੱਥੇ ਜਿਹੜੀ ਫਰੀਦਕੋਟ ਸ਼ਹਿਰ ਦੇ ਵਿੱਚ ਜਿਹੜੀ ਨਿਰੋਲ ਸਾਹਿਤਕ ਪਾਠ ਪੁਸਤਕਾਂ ਨੂੰ ਉਹਦੀ ਖਰੀਦ ਵੇਚ ਕਰਦੀ ਹੈ। ਤੇ ਉਸ ਤੋਂ ਵੀ ਅੱਗੇ ਉਹ ਆਪ ਪ੍ਰੇਰ ਕੇ ਦੁਕਾਨ ਤੇ ਆਏ ਹੋਏ ਜਿਹੜੇ ਪਾਠਕ ਨੇ, ਉਹਨਾਂ ਨੂੰ ਆਪ ਪ੍ਰੇਰ ਕੇ ਉਹ ਕਿਤਾਬਾਂ ਤੱਕ ਲੈ ਕੇ ਜਾਂਦੇ ਨੇ, ਉਹ ਵੀ ਇੱਥੇ ਸਾਡੇ ਵਿੱਚ ਵਿਰਾਜਮਾਨ ਨੇ। ਇਸ ਤੋਂ ਬਿਨਾਂ ਸਚਦੇਵ ਸਿੰਘ ਗਿੱਲ, ਮਨਮਿੰਦਰ ਸਿੰਘ ਢਿੱਲੋਂ, ਜਿਹੜੇ ਕਿ ਬਹੁਤ ਵਧੀਆ ਸਕੂਲ ਚਲਾ ਰਹੇ ਨੇ ਰਾਈਆਂ ਵਾਲੇ ਦੇ ਵਿੱਚ, ਚਾਹੇ ਇੰਗਲਿਸ਼ ਮੀਡੀਅਮ ਸਕੂਲ ਹੈ ਪਰ ਆਧੁਨਿਕ ਤੌਰ ਤਰੀਕੇ, ਆਧੁਨਿਕ ਟੈਕਨੀਕਾਂ ਦੇ ਨਾਲ ਲੈਸ ਹੈ ਜਿਹੜੀ, ਉਹ ਹਰ ਤਰ੍ਹਾਂ ਦੀ ਮਤਲਬ ਕਿ ਟੈਕਨੀਕ ਹੈ ਜਿਹੜੀ ਵਿਦਿਅਕ ਲੋੜਾਂ ਨੂੰ ਪੂਰੀ ਕਰਦੀ ਹੈ, ਉਹ ਆਪਣੇ ਸਕੂਲ ਦੇ ਵਿੱਚ ਪੂਰੀ ਕਰ ਰਹੇ ਨੇ। ਤੇ ਉਸ ਤੋਂ ਬਿਨਾਂ ਇੱਕ ਉਹ ਸਕੂਲ ਦੀ ਖੂਬਸੂਰਤੀ ਹੋਰ ਇਹ ਹੈ ਕਿ ਉਹ ਖੁਦ ਵੀ ਸਾਹਿਤ ਦੇ ਨਾਲ ਜੁੜੇ ਹੋਏ ਨੇ, ਤੇ ਉਹਨਾਂ ਨੇ ਆਪਦੇ ਸਕੂਲ ਦੇ ਵਿੱਚ ਇੱਕ ਬਹੁਤ ਹੀ ਵੱਡੀ ਵਿਸ਼ਾਲ ਲਾਇਬ੍ਰੇਰੀ ਕਾਇਮ ਰੱਖੀ ਹੋਈ ਹੈ, ਤੇ ਹਰ ਕਲਾਸ ਨੂੰ ਇੱਕ ਲਾਇਬ੍ਰੇਰੀ ਦਾ ਪੀਰੀਅਡ ਉਹ ਲਾਜ਼ਮੀ ਤੌਰ ਤੇ ਨਿਸ਼ਚਿਤ ਕੀਤਾ ਹੋਇਆ। ਇਹ ਬਹੁਤ ਘੱਟ ਸਕੂਲਾਂ 'ਚ ਕੀ ਕਿ ਹੁਣ ਮੇਰੇ ਖਿਆਲ ਬਹੁਤੇ ਸਕੂਲ ਇਹ ਪਰੰਪਰਾ ਛੱਡ ਚੁੱਕੇ ਨੇ, ਤੇ ਉਹਨਾਂ ਦਾ ਇਸ ਗੱਲੋਂ ਵੀ ਬਹੁਤ ਅਸੀਂ ਧੰਨਵਾਦੀ ਹਾਂ। ਇਹਨਾਂ ਤੋਂ ਬਿਨਾਂ ਮੁਕਤਸਰ ਤੋਂ ਮੀਨਾਕਸ਼ੀ ਜੀ, ਜਿਹੜੇ ਕਿ ਆਪਦੀਆਂ ਸਾਹਿਤਕ ਕਿਰਤਾਂ ਨਾਲ ਫੇਸਬੁੱਕ ਦੇ ਉੱਤੇ ਨਵਾਜਦੇ ਰਹਿੰਦੇ ਨੇ, ਉਹ ਵੀ ਪਹੁੰਚੇ ਨੇ। ਉਸ ਤੋਂ ਬਿਨਾਂ ਇੱਕ ਮੀਡੀਆ ਦੀ ਚਰਚਿਤ ਸ਼ਖਸੀਅਤ ਜਿਹੜੀ ਕਿ ਬੇਬਾਕ ਹੋ ਕੇ
ਪੱਤਰਕਾਰੀ ਦੇ ਖੇਤਰ 'ਚ ਕੰਮ ਕਰ ਰਹੀ ਹੈ। ਸਾਡਾ ਛੋਟਾ ਵੀਰ ਜਸਵੀਰ ਸਿੰਘ ਮੁਕਤਸਰ, ਉਹ ਸਾਡੇ ਵਿੱਚ ਬਿਰਾਜਮਾਨ ਹੈ। ਅਸੀਂ ਉਸ ਦਾ ਵੀ ਧੰਨਵਾਦ ਕਰਦੇ ਹਾਂ। ਤੇ ਅਖੀਰ ਦੇ ਵਿੱਚ ਲਾਲ ਸਿੰਘ ਕਲਸੀ ਜੀ, ਜਿਹੜੇ ਕਿ ਮਤਲਬ ਕਿ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਸਭਾ ਫਰੀਦਕੋਟ ਦੇ ਨਾਲ ਜੁੜੇ ਹੋਏ ਨੇ, ਉਹ ਵੀ ਸਾਡੇ ਵਿੱਚ ਬਿਰਾਜਮਾਨ ਨੇ। ਤੇ ਇੱਕ ਹੋਰ ਸ਼ਖਸੀਅਤ ਨੌਜਵਾਨ ਗਜ਼ਲਗੋ ਮਨਜੀਤ ਪੁਰੀ, ਸਾਡਾ ਛੋਟਾ ਵੀਰ, ਜਿਹੜਾ ਕਿ ਅੱਜ ਦੀ ਪੀੜ੍ਹੀ ਦਾ ਸਥਾਪਤ ਵੀ ਕਹਿ ਸਕੂੰਗਾ ਮੈਂ, ਸਥਾਪਤ ਔਰ ਬਿਹਤਰੀਨ ਗਜ਼ਲਗੋ, ਜਿਨੇ ਮਤਲਬ ਕਿ ਪੰਜਾਬੀ ਗਜ਼ਲ ਨੂੰ ਇੱਕ ਨਵੀਂ ਪਲਾਂਘ ਦੇ ਕੇ ਅੱਗੇ ਲੈ ਕੇ ਗਿਆ ਹੈ। ਮਨਜੀਤ ਪੁਰੀ, ਉਹ ਵੀ ਸਾਡੇ 'ਚ ਬਿਰਾਜਮਾਨ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਸ ਤੋਂ ਅੱਗੇ ਮੈਂ ਲਿਖਾਰੀ ਸਭਾ ਸਾਧਕ ਦੇ ਲਗਭਗ ਸਾਰੇ ਅਹੁਦੇਦਾਰ, ਨਾਂ ਤਾਂ ਚਲੋ ਮੈਂ ਨਾ ਹੀ ਬੋਲਾਂਗਾ, ਦਰਜਾ ਬਦਰਜਾ ਜਿੰਨੇ ਵੀ ਇੱਥੇ ਹਾਜ਼ਰ ਨੇ, ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹ ਇਸ ਸਮਾਗਮ ਵਿੱਚ ਚੱਲ ਕੇ ਆਏ। ਤੇ ਇਸ ਤੋਂ ਅਗਲੀ ਰਸਮ ਹੈ ਜਿਹੜੀ, ਉਹ ਅਸੀਂ ਜਿਹੜੇ ਅੱਜ ਦੀ ਸਨਮਾਨਿਤ ਸ਼ਖਸੀਅਤ ਹੈ, ਅਸੀਂ ਉਹਨਾਂ ਦਾ ਪਹਿਲਾਂ ਸਨਮਾਨ ਕਰਾਂਗੇ ਤੇ ਬਾਅਦ ਤੋਂ ਭੈਣ ਹਰਪਿੰਦਰ ਰਾਣਾ ਜੀ ਤੋਂ ਉਹਨਾਂ ਦੀ ਜਿਹੜੀ ਸਾਹਿਤਕ ਸਫ਼ਰ ਹੈ ਤੇ ਜਾਂ ਜਿਹੜਾ ਨਾਵਲ ਹੈ ਜਿਸ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ, ਕੀ ਜਾਣਾ ਮੈਂ ਕੌਣ, ਉਹਦੇ ਸੰਬੰਧੀ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਮੈਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਬੇਨਤੀ ਕਰਦਾ ਕਿ ਉਹ ਸਟੇਜ ਦੇ ਬਿਲਕੁਲ ਹੇਠਲੇ ਪਾਸੇ ਸਾਹਮਣੇ ਆ ਕੇ ਇਕੱਠੇ ਹੋ ਜਾਣ, ਤਾਂ ਜੋ ਸਨਮਾਨ ਦੀ ਜਿਹੜੀ ਉਹ ਰਵਾਇਤੀ ਰਸਮ ਹੈ, ਕਿਉਂਕਿ ਇਹਦੇ ਵਿੱਚ ਅਸੀਂ ਕਿਸੇ ਚੀਫ ਗੈਸਟ ਨੂੰ ਵਿੱਚ ਸ਼ਾਮਲ ਨਹੀਂ ਕਰ ਰਹੇ। ਸੋ ਅਸੀਂ ਮੁਆਫੀ ਚਾਹਾਂਗਾ ਦਰਜਾ ਬਦਰਜਾ ਦੂਜੀਆਂ ਸ਼ਖਸੀਅਤਾਂ ਤੋਂ ਕਿ ਫਾਊਂਡੇਸ਼ਨ ਦੇ ਮੈਂਬਰ ਹੀ ਉਹ ਇਸ ਸਨਮਾਨਿਤ ਸ਼ਖਸੀਅਤ ਦਾ ਸਨਮਾਨ ਕਰਨਗੇ। ਮੈਂ ਸੋ ਬੇਨਤੀ ਕਰਦਾ ਫਾਊਂਡੇਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਕਿ ਉਹ ਸਟੇਜ ਦੇ ਅਗਲੇ ਪਾਸੇ ਆ ਜਾਣ, ਤਾਂ ਜੋ ਸਨਮਾਨ ਦੀ ਜਿਹੜੀ ਉਹ ਰਸਮ ਹੈ ਉਹ ਅਦਾ ਕੀਤੀ ਜਾ ਸਕੇ। ਉਹਦੇ ਬਾਪ ਦਾ ਬਾਪ ਸਰਕਾਰੀ ਕਾਲਜ ਫॉर ਐਜੂਕੇਸ਼ਨ ਦੇ ਇਸ ਹਾਲ ਦੇ ਵਿੱਚ ਬਿਰਾਜਮਾਨ ਸਾਰੀਆਂ ਮੁਅੱਜ਼ਜ਼ ਸ਼ਖਸੀਅਤਾਂ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਸੱਦੇ ਉੱਤੇ ਔਰ ਉਹਨਾਂ ਵੱਲੋਂ ਦਿੱਤੇ ਗਏ ਸਨਮਾਨ ਦੀ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਤੇ ਸਭ ਤੋਂ ਪਹਿਲਾਂ ਮੈਂ ਸੂਫੀ ਸੰਤ ਮਹਾਨ ਸਾਡੇ ਜਿਨ੍ਹਾਂ ਦੀ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਕਲਨ ਕੀਤਾ ਗਿਆ, ਸੰਤ ਬਾਬਾ ਫਰੀਦ ਜੀ ਸ਼ੱਕਰਗੰਜ ਜੀ, ਉਹਨਾਂ ਦੇ ਨਾਮ ਤੇ ਜਿਨ੍ਹਾਂ ਦੇ ਨਾਮ ਤੇ ਮੈਨੂੰ ਇਹ ਸਨਮਾਨ ਦਿੱਤਾ ਗਿਆ, ਮੈਂ ਉਹਨਾਂ ਨੂੰ ਨਮਨ ਕਰਦੀ ਹਾਂ ਕਿ ਮੈਂ ਬਹੁਤ ਅੱਜ ਉੱਚਾ ਮਹਿਸੂਸ ਕਰ ਰਹੀ ਹਾਂ ਆਪਣੇ ਆਪ ਨੂੰ ਕਿ ਮੈਂ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਹਾਂ ਔਰ ਉਹਨਾਂ ਦੇ ਨਾਮ ਤੇ ਜਿਹੜਾ ਸਨਮਾਨ ਆ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਦਿੱਤਾ ਜਾ ਰਿਹਾ। ਬਾਕੀ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਵਾਕਈ ਪਹਿਲਾਂ ਮੈਂ ਸੁਣਦੀ ਹੁੰਦੀ ਸੀ ਕਿ ਦੁਨੀਆ ਗੋਲ ਹੈ, ਜਿੱਥੋਂ ਤੁਸੀਂ ਸ਼ੁਰੂ ਹੁੰਦੇ ਹੋ ਉੱਥੋਂ ਹੀ ਤੁਸੀਂ ਆ ਕੇ ਫਿਰ ਵਾਪਸ ਪਹੁੰਚ ਜਾਂਦੇ ਹੋ। ਜਿਵੇਂ ਉਹ ਕੈਂਪਲੂਨ ਦੀਆਂ ਮੱਛੀਆਂ ਸਾਰੀ ਉਮਰ ਤੈਅ ਕਰਕੇ ਅਖੀਰ ਤੇ ਵੀ ਉੱਥੇ ਹੀ ਆਉਂਦੀਆਂ। ਤਾਂ ਮੈਂ ਇਸ ਗੱਲ ਦੀ ਗਵਾਹ ਕਿ ਮੈਂ 1999 ਦੇ ਵਿੱਚ ਪਹਿਲੀ ਵਾਰ ਇਸ ਸ਼ਹਿਰ ਵਿੱਚ ਆਈ ਸੀ। ਇਸ ਸ਼ਹਿਰ ਵਿੱਚ ਮੇਰੇ ਮਾਸੀ ਜੀ ਰਹਿੰਦੇ, ਗੁਰਦੇਵ ਕੌਰ, ਉਹ ਮੈਨੂੰ ਚੁੱਕ ਕੇ ਲੈ ਕੇ ਆਏ ਸੀ ਜਦ ਮੈਨੂੰ 8ਵੀਂ ਤੋਂ ਬਾਅਦ ਪੜ੍ਹਨੋਂ ਹਟਾ ਲਿਆ ਗਿਆ ਸੀ ਤੇ ਮੇਰੀ ਜ਼ਿੰਦਗੀ ਸੀ ਜਿਹੜੀ ਉਹ ਇੱਕ ਹਨੇਰੇ 'ਚ ਚਲੀ ਗਈ ਸੀ। ਤਾਂ ਸਭ ਤੋਂ ਪਹਿਲਾਂ ਇਸ ਫਰੀਦਕੋਟ ਸ਼ਹਿਰ ਦੀ ਧਰਤੀ ਨੇ ਮੇਰੇ ਮਾਸੀ ਜੀ ਦੇ ਥਰੂ ਮੈਨੂੰ ਉਹ ਰੋਸ਼ਨੀ ਦਿੱਤੀ ਕਿ ਮੇਰਾ ਜਿਹੜਾ ਵਾਹ ਹੈਗਾ ਉਹ ਪੜ੍ਹਾਈ ਦੇ ਨਾਲ ਪਵੇ। ਤਾਂ 1999 ਦੇ ਵਿੱਚ ਜਿਹੜੀ ਡੋਗਰ ਬਸਤੀ ਆ ਉੱਥੇ ਮੈਂ ਆ ਕੇ ਰਹਿਣਾ ਸ਼ੁਰੂ ਕੀਤਾ ਸੀ ਔਰ
7 ਨੰਬਰ ਗਲੀ ਦੇ ਵਿੱਚ ਸੁਖਜੀਤ ਮੰਗੇੜਾ ਸਰ ਦੀ ਅਕੈਡਮੀ ਹੁੰਦੀ ਸੀ। ਮੈਂ ਉਹਨਾਂ ਨੂੰ ਵੀ ਨਮਨ ਕਰਦੀ ਹਾਂ ਕਿ ਮੈਂ ਉਹਨਾਂ ਕੋਲੇ ਪੜ੍ਹਨਾ ਸ਼ੁਰੂ ਕੀਤਾ ਸੀ। ਔਰ ਇੱਥੋਂ ਹੀ ਜਿਹੜਾ ਮੇਰਾ ਸਾਹਿਤਿਕ ਸਫ਼ਰ ਹੈਗਾ, ਇੱਥੋਂ ਇਸ ਫਰੀਦਕੋਟ ਦੀ ਧਰਤੀ ਤੋਂ ਹੀ ਸ਼ੁਰੂ ਹੋਇਆ। ਜਦ ਮੇਰੇ ਮਾਸੀ ਜੀ ਦੇ ਉੱਪਰ ਚੁਬਾਰੇ ਦੇ ਵਿੱਚ ਕਾਮਰੇਡ ਸੁਰਜੀਤ ਗਿੱਲ ਦੇ ਨਾਲ ਮੇਰਾ ਮੇਲ ਹੋਇਆ, ਤਾਂ ਮੈਨੂੰ ਲੱਗਦਾ ਹੁੰਦਾ ਕਿ ਫਰੀਦਕੋਟ ਸ਼ਹਿਰ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਆ, ਜਿਨੇ ਮੇਰੀ ਲਾਈਫ ਨੂੰ ਇੱਕ ਕੂਣੀ ਮੋੜ ਦੀ ਤਰ੍ਹਾਂ ਮੋੜਿਆ। ਤੇ ਮੈਂ ਜਦ ਇੱਥੇ ਆਈ ਸੀ 1999 ਦੇ ਵਿੱਚ, ਤਾਂ ਸਿਰਫ ਰਿੰਪੀ ਸੀ, ਤੇ ਅੱਜ ਮੈਨੂੰ ਹਰਪਿੰਦਰ ਰਾਣਾ ਬਣਨ ਦਾ ਜਿਹੜਾ ਮਾਣ ਹੈਗਾ, ਤੇ ਅੱਜ ਇਸੇ ਸ਼ਹਿਰ ਨੇ ਉਸ ਚੀਜ਼ ਤੇ ਮੋਹਰ ਲਗਾਈ ਹੈ ਕਿ ਮੈਂ ਅੱਜ ਆਪਣੀ ਜਿਹੜੀ ਜ਼ਿੰਦਗੀ ਹੈਗੀ ਆ ਉਹਨੂੰ ਇੱਕ ਖਾਸ ਮੁਕਾਮ ਤੇ ਲੈ ਕੇ ਜਾ ਚੁੱਕੀ ਹੈਗੀ ਆ। ਔਰ ਇਸ ਸ਼ਹਿਰ ਦੇ ਉਹ ਸਾਰੇ ਜਿਹੜੀਆਂ ਯਾਦਾਂ ਜੁੜੀਆਂ ਹੋਈਆਂ ਮੈਨੂੰ ਭੁੱਲਦੀਆਂ ਨਹੀਂ ਹੈਗੀਆਂ, ਕਿਉਂਕਿ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਰਹੀ ਹੈਗੀ ਆ, ਤੁਹਾਨੂੰ ਪਤਾ ਹੀ ਆ, ਅਕਸਰ ਤੁਸੀਂ ਸੁਣਿਆ ਵੀ ਹੋਊਗਾ, ਬਹੁਤ ਸਾਰੀਆਂ ਪ੍ਰੋਬਲਮਸ ਦੇ ਵਿੱਚ ਗੁਜ਼ਰੀ ਆ। ਪਰ ਪ੍ਰੋਬਲਮਸ ਦੇ ਵਿੱਚੋਂ ਕੱਢਣ ਵਾਸਤੇ ਤੁਹਾਨੂੰ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਸਹਾਇਕ ਲੋਕ ਮਿਲਦੇ ਆ। ਉਹ ਮੇਰੇ ਮਾਸੀ ਜੀ ਦਾ ਵੱਡਾ ਬੇਟਾ ਯਾਦਵਿੰਦਰ, ਛੋਟਾ ਬੇਟਾ ਗੁਰਪ੍ਰੀਤ, ਉਹਨਾਂ ਨੇ ਮੈਨੂੰ ਥੋੜਾ ਥੋੜਾ ਜ਼ਿੰਦਗੀ ਦੇ ਨਾਲ ਵਾਬਸਤਾ ਕਰਵਾਇਆ। ਵੀਰ ਜੀ ਮੈਨੂੰ ਸਾਈਕਲ ਤੇ ਬਿਠਾ ਕੇ ਲੈ ਗਏ, ਉਦੋਂ ਸਾਈਕਲ ਕੈਰੀਅਰ ਵਾਲਾ ਸਾਈਕਲ ਹੁੰਦਾ ਸੀ। ਮੈਨੂੰ ਕਹਿੰਦੇ ਜੇ ਤੂੰ ਡਰੇਂਗੀ ਤਾਂ ਤੈਨੂੰ ਸੜਕ ਦੇ ਵਿਚਕਾਰ ਸੁੱਟ ਦੂੰਗਾ ਤੇ ਮੈਂ ਘਰੇ ਚਲਾ ਜਾਊਂਗਾ, ਤੇ ਜੇ ਤੂੰ ਨਹੀਂ ਡਰੇਂਗੀ ਤਾਂ ਤੈਨੂੰ ਮੈਂ ਹਰ ਸ਼ਨੀਵਾਰ ਝੂਟਾ ਦੇਣ ਲੈ ਕੇ ਆਇਆ ਕਰੂੰਗਾ। ਸੋ ਉਸ ਝੂਟੇ ਦੇ ਲਾਲਚ ਦੇ ਵਿੱਚ ਮੈਂ ਡਰਨਾ ਭੁੱਲ ਗਈ। ਯਾਨੀ ਕਿ ਜਿਸ ਤਰ੍ਹਾਂ ਸ਼ੱਕਰਗੰਜ ਸ਼ੇਖ ਫਰੀਦ ਜੀ ਨੂੰ ਬਾਣੀ ਦੇ ਨਾਲ ਜੋੜਨ ਦੇ ਲਈ ਉਹਨਾਂ ਦੇ ਮਦਰ ਹੈ, ਉਹਨਾਂ ਦੇ ਜਿਹੜਾ ਜਿੱਥੇ ਪਾਠ ਕਰਦੇ ਸੀ ਉੱਥੇ ਸ਼ੱਕਰ ਰੱਖਦੇ ਹੁੰਦੇ ਸੀਗੇ ਵੀ ਇਹ ਤੈਨੂੰ ਮਿਲੂਗੀ। ਮੈਨੂੰ ਲੱਗਦਾ ਸੀ ਕਿ ਮੈਨੂੰ ਵੀ ਉਹ ਝੂਟਾ ਜਿਹੜਾ ਹੈਗਾ ਉਹ ਮਿਲਿਆ, ਜਿਹਦੇ ਕਰਕੇ ਮੇਰੇ ਅੰਦਰੋਂ ਜਿਹੜਾ ਡਰ ਹੈਗਾ ਸੀ ਉਹ ਨਿਕਲਣਾ ਸ਼ੁਰੂ ਹੋਇਆ। ਤਾਂ ਇਹ ਸ਼ਹਿਰ ਮੇਰੇ ਲਈ ਉਹ ਸ਼ਹਿਰ ਆ ਜਿੱਥੇ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋਈਆਂ। ਤੇ ਅੱਜ ਸਭ ਤੋਂ ਵੱਡੀ ਮੇਰੀ ਜ਼ਿੰਦਗੀ ਦੀ ਜਿਹੜੀ ਖੁਸ਼ੀ ਆ ਉਹ ਵੀ ਮੈਨੂੰ ਇਸ ਸ਼ਹਿਰ ਦੀ ਜਿਹੜੀ ਸੰਸਥਾ ਹੈਗੀ ਆ ਉਹਦੇ ਵੱਲੋਂ ਦਿੱਤੀ ਗਈ ਹੈਗੀ ਆ। ਸੋ ਜੇ ਮੈਂ ਗੱਲ ਕਰਾਂ ਤਾਂ ਇਸ ਸ਼ਹਿਰ ਦੇ ਨਾਲ ਤੁਹਾਨੂੰ ਪਤਾ ਕਿ ਮੇਰਾ ਬਹੁਤ ਪੁਰਾਣਾ ਰਿਸ਼ਤਾ, ਔਰ ਮੈਂ ਆਪਣੀ ਪਹਿਲੀ ਕਵਿਤਾ ਵੀ ਇਸੇ ਸ਼ਹਿਰ ਦੇ ਵਿੱਚ ਲਿਖੀ ਸੀ ਉਹਨਾਂ ਦਿਨਾਂ ਦੇ ਵਿੱਚ ਜਦ ਮੈਂ ਆਈ ਸੀ ਇੱਥੇ 1999 ਦੇ ਵਿੱਚ। ਤਾਂ ਉੱਥੋਂ ਥੋੜਾ ਅੱਗੇ ਪਿੱਛੇ ਹੀ ਸਫਦਰ ਹਾਸ਼ਮੀ ਜੀ ਨੂੰ ਤੀਜੀ ਅੱਖ ਰੱਖਣ ਦੇ ਦੋਸ਼ ਦੇ ਵਿੱਚ ਕਤਲ ਕਰ ਦਿੱਤਾ ਸੀ। ਤਾਂ ਮੈਂ ਆਪਣੀ ਪਹਿਲੀ ਕਵਿਤਾ ਵੀ ਉਹਨਾਂ ਦੇ ਨਾਮ ਹੀ ਲਿਖੀ ਸੀ। ਤਾਂ ਕਾਮਰੇਡ ਸੁਰਜੀਤ ਗਿੱਲ ਨੇ ਮੈਨੂੰ ਇਹ ਸਾਰੀਆਂ ਗੱਲਾਂ ਦੇ ਨਾਲ ਮੇਰਾ ਵਾਹ ਪਵਾਇਆ, ਮੇਰੀ ਉਂਗਲ ਫੜ ਕੇ ਮੈਨੂੰ ਸਾਹਿਤ ਦੇ ਲੜ ਲਾਇਆ। ਔਰ ਉਹਨਾਂ ਨੇ ਮੈਨੂੰ 2-3 ਗੱਲਾਂ ਜਿਹੜੀਆਂ ਸਮਝਾਈਆਂ ਸੀਗੀਆਂ, ਉਹਨਾਂ ਵਿੱਚੋਂ ਇੱਕ ਇਹ ਸੀਗੀ ਵੀ ਤੁਸੀਂ ਸਮਾਜ ਦੇ ਵਿੱਚ ਅੰਨ ਖਾਣ ਦੇ ਲਈ ਪੈਦਾ ਨਹੀਂ ਹੋਏਗੇ। ਮਤਲਬ ਜੇ ਤੁਸੀਂ ਪੈਦਾ ਹੋਏ ਹੋ ਤਾਂ ਤੁਸੀਂ ਇਸ ਸਮਾਜ ਨੂੰ ਕੁਛ ਨਾ ਕੁਛ ਚੰਗਾ ਜ਼ਰੂਰ ਦੇ ਕੇ ਜਾਓ, ਚਾਹੇ ਉਹ ਕਿਸੇ ਵੀ ਕਿਸਮ 'ਚ ਹੋਵੇ। ਤੁਸੀਂ ਉਹਨਾਂ ਲੋਕਾਂ ਲਈ ਘੱਟੋ ਘੱਟ ਖੜੋ ਜਿਨ੍ਹਾਂ ਨੂੰ ਹਾਸ਼ੀਏ ਤੋਂ ਦੂਰ ਹੈ ਜਿਹੜਾ ਉਹ ਧੱਕਿਆ ਜਾਂਦਾ ਹੈਗਾ। ਤਾਂ ਮੈਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੀ ਉਹ ਆਪਣੇ ਲੜ ਨਾਲ ਬੰਨੀਆਂ। ਅੱਜ ਤੱਕ ਵੀ ਮੈਂ ਉਹਨਾਂ ਤੇ ਤੁਰ ਰਹੀ ਹਾਂ। ਉਹਨਾਂ ਕਰਕੇ ਹੀ ਮੈਂ ਰਸ਼ੀਅਨ ਸਾਹਿਤ ਪੜ੍ਹਿਆ, ਬਹੁਤ ਜ਼ਿਆਦਾ ਪੜ੍ਹਿਆ, ਨਿੱਠ ਕੇ ਪੜ੍ਹਿਆ, ਉਹਨਾਂ ਨਾਲ ਮੇਰੇ ਵਿਚਾਰ ਵਟਾਂਦਰੇ ਹੋਏ। ਤਾਂ ਮੈਨੂੰ ਅੱਜ ਵੀ ਸਾਰਾ ਕੁਝ ਉਵੇਂ ਉਵੇਂ ਜਦੋਂ ਮੈਂ ਬੈਠੀ ਸੁਣ ਰਹੀ ਸੀ ਯਾਦ ਆ ਰਿਹਾ ਸੀ, ਜਿਸ ਤਰ੍ਹਾਂ ਸਾਧੂ ਸਿੰਘ ਸਰ ਗੱਲ ਕਰ ਰਹੇ ਸੀ ਕਿ ਇਨਸਾਨ ਜਿਹੜਾ ਬਣਨਾ ਹੈਗਾ, ਤੁਸੀਂ ਚੰਗੇ ਇਨਸਾਨ ਬਣ ਜਾਓਗੇ ਤਾਂ ਉਹ ਸਾਰਾ ਕੁਝ ਆਪਣੇ ਆਪ ਹੀ ਆ ਜਾਊਗਾ। ਕਿਉਂਕਿ ਕਹਿੰਦੇ ਨੇ ਕਿ ਫਰਿश्तों से बेहतर है इंसान बनना मगर इस पे लगती है ਮਿਹਨਤ ਜ਼ਿਆਦਾ। ਪਰ ਜੇ ਅਸੀਂ ਉਹ ਮਿਹਨਤ ਕਰ ਲੈਂਦੇ ਆ ਤਾਂ ਅਸੀਂ ਵਾਕਈ ਉਸ ਮਕਾਮ ਤੱਕ ਪਹੁੰਚਦੇ ਆ। ਕਿਉਂਕਿ ਕਾਮਰੇਡ ਸੁਰਜੀਤ ਗਿੱਲ ਨੇ ਮੈਨੂੰ ਇਹ ਗੱਲ ਸਮਝਾਈ ਸੀ ਕਿ ਸਮਾਜ ਦੇ ਲਈ ਤੁਸੀਂ 2 ਤਰੀਕਿਆਂ ਨਾਲ ਕੰਮ ਕਰ ਸਕਦੇ ਹੋ। ਇੱਕ ਤਾਂ ਗ੍ਰਾਸ ਰੂਟ ਲੈਵਲ ਤੇ ਥੱਲੇ ਉਤਰ ਕੇ ਤੁਸੀਂ ਉਹਨਾਂ ਦੇ ਨਾਲ ਖੜੋ, ਉਹਨਾਂ ਦੇ ਵੱਲੋਂ ਲੜੋ। ਤੇ ਜੇ ਤੁਸੀਂ
ਇਸ ਸਥਿਤੀ ਵਿੱਚ ਨਹੀਂ ਹੋ ਕਿ ਉਹਨਾਂ ਦੇ ਨਾਲ ਖੜ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਚੱਕ ਸਕੋ, ਤਾਂ ਤੁਹਾਡੀ ਕਲਮ ਦੇ ਵਿੱਚ ਉਨੀ ਤਾਕਤ ਹੋਣੀ ਚਾਹੀਦੀ ਆ ਕਿ ਤੁਹਾਡੀ ਕਲਮ ਇੱਕ ਧਿਰ ਬਣ ਜਾਵੇ ਤੇ ਉਹਨਾਂ ਦੀ ਗੱਲ ਕਰੇ। ਤਾਂ ਮੈਂ ਕੁਝ ਦੇਰ ਲਈ ਫੀਲਡ ਵਿੱਚ ਵੀ ਕੰਮ ਕੀਤਾ, ਮੈਂ ਜਨਵਾਦੀ ਇਸਤਰੀ ਸਭਾ ਦੇ ਨਾਲ ਕੰਮ ਕਰਦੀ ਰਹੀ ਹਾਂ। ਤਾਂ ਉਹਨਾਂ ਦੇ ਨਾਲ ਕੰਮ ਕੀਤੇ ਤਜਰਬਿਆਂ ਵਿੱਚੋਂ ਹੀ ਮੇਰੀ ਪਹਿਲੀ ਕਿਤਾਬ ਆਈ ਸੀ ਬਿਨ ਪਰੋਂ ਪਰਵਾਜ਼, ਜਿਹਦੇ ਵਿਚਲੀਆਂ ਜਿਹੜੀਆਂ ਨਜ਼ਮਾਂ ਸੀਗੀਆਂ ਉਹ ਖੇਤ ਮਜ਼ਦੂਰ ਔਰਤਾਂ ਦੇ ਬਾਰੇ ਵਿੱਚ ਲਿਖੀਆਂ ਗਈਆਂ ਨਜ਼ਮਾਂ ਸੀਗੀਆਂ। ਪਰ ਮੈਨੂੰ ਲੱਗਿਆ ਕਿ ਸ਼ਾਇਦ ਜਿਹੜੀ ਕਵਿਤਾ ਹੈਗੀ ਆ ਉਹਦਾ ਦਾਇਰਾ ਮੈਨੂੰ ਛੋਟਾ ਲੱਗਿਆ ਤੇ ਮੈਂ ਉਸ ਦਾਇਰੇ ਤੋਂ ਵੱਡਾ ਮਤਲਬ ਕੰਮ ਕਰਨਾ ਚਾਹੁੰਦੀ ਸੀ। ਤਾਂ ਮੈਂ ਨਾਵਲ ਦੇ ਖੇਤਰ ਵਿੱਚ ਯਾਨੀ ਗਲਪ ਦੇ ਖੇਤਰ ਵਿੱਚ ਆਈ। ਤਾਂ ਗਲਪ ਦੇ ਖੇਤਰ 'ਚ ਜਦੋਂ ਮੈਨੂੰ ਆਈ, ਜਦੋਂ ਮੇਰੀ ਸਿੱਖਿਆ ਇਹੀ ਸੀਗੀ ਵੀ ਤੁਹਾਡੀ ਕਲਮ ਆ ਜਿਹੜੀ ਉਹ ਉਹਨਾਂ ਲੋਕਾਂ ਦੇ ਨਾਲ ਖੜਨੀ ਚਾਹੀਦੀ ਆ ਜਿਹੜੇ ਹਾਸ਼ੀਏ ਤੋਂ ਧੱਕੇ ਹੋਏ ਨੇ। ਮੇਰਾ ਪਹਿਲਾ ਨਾਵਲ ਨਿਰਭਉ ਨਿਰਵੈਰ 2012 ਚ ਆਇਆ। ਉਹਦੇ ਵਿੱਚ ਚਾਹੇ ਕਿ ਉਹ ਕਾਮਰੇਡ ਸੁਰਜੀਤ ਗਿੱਲ ਦੇ ਨਾਲ ਬਿਤਾਏ ਹੋਏ ਮੇਰੀ ਜ਼ਿੰਦਗੀ ਦੇ 21 ਸਾਲ, ਉਹਨਾਂ ਦੇ ਨਾਲੋਂ ਤਜਰਬੇ ਜਿਹੜੇ ਮੈਂ ਹਾਸਲ ਕੀਤੇ ਸੀ, ਔਰ ਉਹਨਾਂ ਦੀ ਜ਼ਿੰਦਗੀ ਮੇਰੇ ਲਈ ਇੱਕ ਮਿਸਾਲ ਸੀ, ਮੇਰੇ ਸਾਹਮਣੇ ਇੱਕ ਉਦਾਹਰਨ ਸੀ ਕਿ ਸਾਡੇ ਪੰਜਾਬੀ ਸਾਹਿਤ ਦੇ ਵਿੱਚੋਂ ਜਦੋਂ ਮੈਂ ਉਦੋਂ ਲਿਖਣਾ ਸ਼ੁਰੂ ਕੀਤਾ ਤਾਂ ਨਾਇਕ ਹੈ ਜਿਹੜਾ ਉਹ ਗਾਇਬ ਹੋ ਚੁੱਕਿਆ ਸੀ। ਅਸਲੀ ਜ਼ਿੰਦਗੀ ਵਿੱਚੋਂ ਵੀ ਜਿਹੜਾ ਅਸਲੀ ਨਾਇਕ ਸੀ, ਫਿਲਮੀ ਹੀਰੋਆਂ ਨੂੰ ਹੀ ਸਿਰਫ ਨਾਇਕ ਮੰਨਦੇ ਸੀ ਲੋਕ, ਅਸਲੀ ਨਾਇਕ ਸੀਗੇ ਜਿਹੜੇ ਉਹ ਗਾਇਬ ਹੋ ਚੁੱਕੇ ਸੀ। ਸਾਡੀਆਂ ਫਿਲਮਾਂ ਚੋਂ ਤਾਂ ਪਹਿਲਾਂ ਹੀ ਗਾਇਬ ਸੀ, ਸਾਡੇ ਸਾਹਿਤ ਚੋਂ ਵੀ ਗਾਇਬ ਹੋ ਚੁੱਕੇ ਸੀ। ਤਾਂ ਮੈਂ ਉਹ ਇੱਕ ਅਸਲੀ ਨਾਇਕ ਸੀ ਜੋ ਕਾਮਰੇਡ ਸੁਰਜੀਤ ਗਿੱਲ, ਉਹਨਾਂ ਨੇ ਕਿਸ ਤਰ੍ਹਾਂ ਮਾਂ ਮਸ਼ਹੂਰ ਹੋਣ ਦੇ ਬਾਵਜੂਦ ਇੱਕ ਤਰੱਕੀ ਕੀਤੀ ਔਰ ਇੱਕ ਬਹੁਤ ਜ਼ਿਆਦਾ ਮਹਾਨ ਮਾਰਕ ਸੀ, ਆਲੋਚਕ ਬਣੇ ਉਹ, ਜਿਨ੍ਹਾਂ ਦੀ ਮੇਰੀ ਲਾਈਫ ਵਿੱਚ ਸੀ। ਉਹਨਾਂ ਦੇ ਬਾਰੇ 'ਚ ਮੈਂ ਨਾਵਲ ਲਿਖਿਆ ਔਰ ਉਹ ਨਾਵਲ ਇਤਿਹਾਸ ਦੇ ਨਾਲ ਰਿਲੇਟਡ ਵੀ ਆ। ਉਹਦੇ ਵਿੱਚ ਪੈਪਸੂ ਮੁਜ਼ਾਹਰਾ ਲਹਿਰ, ਜਦੋਂ ਆਪਣਾ ਪੈਪਸੂ ਬਣਿਆ ਹੈਗਾ, ਪਟਿਆਲਾ ਐਂਡ ਈਸਟ ਪੰਜਾਬ ਸਟੇਟ ਬਣਿਆ ਹੈਗਾ, ਉਸ ਸਮੇਂ ਜਿਹੜੀ ਮੁਜ਼ਾਹਰਾ ਲਹਿਰ ਸੀਗੀ ਉਹ ਉਹਨਾਂ ਦੇ ਨਾਲ ਰਿਲੇਟਡ ਘਟਨਾਵਾਂ ਵੀ ਹੈਗੀਆਂ। ਗੋਆ ਦੀ ਆਜ਼ਾਦੀ ਦਾ ਜ਼ਿਕਰ ਵੀ ਹੈਗਾ ਔਰ ਇਸ ਤੋਂ ਇਲਾਵਾ ਇੱਕ ਖਾਸ ਜਿਹੜਾ ਉਹਦੇ ਵਿੱਚ ਚੱਲਦਾ ਸੀਗਾ ਵੀ ਆਮ ਤੌਰ ਤੇ ਜਿਹੜੀਆਂ ਮਨੁੱਖੀ ਭਾਵਨਾਵਾਂ ਹੁੰਦੀਆਂ, ਕਿਉਂਕਿ ਇਨਸਾਨ ਇਸ ਕਰਕੇ ਅਲੱਗ ਹੈ ਦੂਸਰੇ ਸਾਰੇ ਜਾਨਵਰਾਂ ਨਾਲੋਂ ਕਿ ਉਹਦੇ ਕੋਲੇ ਇੱਕ ਤਾਂ ਦਿਲ ਆ, ਉਹਦੇ ਵਿੱਚ ਮਨੁੱਖੀ ਭਾਵਨਾਵਾਂ, ਤੇ ਇੱਕ ਉਹਦੇ ਕੋਲੇ ਆਵਾਜ਼ ਆ ਜਿਹਦੇ ਥਰੂ ਉਹ ਆਪਣੀਆਂ ਜਿਹੜੀਆਂ ਭਾਵਨਾਵਾਂ ਨੂੰ ਐਕਸਪ੍ਰੈਸ ਕਰ ਸਕਦਾ। ਤਾਂ ਜਿਹੜੀਆਂ ਮਨੁੱਖੀ ਭਾਵਨਾਵਾਂ ਸਾਡੇ ਬਜ਼ੁਰਗਾਂ 'ਚ ਹੁੰਦੀਆਂ ਸੀਗੀਆਂ ਰਿਸ਼ਤੇ ਨਿਭਾਉਣ ਦੀਆਂ, ਉਹ ਭਾਵਨਾਵਾਂ ਵੀ ਸਾਡੀ ਪੀੜ੍ਹੀ 'ਚੋਂ ਲਗਭਗ ਖਤਮ ਹੁੰਦੀਆਂ ਜਾਂਦੀਆਂ ਸੀ। ਭਾਵੇਂ ਕਿ ਸਾਡੀ ਪੀੜ੍ਹੀ ਹੈ ਜਿਹੜੀ ਉਹ ਆਪ ਹੱਥੀਂ ਰਿਸ਼ਤੇ ਜੋੜਦੀ ਆ, ਪਿਆਰ ਦੇ ਰਿਸ਼ਤੇ ਵੀ ਜੋੜਦੀ ਆ, ਪਰ ਉਹ ਨਿਭਾ ਨਹੀਂ ਪਾਉਂਦੀ। ਤਾਂ ਉਹਨਾਂ ਦਾ ਜਿਹੜਾ ਕੰਪੈਰੀਜ਼ਨ ਸੀਗਾ ਇੱਕ ਸਾਈਡ ਸਟੋਰੀ ਦੇ ਤੌਰ ਤੇ ਮੈਂ ਉਸ ਨਾਵਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਵੀ ਤੁਹਾਡੇ ਵੱਲੋਂ ਕਾਫੀ ਮਾਣ ਸਤਿਕਾਰ ਮਿਲਿਆ। ਉਸ ਤੋਂ ਬਾਅਦ 2015 ਦੇ ਵਿੱਚ ਮੇਰਾ ਜਿਹੜਾ ਨਾਵਲ ਆਇਆ ਸ਼ਾਹ ਅੱਗ ਦੇ ਰਿਸ਼ਤੇ, ਉਹ ਨਾਵਲ ਆਮ ਤੌਰ ਤੇ ਲੋਕ ਸਪੀਡ ਨੂੰ ਬਹੁਤ, ਨੌਜਵਾਨ ਆ ਜਿਹੜੇ ਉਹਨਾਂ ਨੂੰ ਐ ਹੁੰਦਾ ਵੀ ਜੇ ਸਾਡੇ ਥੱਲੇ ਕੋਈ ਵਹੀਕਲ ਹੈਗਾ ਤਾਂ ਅਸੀਂ ਉੱਡ ਹੀ ਜਾਣਾ, ਤੇ ਇਸ ਚੱਕਰ ਦੇ ਵਿੱਚ ਅੱਗੇ ਨਿਕਲਣ ਦੀ ਦੌੜ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਨੇ। ਪਰ ਆਮ ਤੌਰ ਤੇ ਐਕਸੀਡੈਂਟਲ ਜਿਹੜੇ ਕੇਸ ਆ ਉਹ ਸਾਡੀ ਸਪਾਈਨ ਨੂੰ ਨੁਕਸਾਨ ਕਰ ਜਾਂਦੇ ਨੇ ਔਰ ਸਪਾਈਨ ਹੈ ਜਿਹੜੀ ਸਾਡੀ ਉਹ ਇੱਕ ਇਹੋ ਜਿਹੀ ਚੀਜ਼ ਆ ਵੀ ਜਿਹੜੇ ਵੀ ਲੈਵਲ ਤੋਂ ਇੱਕ ਕ੍ਰੈਕ ਹੋ ਗਈ, ਇਹਦਾ ਦਿਮਾਗ ਨਾਲ ਉਹ ਸੰਪਰਕ ਟੁੱਟ ਜਾਣਾ ਹੈਗਾ ਤੇ ਬਾਕੀ ਸਾਰੀ ਬਾਡੀ ਦੇ ਵਿੱਚ ਸੈਂਸੇਸ਼ਨ ਤੱਕ ਖਤਮ ਹੋ ਜਾਂਦੀ ਆ। ਕਿਉਂਕਿ ਇੱਕ ਤਾਂ ਹੁਣ ਜਿਸ ਤਰ੍ਹਾਂ ਮੈਂ ਸ਼ੁਰੂ ਤੋਂ ਬਚਪਨ ਤੋਂ ਹੀ ਆਪਣੀਆਂ ਪ੍ਰੋਬਲਮਸ ਦੇ ਨਾਲ ਜੂਝ ਰਹੀ ਸੀਗੀ, ਉਸ ਬੰਦੇ ਦਾ ਆਪਣੀਆਂ ਪ੍ਰੋਬਲਮਸ ਦੇ ਨਾਲ 2-4 ਹੁੰਦੇ ਹੋਏ ਅੱਗੇ ਵਧਣਾ ਉਹ ਇੱਕ ਪ੍ਰੋਸੈਸ ਹੈ, ਕੁਦਰਤ ਦੇ ਗਰੋ ਕਰਨ ਦਾ ਪ੍ਰੋਸੈਸ ਹੈਗਾ। ਪਰ ਇੱਕ ਕੋਈ ਬੰਦਾ ਹੈਗਾ ਜਿਹੜਾ ਪਹਿਲਾਂ ਹੀ ਬਹੁਤ ਦੌੜ ਭੱਜ ਕਰ ਰਿਹਾ, ਬੜੀ ਵਧੀਆ ਲਾਈਫ ਬਿਤਾ ਰਿਹਾ ਹੈਗਾ, ਉਹ ਅਚਾਨਕ ਅਗਰ ਅਰਸ਼ ਤੋਂ ਫਰਸ਼ ਤੇ ਡਿੱਗਦਾ ਤਾਂ ਉਹਦੇ ਲਈ ਹੈ ਜਿਹੜੀ ਸਥਿਤੀ ਨੂੰ ਹੈਗਾ ਉਹ ਕਬੂਲ ਕਰਨਾ ਹੀ ਬਹੁਤ ਔਖਾ ਹੁੰਦਾ। ਤਾਂ ਫਿਰ ਉਹੀ ਗੱਲ ਸਰ ਨੇ ਕਿਹਾ ਸੀਗਾ ਵੀ ਜਦੋਂ ਤੁਸੀਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋ, ਚੁਣੌਤੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ
ਉਹਦਾ ਆਪਣੇ ਆਪ ਨਾਲ ਆਤਮਸਾਤ ਕਰਨਾ ਬੜਾ ਜ਼ਰੂਰੀ ਹੁੰਦਾ ਵੀ ਉਸ ਸਥਿਤੀ ਨੂੰ ਕਬੂਲ ਕਰਨਾ। ਜੇ ਤੁਸੀਂ ਉਹਨੂੰ ਕਬੂਲ ਕਰਦੇ ਹੋ, ਕਈ ਤਾਂ ਸਿਰਫ ਕਬੂਲ ਕਰਕੇ ਬਹਿ ਜਾਂਦੇ ਆ ਵੀ ਸਾਡੀ ਆਹ ਸਥਿਤੀ ਹੋ ਗਈ ਆ, ਅਸੀਂ ਬਸ ਹੁਣ ਕੁਝ ਨਹੀਂ ਕਰ ਸਕਦੇ, ਪਰ ਉਹਦੇ ਵਿੱਚੋਂ ਹੀ ਸੰਘਰਸ਼ ਨਿਕਲਦਾ ਹੈਗਾ। ਜਦੋਂ ਤੁਸੀਂ ਉਹ ਸੰਘਰਸ਼ ਸ਼ੁਰੂ ਕਰਦੇ ਹੋ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਦੀ ਮੁੱਠੀ ਦੇ ਵਿੱਚ ਹੀ ਸਮਾਧਾਨ ਲੁਕੇ ਹੁੰਦੇ ਆ, ਕਿਉਂਕਿ ਕੋਈ ਵੀ ਸਮੱਸਿਆ ਇਕੱਲੀ ਨਹੀਂ ਆਉਂਦੀ, ਕਦੇ ਵੀ ਕੋਈ ਨਾ ਕੋਈ ਹੱਲ ਲੈ ਕੇ ਆਉਂਦੀ ਆ। ਸਮੱਸਿਆਵਾਂ ਦੀ ਮੁੱਠੀ 'ਚ ਸਮਾਧਾਨ ਹੁੰਦੇ ਆ। ਇਹ ਅਸੀਂ ਚੁਣਨਾ ਹੁੰਦਾ ਕਿ ਅਸੀਂ ਉਹਦੀ ਘੁੱਟ ਕੇ ਮਿਰਚੀ ਹੋਈ ਮੁੱਠੀ ਨੂੰ ਖੋਲ ਕੇ ਉਹਦੇ ਵਿੱਚੋਂ ਕਿਹੜਾ ਸਮਾਧਾਨ ਕੱਢਣਾ। ਔਰ ਇਹ ਸਾਰਾ ਨਾਵਲ ਜਿਹੜਾ ਸੀ, ਇਹਦੇ 'ਚ ਵੀ ਮੈਂ ਪੂਰਾ ਰਿਸਰਚ ਕੀਤਾ ਸੀ। 100 ਤੋਂ ਜ਼ਿਆਦਾ ਜਿਹੜੇ ਸਪਾਈਨਲ ਕਾਰਡ ਦੇ ਪੇਸ਼ੈਂਟ ਸੀਗੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਔਰ ਉਹਦੇ ਵਿੱਚ ਕੋਈ ਵੀ ਇੱਕ ਨਾਇਕ ਨਹੀਂ ਹੈਗਾ, परिस्थितियां ਨੂੰ ਨਾਇਕ ਬਣਾਇਆ ਮੈਂ ਉਹਦੇ ਵਿੱਚ, ਤਾਂ ਕਿ ਸਾਰੇ ਲੋਕ ਇਹ ਸਮਝ ਸਕਣ ਵੀ ਇਹ ਤਾਂ ਅਸੀਂ ਕਿਤੇ ਨਾ ਕਿਤੇ ਅਸੀਂ ਹੈਗੇ ਆ। ਮੈਨੂੰ ਜੋ ਮੈਂ ਸਿੱਖਿਆ ਵੀ ਸਾਹਿਤ ਜਿਹੜਾ ਹੈਗਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ। ਸਮਾਜ ਦਾ ਸ਼ੀਸ਼ਾ ਉਹ ਉੱਥੋਂ ਤੱਕ ਹੀ ਮਤਲਬ ਆਪਾਂ ਦੇਖ ਸਕਦੇ ਹਾਂ ਜਿੱਥੋਂ ਤੱਕ ਇੱਕ ਰਾਈਟਰ ਹੈ ਜਿਹੜਾ ਜੋ ਲੇਖਕ ਆ ਉਹਦੀ ਜਿਹੜੀ ਸੋਚ ਆ, ਸੋਚ ਦਾ ਦਾਇਰਾ ਹੈਗਾ ਤੇ ਜਾਂ ਫਿਰ ਉਹਦੀ ਖੋਜ ਦਾ ਦਾਇਰਾ ਹੈਗਾ। ਤਾਂ ਉਹਦੇ ਵਿੱਚ ਵੀ ਮੈਂ ਉਹ ਸਾਰੀਆਂ परिस्थितियां ਦੇ ਬਾਵਜੂਦ ਉਹਨਾਂ ਲੋਕਾਂ ਨੂੰ ਵੀ ਮਿਲੀ ਜਿਹੜੀਆਂ ਆਪਣੀਆਂ ਪ੍ਰੋਬਲਮ ਦੇ ਬਾਵਜੂਦ ਵੀ ਬਹੁਤ ਉੱਚੇ ਮਕਾਨ ਤੇ ਪਹੁੰਚੇ ਸੀ, ਔਰ ਉਹਦੇ ਪਾਤਰ ਵੀ ਮੇਰੀ ਫੇਸਬੁੱਕ ਦੇ ਉੱਤੇ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ। ਜਦ ਇਹ ਨਾਵਲ ਜਿਸ ਦੇ ਲਈ ਮੈਨੂੰ ਅੱਜ ਤੁਹਾਡੇ ਸਾਰਿਆਂ ਵੱਲੋਂ ਇੰਨਾ ਮਾਣ ਦਿੱਤਾ ਗਿਆ, ਕੀ ਜਾਣਾ ਮੈਂ ਕੌਣ ਲਿਖਿਆ ਸੀ, ਤਾਂ ਉਦੋਂ ਵੀ ਮੇਰੇ ਮਨ ਵਿੱਚ ਉਹੀ ਕਾਮਰੇਡ ਸੁਰਜੀਤ ਗਿੱਲ ਦੀ ਦਿੱਤੀ ਹੋਈ ਸਿੱਖਿਆ ਹੀ ਕੰਮ ਕਰ ਰਹੀ ਸੀਗੀ ਕਿ ਉਹਨਾਂ ਲੋਕਾਂ ਦੇ ਲਈ ਤੁਸੀਂ ਖੜਨਾ, ਉਹਨਾਂ ਦੀ ਆਵਾਜ਼ ਬਣਨਾ ਜਿਨ੍ਹਾਂ ਦੀ ਆਵਾਜ਼ ਹੈ ਜਿਹੜੀ ਉਹ ਕੋਈ ਨਹੀਂ ਸੁਣਦਾ। ਤੇ ਉਹ ਮੇਰੇ ਆਦਰਸ਼ ਸ਼ੁਰੂ ਤੋਂ ਜਿਸ ਤਰ੍ਹਾਂ ਭਗਤ ਸਿੰਘ ਰਹੇ ਨੇ, ਉਹਨਾਂ ਨੇ ਤਾਂ ਕਿਹਾ ਸੀਗਾ ਵੀ ਬੋਲੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਜਗਾਉਣ ਵਾਸਤੇ ਬੰਬ ਤੱਕ ਸੁੱਟਣਾ ਪੈਂਦਾ, ਪਰ ਕਾਮਰੇਡ ਸੁਰਜੀਤ ਗਿੱਲ ਨੇ ਮੈਨੂੰ ਇਹ ਦੱਸਿਆ ਸੀਗਾ ਵੀ ਜਿਹੜੀ ਤੁਹਾਡੀ ਕਲਮ ਹੈਗੀ ਆ ਉਹ ਹਰ ਤਰ੍ਹਾਂ ਦੇ ਨਾਲ ਪਾਵਰਫੁਲ ਆ, ਉਹ ਕੰਮ ਕਰੂਗੀ। ਤਾਂ ਮੈਂ ਆਪਣੀ ਕਲਮ ਹੈ ਜਿਹੜੀ ਉਹ ਉਹਨਾਂ ਲੋਕਾਂ ਨੂੰ ਸਮਰਪਿਤ ਕਰਤੀ ਵੀ ਤੁਸੀਂ ਜੋ ਕਹਿਣਾ ਉਹ ਕਹੋ। ਉਹਦੇ ਲਈ ਮੇਰੇ ਨਾਲ ਮੇਰੇ ਪੇਰੈਂਟਸ, ਮੇਰੇ ਮਤਲਬ ਮੇਰੀ ਫੈਮਿਲੀ ਮੈਂਬਰ ਤੋਂ ਇਲਾਵਾ ਮੇਰੇ ਦੋਸਤ ਸਰਕਲ ਮੀਨਾਕਸ਼ੀ ਆ, ਹੋਰ ਮੇਰੇ ਨਾਲ ਬਹੁਤ ਸਾਰੇ ਜਿਨ੍ਹਾਂ ਨੇ ਕੰਮ ਕੀਤਾ ਨਾਲ, ਮੇਰੇ ਪਿੱਛੇ ਮੇਰੇ ਨਾਲ ਗਏ, ਡੇਰਿਆਂ ਦੇ ਵਿੱਚ ਗਏ ਮੇਰੇ ਨਾਲ। ਕਿਉਂਕਿ ਉਹੀ ਗੱਲ ਜਿੱਥੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਕਿ ਕਿੰਨਰ ਜਿਹੜੇ ਹੁੰਦੇ ਆ ਇਹ ਸਾਨੂੰ ਪੁੱਠਾ ਸਮਝਦੇ ਆ, ਔਰ ਅਸੀਂ ਆ ਜਿਹੜੇ ਉਹਨਾਂ ਨੂੰ ਪੁੱਠਾ ਸਮਝਦੇ ਆ। ਇਹੀ ਕਾਰਨ ਹੈ ਕਿ ਮੇਰੇ ਨਾਵਲ ਦੇ ਵਿੱਚ ਜਿਹੜਾ ਕੀ ਜਾਣਾ ਮੈਂ ਪਾਇਆ ਹੋਇਆ, ਮੈਂ ਲਫ਼ਜ਼ ਆ ਉਹ ਪੁੱਠਾ ਕੀਤਾ ਹੋਇਆ ਹੈਗਾ, ਉਹਦੇ ਟਾਈਟਲ ਦੇ ਵਿੱਚ ਪੁੱਠਾ ਕੀਤਾ ਹੋਇਆ। ਇਹ ਦੱਸਦਾ ਕਿ ਇਹ ਦੋਨੇ ਧਿਰਾਂ ਅਸੀਂ ਉਹਨਾਂ ਨੂੰ ਪੁੱਠਾ ਸਮਝਦੇ ਆ, ਉਹ ਸਾਨੂੰ ਪੁੱਠਾ ਸਮਝਦੇ ਹੈਗੇ ਆ। ਤਾਂ ਇਹਨਾਂ ਦੇ ਵਿੱਚ ਇੱਕ ਮੀਡੀਏਟਰ ਹੋਣਾ ਜ਼ਰੂਰੀ ਸੀਗਾ ਵੀ ਜਿਹੜਾ ਸਾਡਾ ਇਹਨਾਂ ਨਾਲ ਜਾਣ ਪਛਾਣ ਕਰਾ ਸਕੇ। ਪਹਿਲਾਂ ਮੈਂ ਤੇ ਮੀਨਾਕਸ਼ੀ ਨੇ ਬੜੀ ਕੋਸ਼ਿਸ਼ ਕੀਤੀ ਸੀਗੀ ਵੀ ਜਾਣਾ ਏਦਾਂ ਮੋੜੇ ਆਉਂਦੇ ਹੁੰਦੇ ਸੀ, ਅਸੀਂ ਦਰਵਾਜ਼ੇ ਦੇ ਵਿੱਚੋਂ ਹੀ ਮੋੜੇ ਆਉਂਦੇ ਸੀ ਕਿਉਂਕਿ ਸਾਨੂੰ ਵੀ ਡਰ ਲੱਗਦਾ ਸੀਗਾ। ਪਰ ਫਿਰ ਇੱਕ ਮੀਡੀਏਟਰ ਦੇ ਤੌਰ ਦੇ ਉੱਤੇ ਵੀ ਉਹੀ ਲੋਕ ਤੁਹਾਡਾ ਮੀਡੀਏਟਰ ਬਣ ਸਕਦੇ ਜਿਹੜੇ ਇਹਨਾਂ ਦੇ ਨਾਲ ਰਹੇ ਹੋਣ ਜਾਂ ਤੁਹਾਡਾ ਵਾਵਸਤਾ ਪਵਾ ਸਕਦੇ ਨੇ। ਤਾਂ ਸਾਡੀ ਸੰਸਥਾ ਦੇ ਮੌਜਹੀਨ ਮੈਂਬਰ ਵਿਜੇ ਸਿਡਾਨਾ ਜੀ ਨੇ ਉਹ ਮੀਡੀਏਟਰ ਦਾ ਕੰਮ ਕੀਤਾ। ਤਾਂ ਉਹਨਾਂ ਦੇ ਮਤਲਬ ਉਹਨਾਂ ਦਾ ਲੈ ਕੇ ਲਿੰਕ ਜਦੋਂ ਮੈਂ ਮਿਲੀ ਤਾਂ ਇਹਨਾਂ ਦੇ ਦਰਵਾਜ਼ੇ ਜਿਹੜੇ ਸੀ ਉਹ ਖੁੱਲ੍ਹਦੇ ਗਏ, ਤੇ ਜਦ ਇੱਕ ਵਾਰੀ ਦਰਵਾਜ਼ਾ ਖੁੱਲਿਆ ਤਾਂ ਇਹ ਮੇਰੇ ਨਾਲ ਇੰਨੇ ਦਿਲੋਂ ਜੁੜ ਗਏ ਕਿ ਮੈਂ ਦੱਸ ਨਹੀਂ ਸਕਦੀ ਕਿ ਮੈਂ ਇਹਨਾਂ ਦੇ ਪ੍ਰੋਗਰਾਮਸ ਦੇ ਉੱਪਰ ਇਹਨਾਂ ਦੇ ਘਰ ਅਕਸਰ ਚਲੀ ਆਣਾ, ਇਹਨਾਂ ਨੇ ਮੈਨੂੰ ਚਾਹ ਪਿਲਾਣੀ। ਉਸ ਤੋਂ ਬਾਅਦ ਤਾਂ ਮੈਂ ਤੇ ਮੀਨਾਕਸ਼ੀ ਬਹੁਤ ਵਾਰੀ ਘਰੇ ਗਏ ਆ, ਔਰ ਸਾਰਾ ਕੁਝ ਐ ਨਹੀਂ ਹੈਗਾ ਟੇਬਲ ਨਿਊਜ਼ ਵਰਗਾ, ਮਤਲਬ ਕੁਝ ਨਹੀਂ ਲਿਖ ਸਕਦੀ ਮੈਂ ਵੀ ਬੈਠ ਕੇ ਲਿਖਤਾ, ਕਲਪਨਾ ਕਰ ਲਈ। ਉਹਨਾਂ ਦੇ ਅੰਦਰੋਂ ਜੋ ਨਿਕਲਦਾ, ਮੈਂ ਉਹਨਾਂ ਦੇ ਕੰਬਦੇ ਹੋਏ ਬੁੱਲ ਦੇਖੇ ਨੇ, ਉਹਨਾਂ ਦੇ ਕੰਬਦੇ ਹੋਏ ਹੱਥਾਂ ਨੂੰ ਆਪਣੇ ਹੱਥ 'ਚ ਫੜ ਕੇ ਹੌਸਲਾ ਦਿੱਤਾ,
ਔਰ ਸੁਣੀਆਂ ਉਹਨਾਂ ਦੀਆਂ ਗੱਲਾਂ, ਔਰ ਮੈਂ ਕਈ ਰਾਤਾਂ ਸੌ ਨਹੀਂ ਸਕਦੀ ਸੀ ਜਦ ਮੈਨੂੰ ਕੋਈ ਨਵੀਂ ਗੱਲ ਆ ਜਿਹੜੀ ਉਹ ਪਤਾ ਲੱਗਦੀ ਸੀਗੀ। ਫਿਰ ਮੇਰੀ ਸਾਰੀ ਫੈਮਿਲੀ ਮੇਰੇ ਨਾਲ ਗਈ। ਇੰਦਗੜ੍ਹ ਝਿੜੀ ਜਿਹੜੀ ਹੈਗੀ ਆ ਮੋਗੇ ਧਰਮਕੋਟ ਦੇ ਨੇੜੇ, ਇਹਨਾਂ ਦਾ ਇੱਕ ਅਜਿਹਾ ਸਥਾਨ ਬਣਿਆ ਹੋਇਆ ਜਿੱਥੇ ਇਹ ਆਪਣੇ ਇਸ਼ਟ ਨੂੰ ਸਿਜਦਾ ਕਰਨ ਜਾਂਦੇ ਆ। ਉੱਥੇ ਇੱਕ 11ਵੀਂ ਲੱਗਦੀ ਆ ਤੇ ਇੱਕ ਤੋਂ ਵੱਡੇ ਮੇਲੇ ਹੁੰਦੇ ਹੈਗੇ ਆ ਹਾੜ ਦੇ ਮਹੀਨੇ 'ਚ ਤੇ ਮਾਘ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਮੇਲੇ ਲੱਗਦੇ ਆ। ਤੇ ਅਸੀਂ ਹਾੜ ਮਹੀਨੇ ਵਾਲਾ ਜਿਹੜਾ ਇਹਨਾਂ ਦਾ ਮੇਲਾ ਸੀਗਾ ਉਹ ਅਸੀਂ ਖੁਦ ਦੇਖ ਕੇ ਆਏ। ਉੱਥੇ ਇਹਨਾਂ ਨੂੰ ਮਿਲੇ ਬਹੁਤ ਸਾਰੇ, ਉਹੀ ਗੱਲ ਨਾ ਵੀ ਇਹ ਛੁਪ ਰਹੇ ਸੀਗੇ ਸਾਡੇ ਤੋਂ, ਪਰ ਅਸੀਂ ਇਹਨਾਂ ਨੂੰ ਲੱਭ ਰਹੇ ਸੀਗੇ। ਤੇ ਉਹ ਸਾਰਾ ਕੁਝ ਜੋ ਮੈਂ ਜ਼ਿਕਰ ਕੀਤਾ ਉਹ ਹੰਡਾਇਆ ਮੇਰੇ ਕੋਲ, ਔਰ ਬੜੀ ਵਾਰੀ ਮੈਨੂੰ ਇਹਨਾਂ ਦੇ ਨਾਲ ਖੜਨਾ ਪਿਆ, ਕਿਉਂਕਿ ਨਾਵਲ ਜਿਨ੍ਹਾਂ ਨੇ ਵੀ ਪੜ੍ਹਿਆ ਉਹਨਾਂ ਨੂੰ ਪਤਾ ਹੈ ਕਿ ਕਰਨਾ ਜਿਹੜਾ ਹੈਗਾ ਉਹ ਇੱਕ ਕਿਰਨ ਮਹੰਤ ਨੇ ਜਿਹੜਾ ਬੇਟਾ ਗੋਦ ਲਿੱਤਾ ਹੁੰਦਾ ਉਹਨੂੰ ਸਕੂਲ ਵਿੱਚ ਦਾਖਲ ਕਰਵਾਉਣ ਜਾਂਦਾ। ਹਾਲਾਂਕਿ ਉਹ ਬੇਟਾ ਜਿਹੜਾ ਹੈਗਾ ਸਹੀ ਸਲਾਮਤ ਹੁੰਦਾ, ਤਾਂ ਉਹ ਜਦੋਂ ਉਹ ਸਕੂਲ ਦਾ ਪ੍ਰਿੰਸੀਪਲ, ਵੈਲ ਐਜੂਕੇਟਡ ਪ੍ਰਿੰਸੀਪਲ, ਇਹਦੇ ਵਿੱਚ ਮੈਂ ਸੀਨ ਪਾਇਆ। ਉਹ ਐਕਚੁਅਲੀ ਮੈਂ ਖੁਦ ਗਈ ਸੀ। ਕਿਰਨ ਮਹੰਤ ਮੇਰੇ ਪਿੰਡ ਦੇ ਵਿੱਚ, ਚਿੱਟੇ ਪਿੰਡ ਵਿੱਚ ਮੈਂ ਪੜ੍ਹਾਉਣੀ ਆ, ਉੱਥੋਂ ਰਹਿਣ ਵਾਲੇ ਸੀ, ਔਰ ਉਹਨਾਂ ਨੇ ਇੱਕ ਬੱਚਾ ਗੋਦ ਲਿੱਤਾ ਸੀ ਜਿਹੜਾ ਵੀ ਆਪਣੇ ਪਰਿਵਾਰ ਦੀ 6ਵੀਂ ਸੰਤਾਨ ਸੀ, ਔਰ ਉਹਨਾਂ ਨੇ ਕਾਗਜ਼ 'ਤੇ ਲਿਖ ਕੇ ਤਾਂ ਦੇਤਾ, ਪਰ ਉਸ ਬੱਚੇ ਦਾ ਨਾ ਤਾਂ ਆਧਾਰ ਕਾਰਡ ਬਣਿਆ ਸੀ ਔਰ ਕੁਝ ਵੀ ਨਹੀਂ ਸੀ, ਉਹਦਾ ਲੀਗਲੀ ਜਨਮ ਸਰਟੀਫਿਕੇਟ ਤੱਕ ਵੀ ਨਹੀਂ ਸੀਗਾ। ਤੇ ਜਦ ਉਹਨੂੰ ਅਸੀਂ ਦਾਖਲ ਕਰਾਉਣ ਗਏ ਸਕੂਲ, ਮੈਂ ਤੇ ਮੇਰੇ ਮਦਰ ਨਾਲ ਗਏ, ਤੇ ਉਹ ਜਿਹੜਾ ਸੀਨ ਸਾਡੇ ਨਾਲ ਵਾਪਰਿਆ ਵੀ ਉਹ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਜੀ ਅਸੀਂ ਦਾਖਲ ਨਹੀਂ ਕਰ ਸਕਦੇ, ਆਧਾਰ ਕਾਰਡ ਨਹੀਂ ਆ, ਇਹ ਨਹੀਂ ਆ, ਇਹ ਛਨ ਕਰਦੇ ਆਇਆ ਕਰਨਗੇ, ਛਨ ਕਰਦੇ ਜਾਇਆ ਕਰਨਗੇ, ਸਾਡੇ ਸਕੂਲ ਦੇ ਦੂਸਰੇ ਬੱਚਿਆਂ ਤੇ ਕੀ ਪ੍ਰਭਾਵ ਪਵੇਗਾ। ਉਹ ਸਾਰਾ ਕੁਝ ਮੈਂ ਤੇ ਮੇਰੀ ਮਦਰ ਨੇ ਉਹਨਾਂ ਦੇ ਨਾਲ ਫੇਸ ਕੀਤਾ ਵੀ ਕਿੱਦਾਂ ਸਾਰਾ ਕੁਝ ਸੀਗਾ। ਤੇ ਮੈਨੂੰ ਲੱਗਿਆ ਵੀ ਅੱਜ ਵੀ, ਹਾਲਾਂਕਿ ਉਹ ਬੱਚਾ ਨਾਰਮਲ ਬੱਚਾ ਸੀ, ਜੇ ਉਹ ਨਾਰਮਲ ਬੱਚਾ ਕਿੰਨਰਸ ਦੇ ਕੋਲੇ ਰਹਿ ਰਿਹਾ ਸੀ, ਕਿਉਂਕਿ ਹਰ ਇੱਕ ਦਾ ਮਤਲਬ ਦਿਲ ਕਰਦਾ ਕਿ ਮੇਰਾ ਬੱਚਾ ਹੋਵੇ ਕੋਈ, ਮੈਂ ਉਹਨੂੰ ਗਾਂ ਪੜਾਵਾਂ, ਤਾਂ ਉੱਥੇ ਜਾ ਕੇ ਖੁਦ ਵੀ ਮੈਨੂੰ ਸ਼ਾਮਿਲ ਹੋਣਾ ਪਿਆ। ਮੈਨੂੰ ਲੱਗਦਾ ਕਿ ਸ਼ਾਇਦ ਮੈਂ ਉਹਨਾਂ ਦੇ ਵਿੱਚ ਸ਼ਾਮਿਲ ਹੋਈ, ਮੈਂ ਹੰਡਾਇਆ ਉਹਨਾਂ ਦਾ ਦਰਦ, ਸਾਰਾ ਕੁਝ ਉਹਨਾਂ ਦੇ ਨਾਲ ਖੜੀ ਆ। ਸ਼ਾਇਦ ਮੇਰੇ ਚ ਤਾਂ ਹੀ ਸ਼ਾਇਦ ਮੇਰੇ ਤੋਂ ਲਿਖਿਆ ਗਿਆ ਹੋ ਸਕਦਾ ਹੈਗਾ, ਕਿਉਂਕਿ ਮੈਂ ਆਪਣੀ ਜਿਹੜੀ ਕਿਤਾਬ ਸੀਗੀ ਉਹਦੇ ਵਿੱਚ ਕਿਸੇ ਵੀ ਵਿਦਵਾਨ ਤੋਂ ਕੁਝ ਨਹੀਂ ਲਿਖਵਾਇਆਗਾ। ਉਹਦੀਆਂ ਜਿਹੜੀਆਂ ਬੈਕ ਟਾਈਟਲ ਤੇ ਜਿਹੜੀਆਂ ਟਿੱਪਣੀਆਂ ਉਹ ਵੀ ਕਿੰਨਰਸ ਵੱਲੋਂ ਲਿਖੀਆਂ ਗਈਆਂ, ਟਰਾਂਸਜੈਂਡਰਸ ਵੱਲੋਂ ਲਿਖੀਆਂ ਗਈਆਂ, ਤੇ ਜਾਂ ਫਿਰ ਜਿਹੜੀ ਉਹਦੀ ਮੁੱਖ ਭੂਮਿਕਾ ਹੈਗੀ ਆ, ਮੇਨ ਉਹ ਜਿਹੜਾ ਮੇਰਾ ਸਿੰਮੀ ਪਾਤਰ ਹੈਗਾ, ਔਰ ਉਸੇ ਦੀ ਫੋਟੋਗ੍ਰਾਫੀ ਟਾਈਟਲ ਦੇ ਉੱਪਰ ਹੈਗੀ ਆ। ਸਿਮਰਜੀਤ ਸਿੰਮੀ ਜੋ ਅੱਜ ਕੱਲ ਮੋਹਾਲੀ ਡੇਰੇ ਦੇ ਵਿੱਚ ਰਹਿੰਦੀ ਆ, ਉਹਦੇ ਥਰੂ ਮੈਂ ਉਹ ਜਿਹੜੀ ਆ ਭੂਮਿਕਾ ਲਿਖਵਾਈ ਆ। ਤਾਂ ਇਹੀ ਕਾਰਨ ਸੀ ਕਿ ਮੈਨੂੰ ਇਸ ਨਾਵਲ ਨੂੰ ਲਿਖਣ ਦੇ ਵਿੱਚ ਘੱਟੋ ਘੱਟ 4 ਸਾਲ ਦਾ ਸਮਾਂ ਲੱਗ ਗਿਆ। ਬਹੁਤ ਜ਼ਿਆਦਾ ਸਮਾਂ ਇਹਨਾਂ ਦੇ ਨਾਲ ਰਹਿ ਕੇ ਮੈਂ ਬਿਤਾਇਆ, ਔਰ ਉਹ ਅੱਜ ਵੀ ਮੇਰੇ ਨਾਲ ਹੈ, ਜਿਹੜੇ ਉਹ ਹੈਗੇ ਨੇ ਮੇਰੇ ਨਾਲ ਜੁੜੇ ਹੋਏ ਨੇ, ਫੇਸਬੁੱਕ ਤੇ ਵੀ ਜੁੜੇ ਹੋਏ ਨੇ, ਔਰ ਪੜ੍ਹਨ ਤੋਂ ਬਾਅਦ ਮੈਨੂੰ ਮੈਸੇਜ ਵੀ ਕਰਦੇ ਨੇ। ਸਿਰਫ ਉਹੀ ਨਹੀਂ, ਹੋਰ ਲੋਕ ਵੀ ਮੈਸੇਜ ਕਰਦੇ ਨੇ ਕਿ ਅਸੀਂ ਤੇਰਾ ਨਾਵਲ ਪੜ੍ਹਨ ਤੋਂ ਬਾਅਦ ਇੱਕ ਵਾਰ ਆਪਣੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਨੂੰ ਖੁਸਰੇ ਨੂੰ ਸਮਾਈਲ ਦਿੱਤੀ। ਇਹ ਚੀਜ਼ ਜਦੋਂ ਮੈਨੂੰ ਪਤਾ ਲੱਗਦਾ, ਅੱਜ ਕੱਲ ਮੈਨੂੰ ਹੁਣ, ਕਿਉਂਕਿ ਮੈਂ ਨਾਮ ਨਹੀਂ ਲੈ ਸਕਦੀ, ਕਿਉਂਕਿ ਕੁਝ ਸਾਡੇ ਵਾਅਦੇ ਕੀਤੇ ਹੁੰਦੇ ਆ ਲੋਕਾਂ ਨਾਲ ਜਾਂ ਆਪਣੇ ਆਪ ਨਾਲ ਕਿ ਅਸੀਂ ਕੁਝ ਨਹੀਂ ਕਰ ਸਕਦੇ, ਤਾਂ ਮੈਨੂੰ ਇੱਕ ਮੈਸੇਜ ਆਇਆ ਮੇਰੇ ਉਹਦੇ ਉੱਪਰ, ਮੈਸੇਂਜਰ ਦੇ ਉੱਪਰ, ਕਿ ਮੈਂ ਤੇਰੇ ਨਾਵਲ ਦੇ ਐਸ ਪਾਤਰ ਵਰਗਾ। ਟਰਾਂਸਜੈਂਡਰ ਪਰਸਨ ਸੀ, ਉਹ ਕਹਿੰਦਾ ਕਿ ਮੈਨੂੰ ਬਹੁਤ ਖੁਸ਼ੀ ਹੈ ਤੂੰ ਮੇਰੇ ਸ਼ਹਿਰ ਆ ਰਹੀ ਆ, ਮੈਂ ਸਾਹਮਣੇ ਨਹੀਂ ਆਉਣਾ ਚਾਹੁੰਦਾ ਪਰ ਮੈਂ ਤੈਨੂੰ ਦੂਰੋਂ ਕਿਤੋਂ ਸਜਦਾ ਜ਼ਰੂਰ ਕਰੂੰਗਾ। ਤਾਂ ਮੈਂ ਉਹਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਐਦਾਂ ਦਾ ਕੁਝ ਨਹੀਂ ਆ, ਮੈਂ ਖੁਦ ਤੈਨੂੰ ਮਿਲਣਾ ਚਾਹੂੰਗੀ, ਪਰ ਨਹੀਂ ਆ ਸਕਿਆ ਹੋਣਾ। ਜੇ ਕਿਤੇ ਨੇੜੇ ਤੇੜੇ ਹੋਊਗਾ ਵੀ ਤਾਂ ਮੈਨੂੰ ਨਹੀਂ ਪਤਾ, ਮੈਂ ਪਹਿਚਾਨ ਨਹੀਂ ਸਕੂੰਗੀ ਉਹਨੂੰ। ਪਰ ਉਹਦਾ ਉਹ ਮੈਸੇਜ ਕੇ ਨਾਵਲ ਪੜ੍ਹ ਕੇ ਮੈਂ ਉਸ ਸਾਰੇ ਸੰਦਰਭ ਦੇ ਵਿੱਚੋਂ, ਉਸ ਸਾਰੀ ਮੁਸੀਬਤ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ। ਜਦ ਮੈਨੂੰ ਐਦਾਂ ਦੀਆਂ ਟਿੱਪਣੀਆਂ ਮਿਲਦੀਆਂ
ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਹੋਰ ਵੱਧ ਸੁਹਿਰਦਤਾ ਦੇ ਨਾਲ ਇਹਨਾਂ ਦੇ ਬਾਰੇ ਵਿੱਚ ਲਿਖਾਂ। ਔਰ ਮੈਂ ਕਮਿਟਡ ਹਾਂ ਕਿ ਮੇਰੀ ਕਲਮ ਜਦੋਂ ਵੀ ਚੱਲੂਗੀ ਉਹਨਾਂ ਲੋਕਾਂ ਵਾਸਤੇ ਚੱਲੂਗੀ ਜਿਹੜੇ ਆਪਣੇ ਦਿਲ ਦੇ ਦਰਦ ਆ ਜਿਹੜੇ ਉਹ ਖੁਦ ਬਿਆਨ ਨਹੀਂ ਕਰ ਸਕਦੇ। ਕਈ ਵਾਰੀ ਹੁੰਦਾ ਵੀ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਮਹਿਫਿਲ 'ਚ ਬੈਠ ਕੇ ਕਰ ਸਕਦੇ ਆ, ਪਰ ਉਹਨਾਂ ਨੂੰ ਲਫ਼ਜ਼ ਨਹੀਂ ਦਿੱਤੇ ਜਾਂਦੇਗੇ। ਐਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਸ਼ਾਹਰਗ ਦੇ ਰਿਸ਼ਤੇ ਨਾਵਲ ਲਿਖਿਆ ਸੀ ਤਾਂ ਮੇਰੀ ਮੇਨ ਪਾਤਰ ਸਫਰਜੀਤ ਕੌਰ, ਉਹਦੇ ਵਿੱਚ ਮੇਰੀ ਪਾਤਰ ਆ, ਉਹ ਅਸਲੀ ਨਾਮ ਨਹੀਂ ਆ, ਬਟ ਉਹ ਜਿਹੜੀ ਲੜਕੀ ਸੀ ਉਹ ਬਿਲਕੁਲ ਵੀ ਉਹਦੇ ਹੱਥ ਪੈਰ ਤੱਕ ਵੀ ਨਹੀਂ ਚੱਲਦੇ ਸੀ, ਕਿਉਂਕਿ ਸਰਵਾਈਕਲ C1 ਤੇ C2 ਤੋਂ ਉਹਦੀ ਜਿਹੜੀ ਲੈਵਲ ਰੀੜ ਦੀ ਹੱਡੀ ਦਾ ਲੈਵਲ ਸੀ C2 ਦਾ ਮਣਕਾ ਕ੍ਰੈਕ ਹੋਇਆ ਸੀਗਾ। ਤਾਂ ਮੈਂ ਉਹਨੂੰ ਵੀ ਆਪਣੀ ਕਲਮ ਦਿੱਤੀ ਸੀ ਕਿ ਉਹ ਜੋ ਕਹਿਣਾ ਚਾਹੁੰਦੀ ਹੈਗੀ ਆ ਉਹ ਕਵੇ। ਮੈਂ ਅੱਜ ਵੀ ਇਹ ਕਹਿੰਦੀ ਆ ਵੀ ਬਹੁਤ ਸਰਕਾਰੀ ਕਾਲਜ ਫॉर ਐਜੂਕੇਸ਼ਨ ਦੇ ਇਸ ਹਾਲ ਦੇ ਵਿੱਚ ਬਿਰਾਜਮਾਨ ਸਾਰੀਆਂ ਮੁਅੱਜ਼ਜ਼ ਸ਼ਖਸੀਅਤਾਂ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਲਮੀ ਪੰਜਾਬੀ ਏਦਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਕਹਿ ਪਾਉਂਦੇ, ਮੈਂ ਹਮੇਸ਼ਾ ਉਹਨਾਂ ਦੇ ਨਾਲ ਆ, ਮੈਂ ਉਹਨਾਂ ਨੂੰ ਜਵਾਬ ਦੇਵਾਂਗੀ, ਉਹਨਾਂ ਦੇ ਵੱਲੋਂ ਕੰਮ ਕਰੂੰਗੀ, ਜਿਹੜਾ ਕੁਝ ਲਿਖੂੰਗੀ। ਔਰ ਅੱਜ ਤਾਂ ਜਿਹੜਾ ਮੈਨੂੰ ਸਨਮਾਨ ਆਲਮੀ ਪੰਜਾਬੀ ਫਾਊਂਡੇਸ਼ਨ ਵੱਲੋਂ ਦਿੱਤਾ ਗਿਆ, ਉਹਨੇ ਮੇਰੀ ਜ਼ਿੰਮੇਵਾਰੀ ਹੋਰ ਜ਼ਿਆਦਾ ਵਧਾ ਦਿੱਤੀ ਆ ਕਿ ਮੈਂ ਇਸ ਮੁਕਾਮ ਨੂੰ ਏਦਾਂ ਕਾਇਮ ਰੱਖਾਂ ਤੇ ਮੈਂ ਇਹਦੇ ਤੇ ਬਣੀ ਰਹਾਂ। ਬਾਕੀ ਮੈਂ ਇੱਕ ਗੱਲ ਜਿਹੜੀ ਹੋਰ ਕਹਿਣੀ ਸੀਗੀ ਵੀ ਇਨਸਾਨ ਦੂਸਰੇ ਜਾਨਵਰਾਂ ਨਾਲੋਂ ਅਲੱਗ ਇਸੇ ਕਰਕੇ ਆ ਕਿ ਉਹਦੇ ਕੋਲੇ ਆਵਾਜ਼ ਆ, ਆਵਾਜ਼ ਦੇ ਨਾਲ ਨਾਲ ਭਾਸ਼ਾ ਵੀ ਹੈਗੀ ਆ, ਤੇ ਜੇ ਅਸੀਂ ਆਪਣੀ ਭਾਸ਼ਾ ਨੂੰ ਵਰਤਣ ਲੱਗਿਆ ਥੋੜਾ ਜਿਹਾ ਸੁਚੇਤ ਹੋ ਜਾਈਏ ਤਾਂ ਬਹੁਤ ਕੁਝ ਹੈ ਜਿਹੜਾ ਉਹ ਬਦਲ ਸਕਦਾ। ਮੇਰੇ ਲਈ ਸੰਦੀਪ ਮੇਰੇ ਨਾਲ ਬੈਠੇ ਨੇ, ਅਸੀਂ ਜਦੋਂ ਸਮਾਜ ਦੇ ਵਿੱਚ ਵਿਚਰਦੇ ਆ ਤਾਂ ਜਿਨ੍ਹਾਂ ਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਜਿਨ੍ਹਾਂ ਨੂੰ ਸਾਡੇ ਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ, ਜਾਣਦੇ ਤੱਕ ਵੀ ਨਹੀਂ ਹੁੰਦੇ, ਉਹ ਵੀ ਕਈ ਵਾਰੀ ਏਦਾਂ ਦੀ ਲਫ਼ਜ਼ ਕਹਿ ਜਾਂਦੇ ਹੈਗੇ ਆ ਵੀ ਸੁਣਨ ਦੇ ਵਿੱਚ ਔਖੇ ਵੀ ਲੱਗਦੇ ਆ, ਮਨ ਵੀ ਔਖਾ ਕਰਦੇ ਆ, ਪਰ ਉਹ ਉਦੋਂ ਤੱਕ ਔਖਾ ਕਰਦੇ ਆ ਜਦੋਂ ਤੱਕ ਅਸੀਂ ਸੁਚੇਤ ਨਹੀਂ ਹੁੰਦੇਗੇ। ਜਦ ਅਸੀਂ ਸੁਚੇਤ ਹੋ ਜਾਂਦੇ ਆ ਸਾਨੂੰ ਲੱਗਦਾ ਕਿ ਕੋਈ ਵੀ ਇਨਸਾਨ ਆਪਣੀ ਸੋਚ ਤੋਂ ਵੱਧ ਨਾ ਸੋਚ ਸਕਦਾ, ਨਾ ਲਿਖ ਸਕਦਾ, ਨਾ ਬੋਲ ਸਕਦਾ, ਨਾ ਕਰ ਸਕਦਾ। ਪਰ ਇਹ ਸਾਡੇ ਹੱਥ 'ਚ ਹੀ ਹੈਗਾ ਕਿ ਅਸੀਂ ਆਪਣੀ ਭਾਸ਼ਾ ਨੂੰ ਇੰਨਾ ਕੁ ਵਧੀਆ ਬਣਾ ਲਈਏ ਕਿ ਉਹਦੇ ਨਾਲ ਕਿਸੇ ਨੂੰ ਫੱਟ ਨਾ ਲੱਗੇ, ਕਿਉਂਕਿ ਅਕਸਰ ਹੀ ਕਹਿੰਦੇ ਨੇ ਵੀ ਜਿਹੜੇ ਤਲਵਾਰ ਦੇ ਲੱਗੇ ਫੱਟ ਆ ਉਹ ਮਿਲ ਸਕਦੇ ਆ, ਪਰ ਜ਼ੁਬਾਨ ਦੇ ਫੱਟ ਆ ਜਿਹੜੇ ਉਹ ਨਹੀਂ ਮਿਲਦੇ। ਪਰ ਇਹੀ ਜ਼ੁਬਾਨ ਹੀ ਆ ਜਿਹੜੀ ਇੱਕ ਡਿੱਗੇ ਪਏ ਨੂੰ ਉਠਾ ਸਕਦੀ ਆ ਤੇ ਇੱਕ ਘੋੜੇ ਤੇ ਚੜੇ ਹੋਏ ਨੂੰ ਢੇਗ ਵੀ ਸਕਦੀ ਆ। ਸੋ ਉਸ ਜਿਹੜੀ ਕੁਆਲਿਟੀ ਆ ਜਿਹੜੀ ਕੁਦਰਤ ਨੇ ਉਹਨੂੰ ਦਿੱਤੀ, ਪਰਮਾਤਮਾ ਨੇ ਦਿੱਤੀ ਹੋਈ ਆ, ਉਹਦਾ ਜਿਹੜਾ ਸਨਮਾਨ ਹੈਗਾ ਉਹ ਜ਼ਰੂਰ ਕੀਤਾ ਜਾਣਾ ਚਾਹੀਦਾ ਹੈਗਾ। ਔਰ ਮੈਂ ਬਹੁਤ ਧੰਨਵਾਦੀ ਹਾਂ, ਪਿਛਲੇ 2 ਸਾਲ ਪਹਿਲਾਂ ਸੀਡ ਸੰਸਥਾ ਦੇ ਸੰਦੀਪ ਅਰੋੜਾ ਜੀ ਨੇ ਵੀ ਮੈਨੂੰ ਇਸ ਸ਼ਹਿਰ ਦੇ ਵਿੱਚ ਸਨਮਾਨਿਤ ਕੀਤਾ ਸੀਗਾ, ਉਹਨਾਂ ਦਾ ਧੰਨਵਾਦ। ਔਰ ਸਭ ਤੋਂ ਵੱਡਾ ਧੰਨਵਾਦ ਮੈਂ ਜਿਹੜੀਆਂ ਮੇਰੀਆਂ ਪਾਠਕ ਸਹੇਲੀਆਂ ਦੂਰੋਂ ਦੂਰੋਂ ਚੱਲ ਕੇ ਆਈਆਂ, ਸੁਖਜਿੰਦਰ ਫਰੀਦਕੋਟ ਜੀ ਚੱਲ ਕੇ ਆਇਆ, ਔਰ ਮੈਂ ਮੈਸੇਜ ਦਿੱਤਾ ਕੁਲਵਿੰਦਰ ਮੈਮ, ਸੁਰਿੰਦਰ ਮੈਮ, ਇਹਨਾਂ ਨੇ ਛੁੱਟੀਆਂ ਲਈਆਂ ਹੋਈਆਂ ਸਾਰਿਆਂ ਨੇ ਮੇਰੇ ਲਈ, ਅੱਜ ਇਹਨਾਂ ਦਾ ਧੰਨਵਾਦ। ਤੇ ਮੇਰਾ ਸਭ ਤੋਂ ਵੱਧ ਖੁਸ਼ੀ ਮੈਨੂੰ ਉਦੋਂ ਹੁੰਦੀ ਆ ਜਦੋਂ ਮੈਂ ਇੱਕ ਯੂਥ ਨੂੰ ਰੂਬਰੂ ਹੋ ਰਹੀ ਆ, ਮੇਰੇ ਜਿਹੜੇ ਗੁਲਾਬੀ ਸੋਹਣੀਆਂ ਡਰੈਸਿਸ ਦੇ ਵਿੱਚ ਜਿਹੜੇ ਸਟੂਡੈਂਟ ਮੇਰੇ ਸਾਹਮਣੇ ਬੈਠੇ ਹੋਏ ਨੇ। ਮੈਂ ਖਾਸ ਤੌਰ ਤੇ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਇਹਨਾਂ ਨੇ ਵੀ ਟਾਈਮ ਕੱਢਿਆ। ਔਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਜ਼ਰੂਰੀ ਨਹੀਂ ਆ ਕਿ ਮੇਰੀ ਕਿਤਾਬ ਬਾਰੇ ਗੱਲ ਕੀਤੀ ਜਾਵੇ, ਤੁਸੀਂ ਕੋਈ ਵੀ ਜਿਹੜੀ ਤੁਹਾਡੀ ਗੱਲ ਦਿਮਾਗ ਦੇ ਵਿੱਚ ਆਉਂਦੀ ਆ, ਕਈ ਵਾਰੀ ਖਲਲ ਪਾਉਂਦੀ ਹੁੰਦੀ ਆ ਕਿ ਸਾਨੂੰ ਇਹਦਾ ਅਸੀਂ ਕਿਸੇ ਨਾਲ ਸਾਂਝੀ ਕਰੀਏ, ਤਾਂ ਉਹ ਤੁਸੀਂ ਮੇਰੇ ਨਾਲ ਸਾਂਝੀ ਕਰ ਸਕਦੇ ਹੋ। ਕੁਝ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ, ਮੈਂ ਹਰ ਤਰ੍ਹਾਂ ਦੇ ਸਵਾਲ ਦਾ ਜਿਹੜਾ ਜਵਾਬ ਹੈਗਾ ਉਹ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਆ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਦਿਲ ਸਾਂਝਾ ਕਰਨ ਵਾਸਤੇ ਇੱਕ ਉਹ ਸ਼ਖਸ ਜਾਂ ਕੁਝ ਵੀ ਜਿਹਦੇ ਨਾਲ ਤੁਸੀਂ ਵਿਚਾਰ ਵਟਾਂਦਰਾ ਕਰ ਸਕੋ ਉਹ ਹੋਣਾ ਚਾਹੀਦਾ।
ਮੈਂ ਕਹਿੰਦੀ ਹੁੰਦੀ ਆ ਵੀ ਮੇਰਾ ਜਿਹੜਾ ਮੋਢਾ ਹੈਗਾ ਉਹ ਮੈਂ ਕਿਸੇ ਨੂੰ ਰੋਣ ਵਾਸਤੇ ਦੇ ਸਕਦੀ ਆ ਤੇ ਆਪਣਾ ਮੋਢਾ ਜਿਹੜਾ ਹੈਗਾ ਕਿਸੇ ਡਿੱਗਦੇ ਨੂੰ ਚੁੱਕਣ ਦੇ ਲਈ ਮੈਂ ਦੇ ਸਕਦੀ ਹੈਗੀ ਆ। ਸੋ ਬਸ ਮੇਰੀ ਇੰਨੀ ਕੀ ਕੋਸ਼ਿਸ਼ ਹੁੰਦੀ ਆ। ਸਾਰੀਆਂ ਇਦਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਕਹਿ ਪਾਉਂਦੇ। ਮੈਂ ਹਮੇਸ਼ਾ ਉਹਨਾਂ ਦੇ ਨਾਲ ਆ, ਮੈਂ ਉਹਨਾਂ ਨੂੰ ਜਵਾਬ ਦੇਵਾਂਗੀ, ਉਹਨਾਂ ਦੇ ਵੱਲੋਂ ਕੰਮ ਕਰੂੰਗੀ, ਜਿਹੜਾ ਕੁਝ ਲਿਖੂੰਗੀ। ਔਰ ਅੱਜ ਤਾਂ ਜਿਹੜਾ ਮੈਨੂੰ ਸਨਮਾਨ ਆਲਮੀ ਪੰਜਾਬੀ ਫਾਊਂਡੇਸ਼ਨ ਵੱਲੋਂ ਦਿੱਤਾ ਗਿਆ, ਉਹਨੇ ਮੇਰੀ ਜ਼ਿੰਮੇਵਾਰੀ ਹੋਰ ਜ਼ਿਆਦਾ ਕੱਲੀ ਕਮਰੇ ਦੇ ਵਿੱਚ ਰਹਿ ਕੇ ਕਲਪਨਾ ਦੇ ਰੂਪ ਚ ਲਿਖੀ ਗਈ ਨਹੀਂ ਨਾ ਹੋਵੇ, ਸਗੋਂ ਉਸ ਨੂੰ ਜਿਹੜੇ ਉਹਦੇ ਨਾਲ ਜੁੜੇ ਹੋਏ ਪਾਤਰ ਹੈ ਉਹਨਾਂ ਪਾਤਰਾਂ ਤੱਕ ਪਹੁੰਚ ਕਰਕੇ ਉਹਨਾਂ ਦੇ ਸਾਰੇ ਆਲੇ ਦੁਆਲੇ ਨੂੰ ਚੰਗੀ ਤਰ੍ਹਾਂ ਜਾਣ ਕੇ ਲਿਖੀ ਗਈ ਲਿਖਤ ਹੀ ਵੱਡੀ ਹੁੰਦੀ ਹੈ ਹਮੇਸ਼ਾ। ਜਿੰਨਾ ਵੀ ਸਾਹਿਤ ਦੇ ਅੰਦਰ ਜਿਹੜੀਆਂ ਮਹਾਨ ਲਿਖਤਾਂ ਹੋਈਆਂ ਉਹਨਾਂ ਦੇ ਲੇਖਕਾਂ ਨੇ ਬਿਲਕੁਲ ਏਡੀ ਵੱਡੀ ਮਿਹਨਤ ਕਰਕੇ ਹੀ ਉਹ ਲਿਖਤਾਂ ਨੂੰ ਸਰ ਅੰਜਾਮ ਦਿੱਤਾ ਸੀ। ਧੰਨਵਾਦ ਹਰਪਿੰਦਰ ਰਾਣਾ ਜੀ। ਹੁਣ ਅਸੀਂ ਅਗਲੀ ਕਾਰਵਾਈ ਹੈ ਜਿਹੜੀਆਂ ਸਨਮਾਨ ਸਮਾਰੋਹ ਦੇ ਵਿੱਚ ਕੁਝ ਮੁਅੱਜ਼ਜ਼ ਸ਼ਖਸੀਅਤਾਂ ਆਈਆਂ ਨੇ, ਚਾਹੇ ਉਹ ਚੱਲ ਕੇ ਹੀ ਆਏ ਇਸ ਕਰਕੇ ਨਹੀਂ ਸਨਮਾਨ ਕਰ ਰਹੇ, ਉਹਨਾਂ ਦਾ ਆਪੋ ਆਪਣੇ ਖੇਤਰ ਦੇ ਵਿੱਚ ਵੀ ਇੱਕ ਖਾਸ ਯੋਗਦਾਨ ਹੈ। ਸੋ ਮੈਂ ਬੇਨਤੀ ਕਰਾਂਗਾ ਫਾਊਂਡੇਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਕਿ ਉਹ ਸਟੇਜ ਦੇ ਉੱਪਰਲੇ ਪਾਸੇ ਇਕੱਠੇ ਹੋ ਜਾਣ ਤਾਂ ਜੋ ਸਨਮਾਨ ਦੀ ਹੈ ਜਿਹੜੀ ਛੋਟਾ ਜਿਹਾ ਬਿਲਕੁਲ 5-7 ਸ਼ਖਸੀਅਤਾਂ ਨੂੰ ਅਸੀਂ ਸਨਮਾਨਿਤ ਕਰਨਾ ਹੈ ਕਿ ਉਹ ਇੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ। ਇੱਕ ਹੋਰ ਬੇਨਤੀ ਹੈ ਕਿ ਹਾਜ਼ਰੀਨ ਸਰੋਤੇ, ਖਾਸ ਤੌਰ ਤੇ ਮੈਂ ਜਿਹੜੇ ਸਾਡੇ ਸਟੂਡੈਂਟ ਨੇ ਇੱਥੇ ਬੀਐਡ ਕਾਲਜ ਦੇ, ਕਿ ਉਹ ਹਰਪਿੰਦਰ ਰਾਣਾ ਜੀ ਨੂੰ ਜੇ ਕੋਈ ਸਵਾਲ ਕਰਨਾ ਚਾਹਣਗੇ ਉਹ ਇਸ ਸਨਮਾਨ ਰਸਮ ਤੋਂ ਬਾਅਦ ਅਸੀਂ ਉਹ ਸਵਾਲਾਂ ਦਾ ਸੈਸ਼ਨ ਥੋੜਾ ਜਿਹਾ ਸੰਖੇਪ ਜਿਹਾ ਰੱਖਾਂਗੇ, ਉਹ ਵੀ ਉਹ ਕਰ ਸਕਣਗੇ, ਉਹਨਾਂ ਦਾ ਵੀ ਸਵਾਗਤ ਹੋਵੇਗਾ। ਸੋ ਪਹਿਲਾਂ ਮੈਂ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਬੇਨਤੀ ਕਰਦਾ ਕਿ ਪ੍ਰੋਫੈਸਰ ਸਾਧੂ ਸਿੰਘ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਉੱਪਰ ਆ ਕਰ ਆਪਣਾ ਸਨਮਾਨ ਲੈਣ। ਇਹਨਾਂ ਜਿੱਥੇ ਸਾਡੇ ਲਈ ਮੁੱਖ ਮਹਿਮਾਨ ਦੇ ਤੌਰ ਤੇ ਆਏ ਨੇ ਉੱਥੇ ਇਹਨਾਂ ਦਾ ਆਪੋ ਆਪਣੇ ਖੇਤਰ 'ਚ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਬਹੁਤ ਵੱਡਾ ਯੋਗਦਾਨ ਆ ਅਧਿਆਪਨ ਦੇ ਖੇਤਰ 'ਚ, ਸਾਹਿਤ ਦੇ ਨਾਲ ਵਿਦਿਆਰਥੀਆਂ ਨੂੰ ਜੋੜਨ ਦੇ ਖੇਤਰ ਵਿੱਚ। ਪ੍ਰੋਫੈਸਰ ਸਾਧੂ ਸਿੰਘ ਜੀ। ਹਾਜ਼ਰੀਨ ਸਰੋਤਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਕੁਝ ਸਮੇਂ ਵਾਸਤੇ ਚੁੱਪ ਦਾ ਦਾਨ ਬਖਸ਼ਣ ਤਾਂ ਜੋ ਇਹ ਸਮਾਗਮ ਹੈ ਜਿਹੜਾ ਪਹਿਲਾਂ ਦੀ ਤਰ੍ਹਾਂ ਇਸੇ ਤਰ੍ਹਾਂ ਖੂਬਸੂਰਤੀ ਦੇ ਨਾਲ ਅੱਗੇ ਚੱਲਦਾ ਰਹਿ ਸਕੇ। ਪ੍ਰੋਫੈਸਰ ਸਾਧੂ ਸਿੰਘ ਜੀ। ਉਸ ਤੋਂ ਅਗਲੀ ਸ਼ਖਸੀਅਤ ਪ੍ਰਿੰਸੀਪਲ ਪਰਮਿੰਦਰ ਸਿੰਘ ਜੀ, ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ। ਇਹ ਉਹ ਅਦਾਰਾ ਹੈ, ਵਿਦਿਅਕ ਅਦਾਰਾ ਹੈ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਜਿਹੜਾ ਮਾਲਵੇ ਦੀ ਯੂਨੀਵਰਸਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕਿ ਅੱਜ ਤਾਂ ਲੱਗਦਾ ਹੋਊਗਾ, ਅੱਜ ਦੀ ਪੀੜ੍ਹੀ ਨੂੰ ਲੱਗਦਾ ਹੋਊਗਾ ਕਿ ਬਹੁਤ ਸਾਰੀਆਂ ਸੰਸਥਾਵਾਂ, ਵਿਦਿਅਕ ਸੰਸਥਾਵਾਂ ਸਾਨੂੰ ਉਪਲਬਧ ਨੇ, ਪਰ ਅੱਜ ਤੋਂ 25-30 ਸਾਲ ਪਹਿਲਾਂ ਤੱਕ ਦੇ ਸਮੇਂ ਤੱਕ ਨੂੰ ਤੁਸੀਂ ਸੋਚੋ, ਉਦੋਂ ਮਤਲਬ ਕਿ ਮਾਲਵੇ ਦਾ ਇਹ ਵੱਡਾ ਖਿੱਤਾ ਜਿਹੜਾ ਬਠਿੰਡਾ ਮਾਨਸਾ ਤੱਕ ਦਾ ਇੱਕ ਬਹੁਤ ਵੱਡਾ ਕਾਲਜ ਹੈ ਜਿਹੜਾ ਉਹ ਹੀ ਹਾਇਰ ਐਜੂਕੇਸ਼ਨ ਦਿੰਦਾ ਹੁੰਦਾ ਸੀ, ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ। ਉਸ ਤੋਂ ਅਗਲੀ ਸ਼ਖਸੀਅਤ ਡਾਕਟਰ ਹਰਿੰਦਰ ਸਿੰਘ ਜੀ, ਜਿਨ੍ਹਾਂ ਨੇ ਨਾਵਲ ਨੂੰ ਬਹੁਤ ਲਗਨ ਦੇ ਨਾਲ ਪੜ੍ਹਿਆ ਵੀ, ਆਪਣੇ ਵਿਚਾਰ ਫਾਊਂਡੇਸ਼ਨ ਨੂੰ ਵੀ ਦਿੱਤੇ ਤੇ ਹੁਣ ਇੱਥੇ ਸਰੋਤਿਆਂ ਦੇ ਸਨਮੁਖ ਵੀ ਰੱਖੇ। ਡਾਕਟਰ ਹਰਿੰਦਰ ਸਿੰਘ ਜੀ। ਉਸ ਤੋਂ ਅਗਲੀ ਸ਼ਖਸੀਅਤ ਸਾਡੇ ਸ਼ਹਿਰ ਦੇ ਸਾਡੇ ਵੱਡੇ ਭਾਈ, ਅਸੀਂ ਉਹਨਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਬਾਈ ਜੀ ਕਹਿੰਦੇ ਆ, ਭਾਈ ਕੁਮਾਰ ਜਗਦੇਵ ਸਿੰਘ ਬਰਾੜ, ਜਿਹੜੇ ਕਿ ਖੁਦ ਸ਼ਾਇਰ ਵੀ ਨੇ। ਤੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਬੜੇ ਲੰਮੇ ਸਮੇਂ ਤੋਂ ਸ਼ਾਇਰੀ ਕਰ ਰਹੇ ਸੀ, ਪਰ ਕਦੇ ਵੀ ਇਹਨਾਂ ਨੇ ਕਿਤਾਬ ਛਪਾਉਣ ਦਾ ਹੀਲਾ ਵਸੀਲਾ ਨਹੀਂ ਕੀਤਾ।
ਤੇ ਆਪਣੇ ਦੋਸਤਾਂ ਮਿੱਤਰਾਂ ਦੀ, ਸਾਡੇ ਵਰਗਿਆਂ ਦੀ ਤੇ ਬੇਨਤੀ ਤੇ ਇਹਨਾਂ ਨੇ ਪਿੱਛੇ ਜੇ ਕਿਤਾਬ ਛਪਵਾਈ ਹੈ ਕਵਿਤਾ ਦੀ, ਬਹੁਤ ਖੂਬਸੂਰਤ ਕਿਤਾਬ ਹੈ। ਇੱਥੇ ਮੇਲੇ 'ਚ ਵੀ ਉਪਲਬਧ ਹੋਵੇਗੀ ਸ਼ਾਇਦ। ਲਿਪਸਟਿਕ ਹੇਠਲਾ ਜ਼ਖਮ ਦੇ ਨਾਂ ਹੇਠ ਕਵਿਤਾ ਦੀ ਕਿਤਾਬ ਹੈ, ਬਹੁਤ ਸੋਹਣੀ ਕਵਿਤਾ, ਉਹ ਤੁਸੀਂ ਲੈ ਕੇ ਪੜ੍ਹ ਸਕਦੇ ਹੋ। ਕੁਮਾਰ ਜਗਦੇਵ ਸਿੰਘ ਬਰਾੜ। ਹੁਣ ਮੈਂ ਦੇਸ਼ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਸਟਾਫ ਜੋ ਵੀ ਇੱਥੇ ਪ੍ਰਤੀਨਿਧ ਨੇ, ਮੈਡਮ ਮੰਜੂ ਜੀ, ਪ੍ਰੋਫੈਸਰ ਬਾਜਵਾ ਜੀ ਔਰ ਹੋਰ ਵੀ ਨੇ, ਉਹਨਾਂ ਨੂੰ ਮੈਂ ਸਾਰਿਆਂ ਨੂੰ ਇਸ ਨਿਮਰ ਬੇਨਤੀ ਕਰਦਾ ਕਿ ਉਹ ਸਟੇਜ ਤੇ ਆ ਕੇ, ਪ੍ਰੋਫੈਸਰ ਬੀਰਿੰਦਰ ਸਿੰਘ, ਸਾਰਿਆਂ ਨੂੰ ਮੈਂ ਜੇ ਨਾਂ ਵੀ ਨਹੀਂ ਕਿਸੇ ਦਾ ਲੈ ਸਕਾਂ, ਜੋ ਇੱਥੇ ਹਾਜ਼ਰ ਨੇ ਉਹ ਸਟੇਜ ਤੇ ਕਿਰਪਾ ਕਰਕੇ ਆ ਜਾਣ। ਤੇ ਕਾਲਜ ਦਾ ਜੋ ਬਣਦਾ ਸਨਮਾਨ ਹੈ, ਜਿਨ੍ਹਾਂ ਨੇ ਸਾਨੂੰ ਬਹੁਤ ਸੋਹਣਾ ਆਡੀਟੋਰੀਅਮ ਜਿੱਥੇ ਤੁਸੀਂ ਬੈਠ ਕੇ ਆਰਾਮ ਦੇ ਨਾਲ ਇਹ ਸਮਾਗਮ ਨੂੰ ਆਨੰਦ ਮਾਣਿਆ, ਉਹਨਾਂ ਨੇ ਉਪਲਬਧ ਕਰਵਾਇਆ ਬਿਨਾਂ ਕਿਸੇ ਹਿਚਕ ਦੇ। ਇਹ ਸਰਕਾਰੀ ਕਾਲਜ ਹੈ ਜਿਹੜਾ ਬੀਐਡ ਕਾਲਜ ਹੈ, ਇਹ ਵੀ ਬਹੁਤ ਪੁਰਾਣੇ ਸਮੇਂ ਤੋਂ ਇਸ ਖੇਤਰ ਦੇ ਵਿੱਚ, ਇਸ ਏਰੀਏ ਦੇ ਵਿੱਚ ਟ੍ਰੇਨਿੰਗ ਕਾਲਜ ਦੇ ਤੌਰ ਤੇ ਬਹੁਤ ਸਾਰੇ ਸਿੱਖਿਆਰਥੀਆਂ ਨੂੰ ਸਸਤੀ ਤੇ ਵਧੀਆ ਵਿੱਦਿਆ ਦਿੰਦਾ ਆ ਰਿਹਾ ਹੈ। ਸੋ ਇਸ ਲਈ ਅਸੀਂ ਸਾਰੇ ਸਮੁੱਚੇ ਸਟਾਫ ਦੇ ਬੇਹੱਦ ਧੰਨਵਾਦੀ ਹਾਂ। ਅਗਲੀ ਸ਼ਖਸੀਅਤ ਸਾਡੇ ਇਸ ਇਲਾਕੇ ਦੇ ਮਾਨਯੋਗ, ਮਤਲਬ ਕਿ ਸਾਹਿਤ ਦੇ ਖੇਤਰ ਵਿੱਚ, ਜਿਨ੍ਹਾਂ ਨੇ ਪੰਜਾਬੀ ਗਜ਼ਲ ਦੇ ਵਿੱਚ, ਮਤਲਬ ਕਿ ਗਜ਼ਲ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਪਲਾਂਘ ਪੁੱਟੀ ਹੈ। ਨਵੀਂ ਪੀੜ੍ਹੀ ਦੇ ਪ੍ਰਬੁੱਧ ਸ਼ਾਇਰ ਮਨਜੀਤ ਪੁਰੀ ਜੀ, ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਫਾਊਂਡੇਸ਼ਨ ਵੱਲੋਂ ਬਣਦਾ ਸਨਮਾਨ ਹੈ ਜਿਹੜਾ ਉਹ ਆਪਣਾ ਹਾਸਲ ਕਰਨ। ਮਨਜੀਤ ਪੁਰੀ ਇਹ ਕਿੱਤੇ ਵਜੋਂ ਅਧਿਆਪਕ ਨੇ ਤੇ ਬਹੁਤ ਖੂਬਸੂਰਤ ਗਜ਼ਲ ਵੀ ਲਿਖਦੇ। ਇਸ ਤੋਂ ਅੱਗੇ ਮੈਂ ਹੁਣ ਲਿਖਾਰੀ ਸਭਾ ਸਾਧਕ ਦੇ ਜਿੰਨੇ ਵੀ ਮੈਂਬਰ ਜਾਂ ਅਹੁਦੇਦਾਰ ਸਾਹਿਬਾਨ ਆਏ ਨੇ, ਉਹ ਕਿਰਪਾ ਕਰਕੇ ਸਟੇਜ ਤੇ ਆਉਣ ਤੇ ਆਪਣਾ ਬਣਦਾ ਮਾਨ ਸਨਮਾਨ ਉਹ ਹਾਸਲ ਕਰਨ। ਲਿਖਾਰੀ ਸਭਾ ਸਾਧਕ ਦੇ ਸੰਬੰਧ ਵਿੱਚ ਮੈਂ ਕੁਝ ਗੱਲਾਂ ਕਹਿ ਦੇਵਾਂ ਕਿ ਇਹ ਇਸ ਖਿੱਤੇ ਦੀਆਂ ਜਿਹੜੀਆਂ ਸਹਿਜ ਸਭਾਵਾਂ ਕੰਮ ਕਰ ਰਹੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ, ਉਹਨਾਂ ਦੇ ਵਿੱਚੋਂ ਇੱਕ ਪੁਰਾਣੀ ਤੇ ਵਧੀਆ ਸਭਾ ਲਿਖਾਰੀ ਸਭਾ ਸਾਧਕ, ਉਹਨਾਂ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਤੇ ਆ ਕੇ ਆਪਣਾ ਬਣਦਾ ਮਾਨ ਸਨਮਾਨ ਆ ਜਿਹੜਾ ਹਾਸਲ ਕਰਨ। ਕੋਈ ਨਹੀਂ ਬਸ ਕੋਈ ਨਹੀਂ। ਆਖਿਰ ਦੇ ਵਿੱਚ ਇਸ ਖਿੱਤੇ ਦੇ ਵਿੱਚ ਸਾਡੇ ਸ਼ਹਿਰ 'ਚ ਕੰਮ ਕਰਦੀ ਇੱਕ ਸਮਾਜ ਸੇਵਾ ਦੇ ਖੇਤਰ ਵਿੱਚ ਸੇਵ ਹਿਊਮੈਨਿਟੀ ਫਾਊਂਡੇਸ਼ਨ ਹੈ, ਉਹਨਾਂ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਜੀ ਜਸਪ੍ਰੀਤ ਸਿੰਘ ਹੋਰਾਂ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਬਣਦਾ ਸਨਮਾਨ ਆ ਜਿਹੜਾ ਉਹ ਹਾਸਲ ਕਰ ਸਕਣ। ਜਸਪ੍ਰੀਤ ਸਿੰਘ। ਅਗਲਾ ਜਿਹੜਾ ਸਨਮਾਨ ਹੈ ਉਹ ਸਾਡੇ ਇਸ ਸ਼ਹਿਰ ਦੀ, ਜਿਵੇਂ ਕਿ ਹਰਪਿੰਦਰ ਰਾਣਾ ਜੀ ਨੇ ਜ਼ਿਕਰ ਕੀਤਾ ਆਪਣੇ ਤੌਰ ਤੇ, ਕਿਉਂਕਿ ਉਹ ਵੀ ਜਾਤੀ ਤੌਰ ਤੇ ਸਰੀਰਕ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਸ਼ਿਕਾਰ ਨੇ, ਉਸੇ ਤਰ੍ਹਾਂ ਹੀ ਸਾਡਾ ਛੋਟਾ ਵੀਰ ਸੰਦੀਪ ਅਰੋੜਾ,
ਜਿਹਨੂੰ ਤੁਸੀਂ ਅਕਸਰ ਵੈਸੇ ਕਿ ਆਪਾਂ ਘਰੋਂ ਨਿਕਲਣ ਲੱਗੇ ਬਾਜ਼ਾਰ ਜਾਣਾ ਹੋਵੇ, ਘਰੇ ਵਹੀਕਲ ਨਾ ਹੋਵੇ ਤਾਂ ਆਪਾਂ ਛੱਡ ਜੰਨੇ ਆ, ਪਰ ਇਹ ਸਾਡਾ ਛੋਟੇ ਵੀਰ ਦੀ ਹਿੰਮਤ ਦੇਖੋ ਕਿ ਸਵੇਰ ਸੰਧਿਆ ਨਿਕਲਦਾ ਸਕੂਲ ਜਾਣ ਤੋਂ ਪਹਿਲਾਂ ਸਾਰੇ ਸ਼ਹਿਰ ਦੀ ਗੇੜੇ ਲਾ ਕੇ ਖੁਦ ਜਿਹੜੇ ਜਿੰਨੇ ਬੂਟੇ ਲੱਗੇ ਆ ਉਹਨਾਂ ਨੂੰ ਪਾਣੀ ਪਾਉਣ ਦੀ ਖੁਦ ਸੇਵਾ ਕਰਦੇ ਆ। ਜਿੱਥੇ ਕੋਈ ਨਵਾਂ ਬੂਟਾ ਲੱਗਣਾ ਹੁੰਦਾ ਉੱਥੇ ਲਾਉਂਦੇ ਆ। ਸੀਰ ਸੰਸਥਾ ਦੇ ਨਾਲ ਇਹ ਕੰਮ ਕਰਦੇ ਨੇ ਸੰਦੀਪ ਅਰੋੜਾ ਜੀ। ਸੋ ਸਾਰੇ ਇਹ ਜਿਹੜੀ ਆਏ ਹੋਏ ਮੁਅੱਜ਼ਜ਼ ਮਹਿਮਾਨਾਂ ਦੇ ਸਨਮਾਨ ਦੀ ਰਸਮ ਹੈ ਲਗਭਗ ਸਮਾਪਤ ਹੋ ਚੁੱਕੀ ਹੈ ਤੇ ਹੁਣ ਅਸੀਂ ਆਖਰੀ ਮਰਹਲੇ ਵੱਲ ਵਧ ਰਹੇ ਹਾਂ ਕਿ ਮੈਂ ਬੇਨਤੀ ਕਰਦਾ ਸਾਡੇ ਫਾਊਂਡੇਸ਼ਨ ਦੇ ਸੀਨੀਅਰ ਮੈਂਬਰ ਸਰਦਾਰ ਸ਼ਿਵਜੀਤ ਸਿੰਘ ਜੀ ਸੰਘਾ ਨੂੰ ਕਿ ਉਹ ਆਏ ਹੋਏ ਮਹਿਮਾਨਾਂ ਦਾ ਤੇ ਇੱਥੇ ਹਾਜ਼ਰੀਨ ਸਰੋਤਿਆਂ ਦਾ ਫਾਊਂਡੇਸ਼ਨ ਦੇ ਵੱਲੋਂ ਧੰਨਵਾਦ ਕਰਨ। ਸ਼ਿਵਜੀਤ ਸਿੰਘ ਜੀ ਸੰਘਾ। ਮੁਆਫ ਕਰਨਾ, ਅਸੀਂ ਕਿਉਂਕਿ ਕਾਲਜ ਦੇ ਵਿੱਚ ਪੁਸਤਕ ਮੇਲਾ ਚੱਲ ਰਿਹਾ ਹੈ ਤੇ ਪ੍ਰੋਫੈਸਰ ਪਰਮਿੰਦਰ ਸਿੰਘ ਹੋਰਾਂ ਨੇ ਉਧਰ ਵੀ ਜਾਣਾ ਹੈ, ਸੋ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਪਰਮਿੰਦਰ ਸਿੰਘ ਜੀ ਪ੍ਰਿੰਸੀਪਲ ਸਰਕਾਰੀ ਬਰਜਿੰਦਰ ਕਾਲਜ ਫਰੀਦਕੋਟ ਉਹ ਚੰਦ ਕੁ ਸ਼ਬਦ ਆਪਣੇ ਇਸ ਸਮਾਗਮ ਦੇ ਸੰਬੰਧ ਚ ਕਹਿਣ। बहुत बहुत धन्यवाद। पंडित चेतन देव सरकारी कॉलेज ऑफ एजुकेशन ਅਤੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੋਨਾਂ ਦੇ ਵੱਲੋਂ ਸਭ ਤੋਂ ਪਹਿਲਾਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਰਜਿਸਟਰਡ ਫਰੀਦਕੋਟ ਨੂੰ ਬਹੁਤ-ਬਹੁਤ ਮੁਬਾਰਕਬਾਦ, ਬਹੁਤ-ਬਹੁਤ ਵਧਾਈ ਜਿਨ੍ਹਾਂ ਨੇ ਅਜਿਹਾ ਪ੍ਰੋਗਰਾਮ ਇਸ ਵਿਹੜੇ ਦੇ ਵਿੱਚ ਕਰਵਾਇਆ। ਜ਼ੋਰਦਾਰ ਤਾੜੀਆਂ। ਅਜਿਹੇ ਪ੍ਰੋਗਰਾਮਾਂ ਨੂੰ ਰਚਾਉਣਾ ਬੜਾ ਮੁਸ਼ਕਲ ਹੁੰਦਾ ਹੈ ਔਰ ਜਿਸ ਤਰੀਕੇ ਨਾਲ ਅਸੀਂ ਦੇਖਿਆ ਸੁਣਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੀ ਸ਼ਾਂਤੀ ਬਣੀ ਰਹੀ ਹੈ। ਹਰਪਿੰਦਰ ਰਾਣਾ ਦੇ ਲਈ ਵੀ ਬਹੁਤ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕੀਤੀ ਜਾਵੇ। ਕਿਉਂਕਿ ਬੜਾ ਵੱਡਾ ਮਾਣ ਤੇ ਸਨਮਾਨ ਜਿਹੜਾ ਹੈ ਇਸ ਸੰਸਥਾ ਦੇ ਵੱਲੋਂ ਦਿੱਤਾ ਗਿਆ ਹੈ। ਆਪਣੇ ਨਾਵਲਾਂ ਦੀ ਗੱਲ ਕੀਤੀ ਹੈ ਔਰ ਨਾਵਲਾਂ ਦੇ ਵਿੱਚ ਲਏ ਪਾਤਰਾਂ ਦੀ ਗੱਲ ਕੀਤੀ ਹੈ ਔਰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਮੈਂ ਵਧਾਈ ਇਸ ਫਾਊਂਡੇਸ਼ਨ ਨੂੰ ਦਿੰਦਾ ਹਾਂ ਕਿਉਂਕਿ ਇਹਨਾਂ ਨੇ ਜਿਹੇ ਸਾਡੇ ਨਾਵਲਕਾਰ ਦੀ ਚੋਣ ਕੀਤੀ ਹੈ ਜਿਨ੍ਹਾਂ ਨੇ ਦੁਨੀਆ ਦੇ ਦਰਦ ਨੂੰ ਪਛਾਣਿਆ ਹੈ। ਇਹ ਦਰਦ ਜਿਹੜਾ ਹੈ ਦੇਖ ਕੇ ਨਹੀਂ ਹੰਡਾ ਕੇ ਹੀ ਪਤਾ ਲੱਗਦਾ ਹੈ। ਜਿੱਦਾਂ ਸੰਦੀਪ ਦੀ ਗੱਲ ਹੈ, ਹਰਪਿੰਦਰ ਰਾਣਾ ਦੀ ਮੈਂ ਕਹਿ ਸਕਦਾ ਹਾਂ। ਪ੍ਰਮਾਤਮਾ ਦੇ ਵੱਲੋਂ ਜੇ ਕੁਝ ਊਨਤਾਈਆਂ ਰੱਖੀਆਂ ਗਈਆਂ ਨੇ ਪਰ ਦਿੱਤਾ ਬਹੁਤ ਕੁਝ ਹੈ ਤੇ ਸਾਨੂੰ ਦਿੱਤਾ ਬਹੁਤ ਕੁਝ ਹੈ ਪਰ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਮੈਨੂੰ ਲੱਗਦਾ ਹੈ ਕਿ ਨਹੀਂ ਕਰਦੇ। ਜਿੰਨਾ ਵੱਧ ਤੋਂ ਵੱਧ ਸ਼ੁਕਰਾਨਾ ਰਾਤ ਨੂੰ ਸੌਣ ਲੱਗਿਆ ਉੱਠਣ ਵੇਲੇ ਸਾਨੂੰ ਕਰਨਾ ਚਾਹੀਦਾ ਉਹਨਾਂ ਸ਼ੁਕਰਾਨਾ ਨਹੀਂ ਅਸੀਂ ਕਰਦੇ। ਸਾਨੂੰ ਜਗਾਉਣ ਦੇ ਲਈ ਹੀ ਇਹ ਉਪਰਾਲਾ ਕੀਤਾ ਗਿਆ ਹੈ। ਫਿਰ ਮੈਂ ਵਧਾਈ ਦਿੰਦਾ ਹਾਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੂੰ ਕਿਉਂਕਿ ਬਹੁਤ ਵੱਡਾ ਉਪਰਾਲਾ ਹੈ ਔਰ ਦੂਸਰਾ ਜਿਹੜਾ ਹੈ 51,000 ਦਾ ਨਾਮ ਜਿਹੜਾ ਦਿੱਤਾ ਹੈ ਉਹ ਸ਼ਖਸੀਅਤ ਨਹੀਂ ਪਹੁੰਚ ਸਕੀ। ਜੇ ਪਹੁੰਚਦੀ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ। ਆਵਾਜ਼ ਕਹਿੰਦੇ ਚੁੱਪ ਕੀਤਿਆਂ ਵੀ ਬਹੁਤ ਕੁਝ ਦਿੱਤਾ ਜਾ ਸਕਦਾ ਹੈ ਪਰ ਅਸੀਂ ਉਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਜਗਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਗਾਉਣ ਦੇ ਲਈ ਸਾਡੇ ਲੇਖਕ ਜਿਹੜੇ ਨੇ ਚਾਹੇ ਕਵਿਤਾ ਲਿਖਣ ਵਾਲੇ ਨੇ ਚਾਹੇ ਕਹਾਣੀ ਲਿਖਣ ਵਾਲੇ ਨੇ ਚਾਹੇ ਨਾਵਲ ਲਿਖਣ ਵਾਲੇ ਨੇ ਲਿਖ ਦਿੱਤੇ ਜਾਂਦੇ ਨੇ ਔਰ ਖਰੀਦਣ ਵਾਲੇ ਬਹੁਤ ਉਸ ਨੂੰ ਘੱਟ ਹੁੰਦੇ ਨੇ ਜਿੱਦਾਂ ਜ਼ਿਕਰ ਹੋਇਆ ਹੈ। ਪਰ ਜਿੰਨੀ ਦੇਰ ਤੱਕ ਇਸ ਮੰਚ ਤੋਂ
ਇਸ ਸਟੇਜ ਤੋਂ ਉਹ ਪੇਸ਼ ਨਹੀਂ ਹੁੰਦੇ ਉਨੀ ਦੇਰ ਤੱਕ ਪੂਰੇ ਆਵਾਮ ਤੱਕ ਗੱਲ ਅਸਰ ਨਹੀਂ ਕਰਦੀ। ਮੇਰੇ ਵਿਦਿਆਰਥੀ ਬੈਠੇ ਨੇ ਪਿੱਛੇ, ਮੈਂ ਵੀ ਇਸੇ ਕਾਲਜ ਦੇ ਵਿੱਚ 1985 ਦੇ ਵਿੱਚ ਬੀਡ ਕਰਕੇ ਗਿਆ ਹਾਂ। ਬੱਚਿਓ, ਜੋ ਵੀ ਅੱਜ ਪ੍ਰੋਗਰਾਮ ਹੋਇਆ, ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਸਕੂਲਾਂ ਔਰ ਕਾਲਜਾਂ ਦੇ ਵਿੱਚ, ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਵੱਖ-ਵੱਖ ਸਮੇਂ ਦੇ ਉੱਤੇ ਕਰਵਾਉਂਦੀ ਹੈ, ਉਹਨਾਂ ਨੂੰ ਪਹੁੰਚਾਉਣਾ ਆਵਾਮ ਤੱਕ, ਜਿਹੜੇ ਲੋਕ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਦਾਖਲ ਨਹੀਂ ਹੋ ਸਕਦੇ, ਉਹਨਾਂ ਤੱਕ ਪਹੁੰਚਾਉਣਾ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ। ਔਰ ਅੱਜ ਦੇ ਪ੍ਰੋਗਰਾਮ ਬਾਰੇ ਵੀ ਬੱਚੋ ਗੱਲ ਕਰਨੀ ਹੈ ਕਿ ਮੈਡਮ ਰਾਣਾ ਕੌਣ ਸੀ, ਫਿਰ ਗੱਲ ਬਣੇਗੀ। ਕਿਉਂਕਿ ਸੁਣ ਕੇ ਇਸ ਗੇਟ ਤੋਂ ਬਾਹਰ ਜਦੋਂ ਜਾਣਾ ਹੈ ਤਾਂ ਮੈਨੂੰ ਲੱਗਦਾ ਬਹੁਤੇ ਭੁੱਲ ਜਾਣਗੇ ਕਿ ਹਰਪਿੰਦਰ ਰਾਣਾ ਕੌਣ ਹੈ, ਸੰਦੀਪ ਕੌਣ ਹੈ। ਸੰਦੀਪ ਬਾਰੇ ਤਾਂ ਬਹੁਤ ਜਾਣਦੇ ਹੋਣਗੇ ਕਿਉਂਕਿ ਹਰ ਮੋੜ ਤੇ ਖੜੇ ਹੁੰਦੇ ਨੇ, ਸਵੇਰ ਸ਼ਾਮ ਨੂੰ ਬਾਲਟੀਆਂ ਲੈ ਕੇ ਪੌਦੇ ਲਗਾ ਰਹੇ ਹੁੰਦੇ ਨੇ। ਅਖਬਾਰਾਂ ਦੇ ਪੰਨਿਆਂ ਤੇ ਜਾਂ ਇੱਕ ਇਹਨਾਂ ਨੇ YouTube ਤੇ ਵੀ ਮੈਸੇਜ ਇਹਨਾਂ ਦਾ ਆਉਂਦਾ ਹੈ, ਪਰ ਅਸੀਂ ਧੰਨਵਾਦ ਨਹੀਂ ਕਰ ਸਕਦੇ ਇਹਨਾਂ ਦਾ, ਜਿੰਨਾ ਧੰਨਵਾਦ ਕੀਤਾ, ਕਿਉਂਕਿ ਵਾਤਾਵਰਣ ਜਿਹੜਾ ਹੈ ਉਸ ਨੂੰ ਬਚਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਰ ਵਾਤਾਵਰਣ ਸ਼ੁੱਧੀ ਦੇ ਲਈ ਗੱਲ ਕੀਤੀ ਹੈ ਮੈਡਮ ਰਾਣਾ ਨੇ ਵੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸਾਡੇ ਮਨਾਂ ਦੇ ਵਿੱਚ ਰਹਿ ਜਾਂਦੀਆਂ ਨੇ, ਉਹ ਗੱਲਾਂ ਨੂੰ ਸਿੱਖਣ ਔਰ ਸਿਖਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਮੇਰਾ ਵਿਵਾਹ ਜਦੋਂ ਡਾਕਟਰ ਰਜੇਸ਼ ਮੋਹਨ ਨਾਲ ਪਿਆ, ਮੈਨੂੰ ਪਤਾ ਲੱਗਾ, ਸਾਡੇ ਅਨਿਲ ਗੁਪਤਾ ਜੀ ਨੇ ਬਿਲਕੁਲ ਬਲਾਈਂਡ ਨੇ, ਤਾਂ ਜਦੋਂ ਮੈਂ ਉਹਨਾਂ ਨਾਲ ਵਿਚਰਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਵੀ ਲੋਕ ਨੇ। ਅਸੀਂ ਟੀਚਰ ਕਰਕੇ ਲੰਘਦੇ ਹਾਂ, ਮੈਡਮ ਨੇ ਗੱਲ ਕੀਤੀ ਟੀਚਰ ਕਰਦੇ ਹਾਂ ਅਸੀਂ। ਕਿੰਨਰ ਦੀ ਬਾਰੇ ਵੀ ਗੱਲ ਕੀਤੀ ਹੈ ਕਿ ਟੀਚਰ ਅਸੀਂ ਕਰਦੇ ਹਾਂ, ਪਰ ਸਾਡੇ ਬਾਰੇ ਅਕਸਰ ਲੋਕ ਟੀਚਰਾਂ ਕਰਦੇ ਨੇ ਕਿ ਕੀ ਕਰਦੇ ਨੇ, ਅਖਬਾਰਾਂ ਦੇ ਪੰਨਿਆਂ ਤੇ ਆਉਣ ਵਾਲੇ ਨੇ, ਅਖਬਾਰਾਂ ਦੇ ਤਸਵੀਰਾਂ ਲਾਉਣ ਵਾਲੇ ਨੇ, ਪਰ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਲੈ ਕੇ ਅੱਗੇ ਨਹੀਂ ਆਉਂਦੇ ਕਿਸੇ ਵੀ ਖੇਤਰ ਦੇ ਵਿੱਚ, ਮੁਕਾਬਲਾ ਸੰਦੀਪ ਨਾਲ ਨਹੀਂ ਹੋ ਸਕਦਾ ਕਿ ਇੰਨੇ ਦਰਖਤ ਅਸੀਂ ਲਾ ਦਈਏ। ਪਰ ਕੁਝ ਤਾਂ ਸ਼ੁਰੂ ਕਰੀਏ, ਚੱਲੀਏ ਤਾਂ ਸਹੀ। ਤੇ ਚੱਲਣ ਦੇ ਲਈ, ਜਗਾਉਣ ਦੇ ਲਈ ਅੱਜ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ, ਗੁਰੂ ਬੈਠੇ ਨੇ ਪ੍ਰੋਫੈਸਰ ਸਾਧੂ ਸਿੰਘ ਹਰੇ, ਜਿਨ੍ਹਾਂ ਨੂੰ ਕਿ ਆਵਾਮ ਨੇ ਬੜੀ ਤਾਕਤ ਬਖਸ਼ੀ। ਦੇਖੋ, ਇੱਕ ਅਧਿਆਪਕ ਹੋ ਕੇ MP ਬਣਨਾ ਬਹੁਤ ਵੱਡੀ ਗੱਲ ਹੈ, ਤੇ ਤਾਂ ਬਣੇ ਨੇ ਜੇ ਇਮਾਨਦਾਰੀ ਨਾਲ ਕੰਮ ਕੀਤਾ ਹੈ। ਮੈਨੂੰ ਯਾਦ ਹੈ ਇਹਨਾਂ ਕੋਲੇ ਅਸੀਂ ਪੜ੍ਹਦੇ ਰਹੇ ਹਾਂ, ਔਰ ਹੋਸਟਲ ਦੇ ਵਾਰਡਨ ਦੀ ਜ਼ਿਕਰ ਹੋਇਆ। ਅੰਗਰੇਜ਼ੀ ਜੋ ਕਿ ਬੜੀ ਔਖੀ ਹੈ, ਪੜ੍ਹਾਉਣਾ ਬੜਾ ਮੁਸ਼ਕਿਲ ਹੈ, ਪਰ ਅੰਗਰੇਜ਼ੀ ਨੂੰ ਇਸ ਤਰੀਕੇ ਨਾਲ ਪੜ੍ਹਾਇਆ ਕਿ ਬੜੇ ਸੌਖੇ ਲਹਿਜੇ ਦੇ ਵਿੱਚ ਗੱਲ ਕਰ ਜਾਂਦੇ ਸਨ। ਤੇ ਉਸ ਤੋਂ ਬਾਅਦ ਮੈਂ ਗੱਲ ਕਰ ਦਵਾਂ ਕਿ ਖੇਡਾਂ ਨਾਲ ਵੀ ਜੁੜੇ ਹੋਏ ਸਨ, ਕਿਉਂਕਿ ਸਪੋਰਟਸ ਸਾਡੇ ਜਿਹੜੇ ਹੋਸਟਲ ਦੇ ਵਿੱਚ ਰਹਿਣ ਵਾਲੇ ਸਨ ਸਪੋਰਟਸ ਵਾਲੇ ਸਨ। ਔਰ ਇਸ ਤੋਂ ਵੀ ਅੱਗੇ ਗੱਲ ਕਰ ਦਵਾਂ ਕਿ ਸੱਭਿਆਚਾਰਕ ਗਤੀਵਿਧੀਆਂ ਨਾਲ ਬੜੇ ਅੰਦਰੂਨੀ ਤੌਰ ਤੇ ਜੁੜੇ ਹੋਏ ਸਨ। ਅੱਜ ਕੱਲ ਥੀਏਟਰ ਦੇ ਵਿੱਚ ਸਾਨੂੰ ਕੋਈ ਡਾਇਰੈਕਟਰ ਜਿਹੜਾ ਚਾਹੀਦਾ ਹੈ ਤੇ ਫਿਰ ਅਸੀਂ ਥੀਏਟਰ ਦੇ ਵਿੱਚ ਜਿਹੜਾ ਨਾਟਕ ਕਰਵਾ ਸਕਦੇ ਹਾਂ, ਪਰ ਸਾਧੂ ਸਿੰਘ ਆਪ ਡਾਇਰੈਕਟ ਕਰਦੇ ਸਨ। ਤੇ ਜਦੋਂ ਆਪ ਡਾਇਰੈਕਟ ਕਰਦੇ ਹਾਂ ਤਾਂ ਅਸੀਂ ਅੰਦਰੋਂ ਜੁੜ ਜਾਂਦੇ ਹਾਂ। ਅਸੀਂ ਟੁੱਟੇ ਹੋਏ ਹਾਂ, ਅਸੀਂ ਅੰਦਰੋਂ ਟੁੱਟੇ ਹੋਏ ਹਾਂ। ਭੈਣ ਜੀ ਨੇ ਗੱਲ ਕੀਤੀ, ਰਾਣਾ ਜੀ ਨੇ ਗੱਲ ਕੀਤੀ ਹੈ ਕਿ ਧਰਤੀ ਗੋਲ ਹੈ, ਕਹਿੰਦੇ ਨੇ ਹੈ ਵੀ ਗੋਲ, ਕੋਈ ਸ਼ੱਕ ਨਹੀਂ ਹੈ, ਪਰੰਤੂ ਹੁਣ ਧਰਤੀ ਇੱਕ ਪੁਆਇੰਟ ਬਣ ਗਈ ਹੈ, ਪੁਆਇੰਟ। ਇਸ ਪੁਆਇੰਟ ਤੇ ਬਹਿ ਕੇ ਅਸੀਂ ਜਿੱਥੇ ਬੈਠੇ ਹਾਂ ਦੁਨੀਆ ਨਾਲ ਜੁੜ ਸਕਦੇ ਹਾਂ, ਜਿਹਨੂੰ ਅਸੀਂ ਮੋਬਾਈਲ ਕਹਿ ਦਿੰਦੇ ਹਾਂ, ਗਲੋਬਲਾਈਜੇਸ਼ਨ ਯੁੱਗ ਕਹਿ ਦਿੰਦੇ ਹਾਂ, ਪਰ ਅਸੀਂ ਅੰਦਰੋਂ ਟੁੱਟ ਚੁੱਕੇ ਹਾਂ। ਇਹ ਸੱਚ ਹੈ ਕਿ ਸਾਨੂੰ ਬੱਚੀਆਂ ਬੈਠੀਆਂ, ਧੀਆਂ ਬੈਠੀਆਂ ਨੇ ਮੇਰੇ, ਕਈ ਵਾਰੀ ਉਹਨਾਂ ਨੂੰ ਪੁੱਛੀਏ ਕਿ ਤੇਰੀ ਭੂਆ ਦਾ ਕੀ ਨਾਂ ਹੈ, ਤਾਈ ਦਾ ਕੀ ਨਾਂ ਹੈ, ਤਾਏ ਦਾ ਕੀ ਨਾਂ, ਕਿੱਥੇ ਰਹਿੰਦੇ ਨੇ, ਕਿੰਨੇ ਉਹਨਾਂ ਦੇ ਬੇਟੇ ਨੇ, ਤਾਂ ਉਹ ਕਹਿੰਦੇ ਸਾਨੂੰ ਪਤਾ ਨਹੀਂ। ਇਹ ਕਿਉਂ ਹੈ? ਕਿਉਂਕਿ ਅਸੀਂ ਅੰਦਰ ਟੁੱਟੇ ਹੋਏ ਹਾਂ। ਜੋੜਨ ਦੇ ਲਈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਮੰਚ ਤੋਂ ਕੀਤੀਆਂ ਗਈਆਂ ਨੇ, ਕੀਤੀਆਂ ਜਾਣਗੀਆਂ, ਪਰ ਗੱਲ ਉਨੀ ਦੇਰ ਤੱਕ ਨਹੀਂ ਬਣੇਗੀ ਜਿੰਨੀ ਦੇਰ ਤੱਕ ਅਸੀਂ अंदरों नहीं जुड़ते। और कहते हैं कि जो बात दिल से होती है वो असर रखती है, पर मुश्किल यही है कि ये दिल से नहीं होती। असी एक दूजे नाल जुड़ते नहीं हैं, अध्यापक भी हाँ, मापे भी हाँ, पर बच्चों नाल या बच्चे साडे नाल क्यों नहीं जुड़ते, बड़ा अफसोसजनक विषय है। ये बहुत लाजमी है। बड़ी उच्ची आवाज दे विच मैं गल कर रहा हाँ, गल तां उच्ची आवाज दे विच कर रहा हाँ जे मैं महसूस करता हाँ, अपने बच्चे समझ के महसूस करता हाँ। भावें कि मेरे बच्चे दोने बाहर अमरीका दे विच पढ़ रहे ने, पर मैं सारे ही बच्चों को अपने बच्चे समझदा हाँ। और जदों कई बारी प्यार दे नाल गल कीती जांदी है ਤਾਂ ਉਹਦਾ ਕੁਝ ਹੋਰ ਅਸਰ ਹੁੰਦਾ ਹੈ, ਜਦੋਂ ਗੁੱਸੇ ਨਾਲ ਕੀਤੀ ਜਾਂਦੀ ਉਹਦਾ ਵੀ ਕੁਝ ਅਸਰ ਹੋਰ ਹੁੰਦਾ ਹੈ। ਪਰ ਜੇ ਗੱਲ ਇਸ਼ਾਰੇ ਨਾਲ ਕੀਤੀ ਜਾਂਦੀ ਹੈ,
ਸਮਝਣ ਵਾਲੀ ਸਾਡੀ ਤੀਸਰੀ ਅੱਖ ਜਿਹੜਾ ਤੀਸਰਾ ਨੇਤਰ ਜਿਹੜਾ ਹੈ ਜਿਹਨੂੰ ਗਿਆਨ ਦਾ ਨੇਤਰ ਕਿਹਾ ਜਾਂਦਾ ਹੈ ਔਰ ਗਿਆਨ ਦੇ ਨੇਤਰ ਦੇ ਲਈ ਬਾਬਾ ਫਰੀਦ ਆਗਮਨ ਪੁਰਬ ਦੇ ਬਾਨੀ ਅਸੀਂ ਕਹਿ ਸਕਦੇ ਹਾਂ ਸੰਸਥਾ ਜਿਹੜੀ ਸਾਡੇ ਫਰੀਦਕੋਟ ਦੇ ਵਿੱਚ ਹੈ ਵਿਦਿਅਕ ਸੰਸਥਾਵਾਂ ਨੇ ਜਾਂ ਸਿੱਖਿਆ ਸੰਸਥਾਵਾਂ ਦੇ ਨੇ ਮਹੀਪਿੰਦਰ ਸੇਖੋਂ ਬੈਠੇ ਨੇ ਜੋ ਮੁੱਖ ਸੇਵਾਦਾਰ ਉਹਨਾਂ ਦਾ ਨਾਮ ਪੜ੍ਹ ਰਹੇ ਹੋ ਸੁਣ ਰਹੇ ਹੋ ਅਖਬਾਰਾਂ ਦੇ ਪੰਨਿਆਂ ਦੇ ਉੱਤੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਅੱਜ ਰਚਾਏ ਜਾ ਰਹੇ ਨੇ ਸਰਕਾਰਾਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਸ ਤੋਂ ਪਿੱਛੇ ਹਟ ਚੁੱਕਿਆ ਹੈ ਕਿਉਂਕਿ ਕੋਵਿਡ-19 ਦੀ ਗੱਲ ਹੋ ਰਹੀ ਹੈ ਜਦੋਂ ਕਿਤੇ ਰੈਲੀਆਂ ਹੁੰਦੀਆਂ ਨੇ ਬਹੁਤ ਰਸ਼ ਹੁੰਦਾ ਹੈ ਪਰੰਤੂ ਮੇਲਿਆਂ ਦੇ ਉੱਤੇ ਕੋਵਿਡ-19 ਦੀ ਗੱਲ ਆ ਜਾਂਦੀ ਹੈ ਜਾਂ ਅਜਿਹੇ ਪ੍ਰੋਗਰਾਮਾਂ ਦੇ ਉੱਤੇ ਕੋਵਿਡ-19 ਦੀ ਗੱਲ ਆ ਜਾਂਦੀ ਹੈ ਤਾਂ ਪਿਆਰੇ ਬੱਚਿਓ ਮੈਂ ਬੱਚਿਆਂ ਨੂੰ ਸੰਬੋਧਨ ਇਸ ਕਰਕੇ ਹੋ ਰਿਹਾ ਹਾਂ ਕਿ ਬੱਚੇ ਹਾਂ ਅਸੀਂ ਬੱਚਿਆਂ ਤੋਂ ਬਹੁਤ ਕੁਝ ਸਿੱਖਦੇ ਹਾਂ ਵੱਡੇ ਗੱਲਾਂ ਕਰ ਜਾਂਦੇ ਨੇ ਬੱਚਿਆਂ ਤੋਂ ਬਹੁਤ ਕੁਝ ਸਿੱਖਣ ਦੀ ਸਾਨੂੰ ਲੋੜ ਬਣਦੀ ਹੈ ਤੁਸੀਂ ਅਧਿਆਪਕ ਬਣ ਜਾ ਰਹੇ ਹੋ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਦੇਸ਼ ਦੀ ਵਾਂਗਡੋਰ ਸੰਭਾਲਣ ਜਾ ਰਹੇ ਹੋ ਔਰ ਤੁਹਾਡੇ ਲਈ ਬਹੁਤ ਇਹ ਗੱਲਾਂ ਜ਼ਰੂਰੀ ਨੇ ਸਾਡੇ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਦਾਂ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਸੀਗਾ ਕਿ ਗੱਲ ਤਾਂ ਉੱਪਰ ਇਹਨਾਂ ਦੀ ਬਣਦੀ ਹੈ ਕਿ ਕਰਨੀ ਪਰ ਕਰ ਅਸੀਂ ਰਹੇ ਹਾਂ ਠੀਕ ਹੈ ਸਰਕਾਰ ਕੋਈ ਵੀ ਹੋਵੇ ਠੀਕ ਹੈ ਸਭ ਦਾ ਫਰਜ਼ ਬਣਦਾ ਹੈ ਪਰ ਆਪੋ ਆਪਣੀ ਡਿਊਟੀਆਂ ਜਿੰਨੀਆਂ ਵੀ ਅਸੀਂ ਨਿਭਾ ਸਕਦੇ ਹਾਂ ਠੀਕ ਹੈ ਸਾਨੂੰ ਵਧੀਆ ਤਰੀਕੇ ਨਾਲ ਨਿਭਾਉਣੀਆਂ ਚਾਹੀਦੀਆਂ ਉਸ ਹਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਜਿਹੜਾ ਅੰਦਰ ਬੈਠਾ ਹੈ ਜ਼ਰੂਰ ਲੈ ਲੈਣਾ ਚਾਹੀਦਾ ਹੈ ਤਾਂ ਹੀ ਅਸੀਂ ਜਿਹੜੀ ਹੈ ਗੱਲ ਬਣੇਗੀ ਕਿਉਂਕਿ ਉਹ ਕਹਿ ਦਿੰਦਾ ਹੈ ਸਾਨੂੰ ਟੋਕਦਾ ਹੈ ਰੋਕਦਾ ਹੈ ਜਦੋਂ ਕੋਈ ਗਲਤ ਕੰਮ ਕਰਦੇ ਹਾਂ ਪਰੰਤੂ ਫਿਰ ਅਸੀਂ ਕਰਦੇ ਹਾਂ ਕਿਉਂਕਿ ਉਹ ਦੇਖਦਾ ਨਹੀਂ ਹੈ ਇਸ ਛੱਤ ਦੇ ਉੱਤੇ ਲੈਂਟਰ ਹੈ ਲੈਂਟਰ ਦੇ ਉੱਤੇ ਹੋਰ ਬਿਲਡਿੰਗ ਬਣੀ ਹੋਵੇਗੀ ਪਰ ਉਹਦੀਆਂ ਨਜ਼ਰਾਂ ਬਹੁਤ ਤਿੱਖੀਆਂ ਨੇ ਤੁਹਾਡੇ ਉੱਤੇ ਨੇ ਕਿ ਕੀ ਕਰ ਰਹੇ ਹੋ ਸਤਿਕਾਰ ਮਾਣ ਇੱਜ਼ਤ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦਾ ਕਰੈਕਟਰ ਬਹੁਤ ਉੱਚਾ ਹੁੰਦਾ ਹੈ ਸੁੱਚਾ ਹੁੰਦਾ ਹੈ ਸਰਦਾਰ ਦੇ ਨਾਲ ਕਿਰਦਾਰ ਦਾ ਹੋਣਾ ਵੀ ਬਹੁਤ ਲਾਜ਼ਮੀ ਹੈ ਮੈਂ ਇੱਕ ਵਾਰ ਫਿਰ ਵਧਾਈ ਦੇ ਦੇਵਾਂ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਨੂੰ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਵੇ ਜਿਨ੍ਹਾਂ ਨੇ ਇਹਦਾ ਬੀੜਾ ਚੁੱਕਿਆ ਹੈ ਔਰ ਬਹੁਤ ਵਧੀਆ ਸ਼ਾਨਦਾਰ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਇਸੇ ਤਰੀਕੇ ਨਾਲ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਉਂਦੇ ਰਹਿਣ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸੋ ਅੰਤ ਦੇ ਵਿੱਚ ਪਰੰਪਰਾ ਬਣੀ ਹੁੰਦੀ ਹੈ ਪਰੰਪਰਾ ਦੇ ਤੌਰ ਤੇ ਵੈਸੇ ਤਾਂ ਟਾਈਮ ਬਹੁਤ ਹੋ ਗਿਆ ਸੋ ਪਰੰਪਰਾ ਦੇ ਤੌਰ ਤੇ ਮੈਂ ਤੁਹਾਡੇ ਕੋਲੇ ਆ ਗਿਆ ਹਾਂ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਨਾਂ ਆਲਰੇਡੀ ਇੱਥੋਂ ਲਏ ਜਾ ਚੁੱਕੇ ਆ ਹੋਰ ਕਮਾਲ ਦੀ ਗੱਲ ਇਹ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਭਾਵੇਂ ਸਾਹਿਤ ਦਾ ਪ੍ਰੋਗਰਾਮ ਹੈ ਪਰ ਸਾਡੇ ਦੇ ਵਿੱਚ ਖੇਡ ਕਲੱਬਾਂ ਦੇ ਜਿਹੜੇ ਹੈਗੇ ਆ ਸਾਡੇ ਫਰੀਦਕੋਟ ਦੀਆਂ ਖੇਡ ਕਲੱਬਾਂ ਉਹਨਾਂ ਦੇ ਵੀ ਜਿਹੜੇ ਸਾਡੇ ਦੋਸਤ ਨੇ ਸਾਡੇ ਸਤਿਕਾਰਯੋਗ ਸ਼ਖਸੀਅਤਾਂ ਉਹ ਇੱਥੇ ਹਾਜ਼ਰ ਨੇ ਬਾਬਾ ਫਰੀਦ ਕੁਸ਼ਤੀ ਅਖਾੜਾ ਉਸ ਤੋਂ ਬਿਨਾਂ ਬਾਬਾ ਫਰੀਦ ਬਾਸਟਿਕ ਬਾਲ ਕਲੱਬ ਹੈ ਜੋ ਉਹਦੇ ਮੈਂਬਰ ਹੁਣੇ ਉੱਠ ਕੇ ਗਏ ਨੇ ਉਹ ਵੀ ਇੱਥੇ ਆਏ ਨੇ ਸਾਹਿਤ ਸਭਾ ਸਾਧਕ ਸਾਹਿਤ ਸਭਾ ਫਰੀਦਕੋਟ ਉਹਨਾਂ ਦੇ ਸਤਿਕਾਰਯੋਗ ਮੈਂਬਰ ਸਾਹਿਬਾਨ ਉਹ ਇੱਥੇ ਹਾਜ਼ਰ ਨੇ ਸਾਡਾ ਬਹੁਤ ਹੀ ਪਿਆਰਾ ਦੋਸਤ ਸ਼ਾਇਰ ਜੱਗੀ ਮੁਦਗੀ ਤੋਂ ਉਹ ਇੱਥੇ ਪਹੁੰਚਿਆ ਸੁਖੀ ਸਾਹਿਬ ਦੇ ਨਾਲ ਅਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਸਾਰਿਆਂ ਦਾ ਤੁਹਾਡਾ ਇੱਕ ਵਾਰ ਫਿਰ ਅਖੀਰ ਦੇ ਵਿੱਚ ਧੰਨਵਾਦ ਕਰਦੇ ਹਾਂ ਸਮੂਹ ਮੈਂਬਰਾਂ ਦੇ ਤੌਰ ਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਵੱਲੋਂ ਜਿਹੜਾ ਤੁਸੀਂ ਇੱਥੇ ਆਏ ਹੋ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਇਆ ਕਿਉਂਕਿ ਜਦੋਂ ਵੀ ਕੋਈ ਸਾਹਿਤ ਨਾਲ ਸੰਬੰਧਿਤ ਪ੍ਰੋਗਰਾਮ ਹੁੰਦਾ ਤਾਂ ਮਨ ਦੇ ਵਿੱਚ ਇੱਕ ਧੜਕੂ ਲੱਗਾ ਹੁੰਦਾ ਵੀ ਪਤਾ ਨਹੀਂ ਕੋਈ ਆਊਗਾ ਕਿ ਨਹੀਂ ਆਊਗਾ ਤੇ ਪਰ ਭਰਵੀਂ ਗਿਣਤੀ ਦੇ ਵਿੱਚ ਹਾਜ਼ਰੀ ਤੁਸੀਂ ਦਿੱਤੀ ਆ ਨਾਲ ਹੀ ਸਾਡੇ ਸਟੂਡੈਂਟ ਜਿਨ੍ਹਾਂ ਨੂੰ ਅਕਸਰ ਇਹ ਕਹਿ ਦਿੰਦੇ ਕਈ ਵਾਰੀ ਇਹ ਸੋਚਿਆ ਜਾਂਦਾ ਵੀ ਇਹ ਜਿਹੜੇ ਸਟੂਡੈਂਟ ਹੁੰਦੇ ਆ ਵਿਚਾਰੇ ਅਧਿਆਪਕਾਂ ਦੇ ਧੱਕੇ ਧਕਾਏ ਆਉਂਦੇ ਹੈਗੇ ਆ ਪਰ ਜੇ ਧੱਕੇ ਧਕਾਏ ਆਏ ਹੋਣ ਤੇ ਉਹਨਾਂ ਦਾ ਵੀ ਇੱਕ ਵੱਖਰਾ ਰੂਪ ਸਾਨੂੰ ਦੇਖਣ ਨੂੰ ਮਿਲਦਾ ਪਰ ਇੱਥੇ ਕਿਉਂਕਿ ਇੱਕ ਫਰਕ ਹੁੰਦਾ ਇਹ ਅਧਿਆਪਕ ਬਣ ਜਾ ਰਹੇ ਆ ਇਹਨਾਂ ਦੇ ਉੱਪਰ ਜ਼ਿੰਮੇਵਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੈਂਦੀਆਂ ਇੱਕ ਸ਼ਬਦ ਵਰਤਿਆ ਜਾਂਦਾ ਹੁੰਦਾ ਵੁੱਡ ਵੀ ਟੀਚਰ ਹਨਾ ਉਹ ਟੀਚਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਣ ਜਾ ਰਹੇ ਆ ਸੋ ਇਹ ਸਾਰੇ ਵਿਦਿਆਰਥੀ ਇੱਥੇ ਬੈਠੇ ਨੇ ਇਹਨਾਂ ਦੇ ਅਧਿਆਪਕ ਸਹਿਬਾਨ ਜਿਹੜੇ ਇਹਨਾਂ ਨੂੰ ਬੜੀ ਵਧੀਆ ਸੁਚੱਜੀ ਸਿੱਖਿਆ ਦੇ ਰਹੇ ਨੇ ਉਹ ਇੱਥੇ ਬੈਠੇ ਨੇ ਸਾਰੇ ਆਏ ਹੋਏ ਮਹਿਮਾਨ ਤੇ ਵਿਸ਼ੇਸ਼ ਤੌਰ ਤੇ ਭੈਣ ਜੀ ਹਰਪਿੰਦਰ ਰਾਣਾ ਜਿਹੜੇ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਆਏ ਤੇ ਅੱਜ ਅਸੀਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਾਂ ਕਿ ਜਦੋਂ ਆਪਾਂ ਇਹਨਾਂ ਦੀਆਂ ਗੱਲਾਂ ਸੁਣ ਰਹੇ ਸੀ ਜਾਂ ਡਾਕਟਰ ਹਰਿੰਦਰ ਜਦੋਂ ਤੁਹਾਡੇ ਨਾਲ ਗੱਲਾਂ ਕਰ ਰਹੇ ਸੀ ਤਾਂ ਜਦੋਂ ਨਾਵਲ ਦੇ ਬਾਰੇ ਗੱਲਬਾਤ ਚੱਲ ਰਹੀ ਸੀ ਤਾਂ ਮੈਂ ਉਦੋਂ ਵੇਖ ਰਿਹਾ ਸੀਗਾ ਵੀ ਸਾਰਿਆਂ ਦੇ ਵਿੱਚ ਉਤਸੁਕਤਾ ਬਣੀ ਹੋਈ ਆ ਆਮ ਤੌਰ ਤੇ ਕਿਤਾਬਾਂ ਦੇ ਵਿੱਚ ਇੰਨੀ ਉਤਸੁਕਤਾ ਬਣਦੀ ਨਹੀਂਗੀ ਕਦੋਂ ਕੋਈ ਗੱਲ ਹੁੰਦੀ ਆ ਨਾ ਉਹੀ ਰਿਪੀਟਡ ਗੱਲਾਂ ਕਈ ਵਾਰੀ ਆਪਾਂ ਸੁਣਦੇ ਰਹਿੰਦੇ ਹੈਗੀਆਂ ਉਹੀ ਹੁੰਦੀਆਂ ਹੈਗੀਆਂ ਕਈ ਵਾਰੀ ਤਾਂ ਨਾ ਜਿਵੇਂ ਉਹਨਾਂ ਨੇ ਗੱਲ ਕੀਤੀ ਕਿਤਾਬ ਦੀ ਜਿਹੜੀ ਪੜ੍ਹਨ ਬਾਰੇ ਉਹਦੇ ਕਿਤਾਬ ਦੇ ਬਾਰੇ ਵੀ ਕੀ ਕੁਝ ਲਿਖਿਆ ਹੈਗਾ ਤੇ ਅਸੀਂ ਨਾ ਕਿਉਂਕਿ ਸਾਹਿਤ ਦੇ ਵਿੱਚ ਥੋੜਾ ਬਹੁਤ ਵਾਹ ਵਾਸਤਾ ਰਹੀਦਾ ਤੇ ਇਹ ਵੀ ਗੱਲਾਂ ਸੁਣਨ ਨੂੰ ਮਿਲਦੀਆਂ ਹੀ ਆ ਵੀ ਆਮ ਤੌਰ ਤੇ ਤਾਂ ਜਿਹੜੇ ਵੱਡੇ ਵੱਡੇ ਆਲੋਚਕ ਹੁੰਦੇ ਆ ਜਾਂ ਬੋਲਣ ਵਾਲੇ ਹੁੰਦੇ ਆ
ਉਹਨਾਂ ਦਾ ਨਾ ਇੱਕ ਪੱਕਾ ਹੀ ਖੈਂਚਾ ਜਿਹਾ ਬਣਾਇਆ ਹੁੰਦਾ ਹੈਗਾ, ਤੇ ਉਹਦੇ ਵਿੱਚ ਬਸ ਕਿਤਾਬ ਤੇ ਕਿਤਾਬ ਦਾ ਲੇਖਕ ਦਾ ਨਾਂ ਫਿੱਟ ਪੜ੍ਹਦੇ ਆ, ਸਾਹਿਤਕਾਰਾਂ ਨੂੰ ਸੁਣਦੇ ਆ, ਇਹੋ ਜਿਹੇ ਉਹਨਾਂ ਖੋਜੀਆਂ ਨੂੰ ਸੁਣਦੇ ਆ ਜਿਹੜੇ ਇਹ ਸਾਰਾ ਕੰਮ ਕੀਤਾ। ਤੇ ਬੜੀ ਵੱਡੀ ਘਾਲਣਾ ਭੈਣ ਜੀ ਹੋਣਾ ਦੀ ਕਿ ਇਹਨਾਂ ਨੇ ਆਪਣੀਆਂ ਚੈਲੰਜਸ ਹੋਣ ਦੇ ਬਾਵਜੂਦ ਉਹਨਾਂ ਦੇ ਵਿੱਚ ਰਹਿ ਕੇ ਉਹਨਾਂ ਬਾਰੇ ਸਾਰੀ ਗੱਲਬਾਤ ਕੀਤੀ ਆ। ਸੋ ਇੱਕ ਵਾਰੀ ਅਖੀਰ ਦੇ ਵਿੱਚ ਆਪ ਸਾਰਿਆਂ ਦਾ, ਜਿੰਨੇ ਵੀ ਇੱਥੇ ਬੈਠੇ ਹੋ, ਸਭ ਦਾ ਕੋਟਨ ਕੋਟ ਧੰਨਵਾਦ। ਤੁਹਾਡਾ ਆਇਆ ਹੋਇਆ ਇੱਕ ਇੱਕ ਕਦਮ